ਸਤਿ ਸ਼੍ਰੀ ਅਕਾਲ ਜੀ। ਫੇਸਬੁੱਕ ਦੇ ਨਾਲ ਜੁੜੇ ਹੋਏ ਸਾਡੇ ਸਤਿਕਾਰਯੋਗ ਸਰੋਤਿਓ, ਅੱਜ ਅਸੀਂ ਫੇਸਬੁੱਕ ਚਰਚਾ ਦਾ 35ਵਾਂ ਐਡੀਸ਼ਨ ਲੈ ਕੇ ਤੁਹਾਡੇ ਨਾਲ ਹਾਜ਼ਰ ਹਾਂ। ਅੱਜ ਮੇਰੇ ਨਾਲ ਸਾਡੇ ਬੈਕ ਤੇ ਜਿਹੜੇ ਟੈਕਨੀਕਲ ਸਪੋਰਟ ਦੇ ਵਿੱਚ ਆ ਉਹ ਅਮਰਜੀਤ ਸਿੰਘ ਤੇ ਬਲਜਿੰਦਰ ਸਿੰਘ ਉਬੀ, ਜਿਨ੍ਹਾਂ ਦੇ ਸਦਕਾ ਇਹ ਸਾਰਾ ਕੁਝ ਚੱਲਦਾ। ਅਸੀਂ ਮਾਫੀ ਚਾਹੁੰਦੇ ਹਾਂ, ਥੋੜਾ ਲੇਟ ਹੋ ਗਏ। ਅੱਜ ਸਾਨੂੰ ਥੋੜੀ ਟੈਕਨੀਕਲ ਪ੍ਰੋਬਲਮ ਆਉਣ ਦੇ ਨਾਲ ਇੰਟਰਨੈਟ ਦੀ ਪ੍ਰੋਬਲਮ ਸੀਗੀ ਤੇ ਉਹਦੇ ਕਰਕੇ ਅਸੀਂ ਥੋੜਾ ਲੇਟ ਪ੍ਰੋਗਰਾਮ ਸ਼ੁਰੂ ਕਰਨ ਲੱਗੇ ਹਾਂ। ਤੇ ਅੱਜ ਸਾਡੇ ਨਾਲ ਜਿਹੜੇ ਗੈਸਟ ਆ, ਸਾਡੇ ਰੁਪਿੰਦਰ ਸਿੰਘ ਮਾਸਟਰ ਜੀ ਉੱਪਲ, ਇਹ ਟੋਰਾਂਟੋ ਤੋਂ, ਤੇ ਦੂਜੇ ਸਾਡੇ ਜਿਹੜੇ ਗੈਸਟ ਇੰਡੀਆ ਤੋਂ, ਜਿਨ੍ਹਾਂ ਦੀ ਜਿਹੜੀ ਅਸੀਂ ਇੰਟਰੋਡਕਸ਼ਨ ਕਰਾਉਂਦੇ ਚੰਗੇ ਨਹੀਂ ਲੱਗਦੇ, ਉਹਨਾਂ ਨੂੰ ਸਾਰੀ ਦੁਨੀਆ ਜਾਣਦੀ ਆ, ਪ੍ਰੋਫੈਸਰ ਗੁਰਭਜਨ ਸਿੰਘ ਗਿੱਲ, ਜਿਹੜੇ ਬੜੇ ਹੀ ਪ੍ਰਸਿੱਧ ਲਿਖਾਰੀ, ਕਵਿਤਾਵਾਂ ਦੇ ਤੇ ਆਪਣੀਆਂ ਬੁੱਕਾਂ ਕਿੰਨੀਆਂ ਲਿਖੀਆਂ ਹੋਈਆਂ ਉਹਨਾਂ ਨੇ। ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਵੀ ਰਹਿ ਚੁੱਕੇ ਆ ਤੇ ਉਹਦੇ ਵਿੱਚ ਹਮੇਸ਼ਾ ਇਹਨਾਂ ਸੰਸਥਾਵਾਂ ਦੇ ਵਿੱਚ ਕੰਮ ਕਰਦੇ ਰਹਿੰਦੇ ਆ। ਅਸੀਂ ਉਹਨਾਂ ਨੂੰ ਅੱਜ ਅਸੀਂ ਆਪਣੇ ਨਾਲ ਇੰਟਰੋਡਿਊਸ ਕਰਾਵਾਂਗੇ। ਅਸੀਂ ਅੱਜ ਉਹਨਾਂ ਦੇ ਜਿਹੜੇ ਪੰਜਾਬ ਦੇ ਬੁੱਧੀਜੀਵੀਆਂ ਦੇ ਵਿੱਚੋਂ ਇੱਕ ਆ, ਉਹਨਾਂ ਦੇ ਅਸੀਂ ਵਿਚਾਰ ਸੁਣਾਂਗੇ। ਅੱਜ ਕੱਲ੍ਹ ਦੇ ਜਿਹੜੇ ਹਾਲਾਤ ਆ, ਜਿਹੜਾ ਸੰਘਰਸ਼ ਚੱਲ ਰਿਹਾ ਕਿਸਾਨੀ, ਉਹਦੇ ਤੇ ਕੁਛ ਉਹਨਾਂ ਦੇ ਜਿਹੜੇ ਕੋਈ ਆਪਣੇ ਵਿਚਾਰ ਸਾਨੂੰ ਦੱਸਣੇ, ਸਾਡੇ ਨਾਲ ਸਾਂਝਾ ਕਰਨਾ ਚਾਹੁਣਗੇ, ਉਹਨਾਂ ਨੂੰ ਅਸੀਂ ਜੀ ਆਇਆਂ ਕਹਿੰਦੇ ਹਾਂ। ਤੇ ਨਾਲ ਹੀ ਮੈਂ ਮਾਸਟਰ ਜੀ ਨੂੰ ਇੰਟਰੋਡਿਊਸ ਕਰਾ ਦਾਂ, ਉਹਨਾਂ ਦੇ ਵੀ ਸਤਿ ਸ੍ਰੀ ਅਕਾਲ ਬੁਲਾ ਲੈਣ ਤੇ ਸਾਰਿਆਂ ਸਰੋਤਿਆਂ ਦਾ ਧੰਨਵਾਦ ਕਰ ਦੇਣ। ਉਹ ਮੇਰੇ ਨਾਲ ਅੱਜ ਕੋ ਹੋਸਟ ਹੋਣਗੇ ਇਸੇ ਪ੍ਰੋਗਰਾਮ ਦੇ ਵਿੱਚ। ਮਾਸਟਰ ਜੀ। ਥੈਂਕ ਯੂ, ਬਹੁਤ ਬਹੁਤ ਧੰਨਵਾਦ ਸਰਦਾਰ ਭੱਠਲ ਸਾਹਿਬ। ਤੇ ਮੈਨੂੰ ਬਹੁਤ ਖੁਸ਼ੀ ਆ ਕਿ ਅੱਜ ਸਾਡੇ ਨਾਲ ਇੱਕ ਬਹੁਤ ਵੱਡੇ ਸਾਹਿਤਕਾਰ ਪ੍ਰੋਫੈਸਰ ਗੁਰਭਜਨ ਗਿੱਲ, ਜੋ ਕਿ ਲੁਧਿਆਣਾ ਹੀ ਉਹਨਾਂ ਨੇ ਸਾਰੀ ਜ਼ਿੰਦਗੀ ਆਪਣੀ ਕੱਢਤੀ ਆ। ਉਹ ਇੱਕ ਤਰ੍ਹਾਂ ਦਾ ਚਲਦੀ ਫਿਰਦੀ ਸੰਸਥਾ ਹੀ ਨੇ ਉਹ ਸਾਹਿਤ ਦੇ ਨਾਂ ਦੇ ਵਿੱਚ। ਤੇ ਅੱਜ ਮੈਨੂੰ ਤੇ ਭੱਠਲ ਸਾਹਿਬ ਨੂੰ ਬਹੁਤ ਖੁਸ਼ੀ ਆ ਵੀ ਸਾਨੂੰ ਉਹਨਾਂ ਨਾਲ ਮਿਲ ਕੇ ਇੱਕ ਪ੍ਰੋਗਰਾਮ ਕਰਨ ਦੀ ਖੁਸ਼ੀ ਹੋ ਰਹੀ ਹੈ। ਤੇ ਇੱਕ ਨਾਲ ਹੋਰ ਵੀ ਖੁਸ਼ੀ ਆ ਵੀ ਅਸੀਂ ਤਿੰਨੇ ਜਾਣੇ ਐਜੂਕੇਸ਼ਨ ਨੂੰ ਐਜ਼ ਏ ਐਜੂਕੇਸ਼ਨ ਨੂੰ ਬਿਲੋਂਗ ਕਰਦੇ ਆ। ਤੇ ਤਿੰਨਾਂ ਦਾ ਜਿਹੜਾ ਸੰਬੰਧ ਹੈ, ਸਾਡਾ ਪਿਛੋਕੜ ਹੈ ਜਾਂ ਕਰੰਟ ਸਾਡੀ ਗਤੀਵਿਧੀਆਂ ਨੇ, ਉਹ ਐਜੂਕੇਸ਼ਨ ਨਾਲ ਜੁੜੀਆਂ ਹੋਈਆਂ ਨੇ। ਮੈਨੂੰ ਇਸ ਦੀ ਵੀ ਬਹੁਤ ਖੁਸ਼ੀ ਆ ਵੀ ਅਸੀਂ ਤਿੰਨੇ ਰਲ ਕੇ ਅੱਜ ਇੱਕ ਤੁਹਾਡੇ ਰੂਬਰੂ ਬਹੁਤ ਹੀ ਵਧੀਆ ਇੱਕ ਪ੍ਰੋਗਰਾਮ ਦੇਣ ਦੀ ਕੋਸ਼ਿਸ਼ ਕਰਾਂਗੇ। ਸਾਨੂੰ ਸ਼ੁਰੂ ਦੇ ਵਿੱਚ ਕੁਝ ਟੈਕਨੀਕਲ ਡਿਫੀਕਲਟੀਜ਼ ਆਈਆਂ, ਸੋ ਇਹੀ ਟੈਕਨੋਲੋਜੀ ਦੀ ਇੱਕ ਥੋੜੀ ਜਿਹੀ ਮਾਰ ਪੈ ਜਾਂਦੀ ਹੈ। ਕਈ ਵਾਰੀ ਇਹ ਚੱਲਦੀ ਉਹ ਸੋਹਣੀ ਲੱਗਦੀ ਹੈ, ਜਦੋਂ ਕਿਤੇ ਖਰਾਬ ਹੋ ਜਾਏ ਤਾਂ ਫਿਰ ਇਹ ਪ੍ਰੋਬਲਮਸ ਵੀ ਬਹੁਤ ਦਿੰਦੀ ਹੈ। ਸੋ ਮੈਂ ਬੜਾ ਕੁਛ ਨਾ ਕਹਿੰਦਾ ਹੋਇਆ ਤੇ ਮੈਂ ਭੱਠਲ ਸਾਹਿਬ ਨੂੰ ਕਹੂੰਗਾ ਵੀ ਤੁਸੀਂ ਜਿਹੜੇ ਪ੍ਰੋਗਰਾਮ ਦੀ ਅਗਲੀ ਰੂਪਰੇਖਾ ਉਹਨੂੰ ਤੁਸੀਂ ਆਪਣੇ ਅਨੁਸਾਰ ਰੂਪ ਦਿਓ। ਥੈਂਕ ਯੂ। ਹਾਂਜੀ, ਮੈਂ ਜਿਹੜੀ ਮਾਸਟਰ ਜੀ ਨੇ ਗੱਲ ਕਹੀ ਆ, ਉਹ ਇਸ ਵੇਲੇ ਕਰੰਟਲੀ ਮੈਥ ਮਾਸਟਰ ਟੋਰਾਂਟੋ। ਮੈਂ ਪਹਿਲਾਂ ਸਾਇੰਸ ਮਾਸਟਰ ਰਹਿ ਚੁੱਕਿਆ ਤੇ ਪ੍ਰੋਫੈਸਰ ਗੁਰਭਜਨ ਗਿੱਲ ਦਰਾਹੇ, ਉਸ ਤੋਂ ਬਾਅਦ ਜਗਰਾਓਂ, ਤੇ ਉਸ ਤੋਂ ਬਾਅਦ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਦੇ ਟੀਚਰ ਰਹਿ ਚੁੱਕੇ ਆ। ਤੇ ਚੰਗੀ ਖੇਤੀ ਉੱਥੋਂ ਮੈਗਜ਼ੀਨ ਨਿਕਲਦਾ ਸੀ, ਉਹਦੇ ਵਿੱਚ ਇਹ ਸੰਪਾਦਕ ਰਹਿ ਚੁੱਕਿਆ ਕਾਫੀ ਲੰਬਾ ਸਮਾਂ। ਸਾਡੇ ਗੌਰਮੈਂਟ ਕਾਲਜ ਲੁਧਿਆਣੇ ਦੇ ਵੀ ਇਹ ਸੰਪਾਦਕ ਰਹੇ ਆ ਉੱਥੋਂ ਦੇ ਮੈਗਜ਼ੀਨ ਦੇ। ਤੇ ਇਹਨਾਂ ਦੀ ਬੜੀ ਹੈਗੀ ਆ ਸਾਡੀ ਸੱਭਿਆਚਾਰ ਨੂੰ ਦੇਣ ਆ। ਤੇ ਮੈਂ ਹੁਣ ਗੁਰਭਜਨ ਗਿੱਲ ਜੀ ਹੁਣਾਂ ਨਾਲ ਪਹਿਲਾਂ ਜਿਹੜਾ ਅੱਜ ਦਾ ਭਖਿਆ ਮੁੱਦਾ ਵਾ, ਉਹਦੇ ਬਾਰੇ ਮੈਂ ਅੱਜ ਇਹਨਾਂ ਤੋਂ ਜਾਣਨਾ ਚਾਹੁੰਦਾ ਵੀ ਕਦੇ 4 ਤਰੀਕ ਦੀ ਮੀਟਿੰਗ ਹੋ ਗਈ, 7ਵੀਂ ਹੁਣ 8ਵੀਂ ਮੀਟਿੰਗ ਹੋਣੀ ਆ, ਵੀ ਇਹਦੇ ਬਾਰੇ ਤੁਹਾਨੂੰ ਕੀ ਲੱਗਦਾ ਵੀ ਇਹ ਕਿਸੇ ਤਣ ਪੱਤਣ ਲੱਗੂ, ਜਾਂ ਵੀ ਉਹ ਆਪਣੇ ਕਿਸਾਨਾਂ ਦੀ ਆ ਜਿਹੜੀ ਉੱਥੇ ਬੱਸ ਕਰਾਉਣ ਲੱਗੇ ਹੋਏ ਆ, ਵੀ ਇਹਨਾਂ 'ਚ ਦੇਖਦੇ ਕਿੰਨਾ ਕਦਾਮਾ ਇਹਨਾਂ ਦੇ ਵਿੱਚ ਪਾਟੋ ਧੜ ਕਦੋਂ ਹੁੰਦੀ ਆ। ਤੇ ਵੀ ਇਹਦੇ ਬਾਰੇ ਸਾਨੂੰ ਥੋੜਾ ਜਿਹਾ, ਕਿਉਂਕਿ ਤੁਸੀਂ ਉੱਥੇ ਧਰਤੀ ਦੇ ਉੱਤੇ ਉਸ ਤੇ ਰਹਿ ਰਹੇ ਹੋ ਇਸ ਵਕਤ, ਤੇ ਉਹਨਾਂ ਦੇ ਬਾਰੇ ਸਾਨੂੰ ਜਾਣਕਾਰੀ ਦਿਓ ਗਿੱਲ ਸਾਹਿਬ। ਸਰਦਾਰ ਅਜੀਤ ਸਿੰਘ ਭੱਠਲ, ਮੇਰੇ ਪਿਆਰੇ ਨਿੱਕੇ ਵੀਰ, ਔਰ ਅਮਰਜੀਤ ਸਿੰਘ ਸੈਕਰਾਮੈਂਟੋ ਤੋਂ, ਔਰ ਰੁਪਿੰਦਰ ਸਿੰਘ ਉੱਪਲ, ਜਿਹੜੇ ਬਹੁਤ ਪਿਆਰੇ ਸੱਜਣ ਪਿਆਰੇ, ਜਿਵੇਂ ਦੱਸਿਆ ਉਹਨਾਂ ਨੇ ਕਿ ਉਹ ਸੰਗਰੂਰ ਔਰ ਪਟਿਆਲਾ ਦੇ ਵਿੱਚ ਪੜ੍ਹਦੇ ਰਹੇ ਨੇ, ਹਿਸਾਬ ਦੇ ਅਧਿਆਪਕ ਨੇ। ਜਾਂ
ਮੇਰਾ ਵੀਰ ਬਲਜਿੰਦਰ ਸਿੰਘ ਉੱਬੀ ਜਿਹੜੇ ਲੁਧਿਆਣੇ ਨੂੰ ਬਿਲੋਂਗ ਕਰਦੇ ਆ, ਇਹਨਾਂ ਸਾਰੇ ਦੋਸਤਾਂ ਰਾਹੀਂ ਮੈਂ ਫੇਸਬੁੱਕ ਦੇ ਰਾਹੀਂ ਇਸ ਵਕਤ ਜਿੰਨੇ ਦੋਸਤ ਪਿਆਰੇ ਮਿਲੇ ਹੋਏ ਨੇ, ਜੁੜੇ ਹੋਏ ਨੇ, ਉਹਨਾਂ ਸਾਰਿਆਂ ਦਾ ਸਵਾਗਤ ਕਰਦਾ ਔਰ ਧੰਨਵਾਦੀ ਹਾਂ ਕਿ ਉਹ ਸਵੇਰ ਸਾਰ ਮੇਰੀਆਂ ਗੱਲਾਂ, ਭਾਵੇਂ ਤੁਹਾਡੀ ਸ਼ਾਮ ਹੈ ਇੱਥੇ, ਪਰ ਇੰਟਰਨੈਸ਼ਨਲ ਲੈਵਲ ਤੇ ਪਤਾ ਨਹੀਂ ਕਿੱਥੇ ਦੁਪਹਿਰ ਹੈ ਕਿੱਥੇ ਸਵੇਰ ਹੈ। ਇਸ ਵਕਤ ਇੰਟਰਨੈਟ ਤੇ ਬੜਾ ਨਿੱਕਾ ਕਰ ਦਿੱਤਾ ਸੰਸਾਰ ਸਾਰਾ। ਜਿਹੜੀ ਗੱਲ ਅਜੀਤ ਹੋਰਾਂ ਨੇ ਕੀਤੀ ਉਹ ਇਹ ਆ ਕਿ ਪਹਿਲੇ ਦਿਨ ਤੋਂ ਹੀ, ਜਦ ਤੋਂ ਲੈ ਕੇ ਖੇਤੀਬਾੜੀ ਦਾ ਕਿੱਤਾ ਸ਼ੁਰੂ ਹੋਇਆ, ਇਹ ਸੰਘਰਸ਼ ਦੇ ਹੀ ਰੂਬਰੂ ਰਿਹਾ, ਕਿਉਂਕਿ ਇਸ ਨੂੰ ਕੱਲੀ ਮਾਰ ਹਕੂਮਤਾਂ ਦੀਆਂ ਨੀਤੀਆਂ ਨਾਲ ਨਹੀਂ ਪੈਂਦੀ ਰਹੀ, ਇਸ ਨੂੰ ਕੁਦਰਤ ਸਭ ਤੋਂ ਵੱਡੀ ਇਹਦੀ ਵੈਰਨ ਰਹੀ ਹੈ ਔਰ ਉਹੀ ਉਹਦੀ ਸਭ ਤੋਂ ਵੱਡੀ ਸਹਿਯੋਗੀ ਰਹੀ ਹੈ। ਤੁਸੀਂ ਸਾਰਿਆਂ ਨੇ ਕਿਤੇ ਨਾ ਕਿਤੇ ਜ਼ਰੂਰ ਪੜ੍ਹਿਆ ਹੋਏਗਾ ਜਦੋਂ ਉਹ ਗੱਲ ਕਰਦਾ ਸੀ ਧਨੀ ਰਾਮ ਚਾਤਰਿਕ ਕੇ ਪੱਕੀ ਖੇਤੀ ਵੇਖ ਕੇ ਗਰਵ ਕਰੇ ਕਿਸਾਨ, ਵਾਓ ਝੱਖੜੋਂ ਝੋਲਿਓਂ ਘਰ ਆਵੇ ਤਾਂ ਜਾਣ। ਉਦੋਂ ਪਹਿਲਾਂ ਜੇ ਪਿੱਛੇ ਜਾਂਦੇ ਆ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਆਪ ਖੇਤੀਬਾੜੀ ਕੀਤੀ ਹੋਏਗੀ ਤਾਂ ਉਹਨਾਂ ਨੇ ਮਨਹਾਲੀ ਕਿਸਾਨੀ ਕਰਨੀ ਦੀ ਗੱਲ ਕੀਤੀ ਜਦੋਂ, ਤੇ ਉਹਨਾਂ ਵਕਤਾਂ ਦੇ ਵਿੱਚ 17 ਸਾਲ ਲਗਾਤਾਰ ਵਾਹੀ ਜੋਤੀ ਜਦੋਂ ਕੀਤੀ ਹੈ ਤਾਂ ਸਿਆੜਾਂ 'ਚ ਇਕੱਲਾ ਦਾਣਾ ਹੀ ਨਹੀਂ ਬੀਜਿਆ, ਗਿਆਨ ਬੀਜਿਆ, ਨਾਲ ਦੀ ਨਾਲ ਉਹਨਾਂ ਨੇ ਸਿਧਾਂਤ ਬੀਜਿਆ ਜਿਹੜਾ ਜਪਜੀ ਸਾਹਿਬ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਆਉਂਦਾ। ਔਰ ਉਸ ਦੇ ਵਿੱਚ ਸਭ ਤੋਂ ਇੰਪੋਰਟੈਂਟ ਚੀਜ਼ ਉਹ ਇਹ ਆ ਕਿ ਕਿਰਤ ਕਰਨ ਦੇ ਨਾਲ ਨਾਲ ਵੰਡ ਛਕਣ ਦੀ ਪ੍ਰਵਿਰਤੀ ਔਰ ਨਾਮ ਜਪਣ ਦਾ ਸਿਧਾਂਤ ਜਿਹੜਾ ਉਹ ਤਿੰਨਾਂ ਦਾ ਸੁਮੇਲ ਕੀਤਾ। 500 ਤੇ 50 ਸਾਲ ਉਹਨਾਂ ਦੀ ਜ਼ਿੰਦਗੀ ਦੇ ਬੀਤੇ ਨੇ, ਪਰ ਉਹਨਾਂ ਦੇ ਵਿੱਚੋਂ ਸੁਚੇਤ ਉਮਰ ਜਿਹੜੀ ਉਹਨਾਂ ਦੀ ਖੇਤੀਬਾੜੀ ਨਾਲ ਸੰਬੰਧਿਤ ਉਮਰ ਹੈ ਉਹ ਲਗਭਗ ਸਮਝ ਲਓ ਕਿ 500 ਸਾਲ ਬਣਦੀ ਹੈ ਜਦੋਂ ਉਹਨਾਂ ਨੇ ਖੇਤੀਬਾੜੀ ਦਾ ਸੰਦੇਸ਼ ਸਾਨੂੰ ਦੇਣਾ ਸ਼ੁਰੂ ਕੀਤਾ। ਇਸ ਧਰਤੀ ਦੇ ਸਾਈਂ ਪਹਿਲੀ ਵਾਰ ਆਰਗੇਨਾਈਜ਼ ਹੋਏ ਜਦੋਂ 12 ਆਬਾਦ ਹੋਣ ਤੋਂ ਬਾਅਦ ਚ ਅੰਗਰੇਜ਼ ਨੇ ਕਿਹਾ ਕਿ ਤੁਹਾਡਾ ਇਸ ਜ਼ਮੀਨ ਦੇ ਉੱਤੇ ਮਾਲੀ ਸਾਨੂੰ ਮਾਲੀਆ ਦੇਣ ਦਾ ਇੱਕ ਫਰਜ਼ ਬਣਦਾ ਹੈ, ਕਿਉਂਕਿ ਅਸੀਂ ਤੁਹਾਨੂੰ ਜ਼ਮੀਨਾਂ ਦਿੱਤੀਆਂ ਨੇ। ਔਰ ਜਿਨ੍ਹਾਂ ਨੇ ਸੱਪਾਂ ਦੇ ਸਿਰੀਆਂ ਮਿੱਧੀਆਂ ਸੀ, ਜਿਨ੍ਹਾਂ ਨੇ ਜੰਡ ਕਰੀਰ ਵੱਢੇ ਸੀ ਤੇ ਜਿਨ੍ਹਾਂ ਨੇ ਜ਼ਮੀਨਾਂ ਆਬਾਦ ਕੀਤੀਆਂ ਸੀ, ਸਾਰੀ ਜ਼ਿੰਦਗੀ ਲਾ ਕੇ, ਪੁਸ਼ਤਾਂ ਲਾ ਕੇ, ਉਹਨਾਂ ਲੋਕਾਂ ਨੇ ਕਿਹਾ ਕਿ ਤੂੰ ਭਾਈ ਇਹ ਕੰਮ ਜਿਹੜਾ ਸ਼ੁਰੂ ਕੀਤਾ ਇਹ ਬਹੁਤਾ ਠੀਕ ਨਹੀਂ ਹੈਗਾ ਤੇ ਤੂੰ ਸਾਨੂੰ ਇਸ ਗੱਲ ਤੋਂ ਮੁਕਤ ਰੱਖ, ਅਸੀਂ ਤੈਨੂੰ ਇਹ ਮਾਲੀਆ ਨਹੀਂ ਦੇਣਾ। ਉਹਦਾ ਰੀਜ਼ਨ ਇਹ ਆ ਕਿ ਸਾਨੂੰ ਜਦੋਂ ਆਬਾਦ ਕੀਤਾ ਸਾਡੇ ਇਹੋ ਜਿਹੀ ਕੋਈ ਕਮਿਟਮੈਂਟ ਨਹੀਂ ਸੀ ਕੀਤੀ। ਉਸ ਤੋਂ ਪਿੱਛੇ ਜੇ ਜਾਂਦੇ ਆ ਤਾਂ ਸਾਨੂੰ ਗੁਰੂ ਨਾਨਕ ਪਾਤਸ਼ਾਹ ਦੇ ਸਮਕਾਲੀਆਂ ਦੇ ਵਿੱਚੋਂ ਦੁੱਲਾ ਭੱਟੀ ਯਾਦ ਆਉਂਦਾ, ਜਿਹਨੇ ਪਹਿਲੀ ਵਾਰ ਜਦੋਂ 12 ਦੇ ਵਿੱਚੋਂ ਉਹਨੇ ਲਗਾਉਣਾ ਸ਼ੁਰੂ ਕੀਤਾ ਅਕਬਰ ਬਾਦਸ਼ਾਹ ਨੇ, ਤੇ ਅਕਬਰ ਬਾਦਸ਼ਾਹ ਦੇ ਨਾਲ ਜੇ ਪਹਿਲੀ ਵੰਗਾਰ ਇਸ ਧਰਤੀ ਤੇ ਕਿਸੇ ਕਿਸਾਨ ਨੇ ਦਿੱਤੀ ਤਾਂ ਉਹ ਦੁੱਲਾ ਸੀ, ਜਿਹੜਾ ਭੱਟੀਆਂ ਦਾ ਰਾਠ ਪੁੱਤਰ ਸੀ। ਔਰ ਦੁੱਲੇ ਦੇ ਵੀ ਦਾਦੇ ਫਰੀਦ ਨੇ, ਔਰ ਫਰੀਦ ਤੋਂ ਬਾਅਦ ਉਸ ਦੇ ਬਾਬਲ ਨੇ, ਔਰ ਫਰੀਦ ਤੱਕ ਤੁਰਦੇ ਆਪਣੇ ਦੁੱਲੇ ਭੱਟੀ ਤੱਕ ਇੱਕ ਉਹ ਵੰਗਾਰ ਦੀ ਲੜਾਈ ਦੀ ਸਿਧਾਂਤ ਦੀ ਜਿੱਤ ਵਾਲੇ ਰਾਹ ਤੁਰਨ ਦਾ ਦਿੱਲੀ ਦੇ ਕਿੰਗਰੇ। ਤੇ ਭਾਵੇਂ ਠੀਕ ਹੈ ਕਿ ਉਦੋਂ ਦਿੱਲੀ ਅਜੇ ਦੇਸ਼ ਦੀ ਰਾਜਧਾਨੀ ਨਹੀਂ ਸੀ, ਪਰ ਦਿੱਲੀ ਇੱਕ ਸੱਤਾ ਦਾ ਸਿੰਬਲ ਜ਼ਰੂਰ ਸੀ। ਔਰ ਭਾਜੜ ਤੱਕ ਲਾਹੌਰ ਦੀ ਪਾਉਣ ਦੀ ਗੱਲ ਵੀ ਪਹਿਲੀ ਵਾਰ ਦੁੱਲੇ ਨੇ ਇਸ ਧਰਤੀ ਤੇ ਕੀਤੀ, ਜਿਹੜਾ ਹੁਣ ਤੱਕ ਅਸੀਂ ਪ੍ਰਤੀਕ ਵਰਤਦੇ ਆ ਰਹੇ ਹਾਂ, ਉਹ ਅੱਜ ਤੱਕ ਸਾਡੀ ਸ਼ਕਤੀ ਹੈ। ਉਵੇਂ ਜਿਵੇਂ ਦਸ਼ਮੇਸ਼ ਪਿਤਾ ਦਾ ਸੰਦੇਸ਼ ਚੱਲਦਾ ਸਾਡੇ ਸਾਹਮਣੇ ਕਿ ਚੂੰਕਾਰ ਹਜ਼ਮ ਹੀਲ ਤੇ ਦਰਗਜਸ਼ਤ ਹਲਾਲ ਵਸਤਨ ਅਸਤਬਰਦਨ ਬਾਸ਼ਮਸ਼ੀਰ ਦਸਤ, ਕਿ ਜਦੋਂ ਸਾਰੇ ਧਿਰ ਉਪਾਅ ਹਾਰ ਜਾਂਦੇ ਨੇ ਉਦੋਂ ਤਲਵਾਰ ਦੀ ਵਰਤੋਂ ਜਾਇਜ਼ ਹੈ। ਪਰ ਤਲਵਾਰ ਦੀ ਵਰਤੋਂ ਨਾਲ ਜਿਹੜਾ ਪੰਜਾਬ ਨੇ ਸੰਤਾਪ ਝੱਲਿਆ, ਖਾਸ ਕਰਕੇ 20ਵੀਂ ਸਦੀ ਦੇ ਵਿੱਚ 1978 ਤੋਂ ਲੈ ਕੇ 1992-93 ਤੱਕ, ਉਸ ਦਾ ਸੇਕ ਅਜੇ ਵੀ ਸਾਨੂੰ ਚੇਤੇ ਆ। ਔਰ ਸ਼ਾਇਦ ਉਹੀ ਇਸ ਸੰਘਰਸ਼ ਦੇ ਮਗਰਲੇ ਪਾਸੇ ਬੈਠਾ ਹੈ ਜਿਹੜਾ ਸਾਨੂੰ ਅੱਜ ਵੀ ਸ਼ਾਂਤਮਈ ਰਹਿਣ ਦੀ, ਜਦ ਕਿ ਅਥਰੇ ਦਰਿਆ ਕਦੇ ਸ਼ਾਂਤ ਨਹੀਂ ਹੁੰਦੇ, ਹਮੇਸ਼ਾ ਉਫਣਦੇ ਨੇ, ਹਮੇਸ਼ਾ ਉਹ ਆਪਣੇ ਉਚਾਈਆਂ ਨੁਆਈਆਂ ਦੇਖਦੇ ਦੇਖਦੇ ਗਾਂਹ ਤੁਰਦੇ ਨੇ, ਵੱਧਦੇ ਨੇ। ਲਹਿਰ ਵੀ ਇਸੇ ਤਰ੍ਹਾਂ ਨਾਲ ਹੀ ਹੁੰਦੀ ਹੈ। ਅਜੀਤ ਆਪ ਕਿਉਂਕਿ ਲਹਿਰਾਂ ਦਾ ਯੋਧਾ ਰਿਹਾ, ਇਸ ਵਕਤ ਮੇਰੇ ਸਾਹਮਣੇ ਰੂਬਰੂ ਹੈ, ਔਰ ਅਜੀਤ ਜਾਣਦਾ ਕਿ ਜਿਹੜੇ ਸਾਡੇ ਸੰਘਰਸ਼ੀਲ ਯੋਧੇ ਹੁੰਦੇ ਨੇ ਉਹਨਾਂ ਨੂੰ ਜ਼ਬਤ ਵਿੱਚ ਰੱਖਣਾ ਐਡਾ ਸੌਖਾ ਨਹੀਂ ਹੁੰਦਾ, ਉਹਨਾਂ ਦੀ ਨੱਥ ਖਿੱਚ ਕੇ ਰੱਖਣੀ ਪੈਂਦੀ ਹੈ, ਔਰ ਕਈ ਵਾਰ ਉਹ ਨੱਥ ਤੁੜਾ ਵੀ ਜਾਂਦੇ ਆ। ਪਰ ਜਿਹੜੀ ਹਕੂਮਤ ਨਾਲ ਮੱਥਾ ਲੱਗਿਆ ਹੋਇਆ, ਜਿਵੇਂ ਕਹਿੰਦੇ ਪੱਥਰ ਨਾਲ ਨਿਉ ਲਾ ਬੈਠੀ, ਨਾ ਹੱਸੇ ਨਾ ਬੋਲੇ, ਉਵੇਂ ਇਹ ਆ ਕਿ ਜਿਹੜਾ ਇਸ ਵਕਤ ਅਸਲ ਮਸਲਾ ਆ ਉਹ ਇਹ ਆ ਕਿ ਡਾਇਲਾਗ ਪਹਿਲਾਂ ਤਾਂ ਡੈਡ ਸੀ। ਉਹ ਇਹਨਾਂ ਨੂੰ ਕੋਈ ਸ਼ਾਇ ਨਹੀਂ ਸੀ ਸਮਝਦੇ ਕਿ ਇਹ ਮੁੱਠੀ ਭਰ ਲੋਕ ਨੇ ਜਿਹੜੇ ਪ੍ਰੇਰਿਤ ਨੇ ਖਾਸ ਪੋਲੀਟੀਕਲ ਆਈਡੀਓਲੋਜੀ ਦੇ ਜਾਂ ਇੱਕ ਖਾਸ ਸੋਚ ਧਾਰਾ ਦੇ ਸਵਾਮੀ ਨੇ। ਇਹਨਾਂ ਲੋਕਾਂ ਨਾਲ ਗੱਲ ਕਰਨ ਦੀ ਬਹੁਤੀ ਲੋੜ ਨਹੀਂ, ਆਪੇ ਮੜ ਜਾਣਗੇ ਅੱਗੇ। ਪਹਿਲਾਂ ਤਾਂ ਇਸ ਤਰ੍ਹਾਂ ਨਾਲ ਜਦੋਂ ਪਟੜੀਆਂ ਤੇ ਬੈਠੇ, ਉਹਨਾਂ ਨੂੰ ਇਸ ਮਾਈਟ ਦਾ, ਇਸ ਸ਼ਕਤੀ ਦਾ ਅਹਿਸਾਸ ਹੀ ਨਹੀਂ ਸੀ ਕਿ ਇਹ ਸ਼ਕਤੀ ਕਿਸੇ ਵੇਲੇ ਲੋਕ ਸ਼ਕਤੀ ਰੂਪ ਚ ਉੱਭਰ ਕੇ ਸਾਡੇ ਸਾਹਮਣੇ ਇੱਕ ਵੰਗਾਰ ਬਣ ਸਕਦੀ ਹੈ। ਉਸ ਤੋਂ ਬਾਅਦ ਜਦੋਂ ਉਹਨਾਂ ਨੇ ਮਾਰਚ ਕੀਤਾ ਦਿੱਲੀ ਵੱਲ ਨੂੰ, ਤਾਂ ਜਿਸ ਕਿਸਮ ਦੀਆਂ ਰੋਕਾਂ ਰੁਕਾਵਟਾਂ ਬੇਸ਼ਰਮੀ ਨਾਲ ਹਰਿਆਣਾ ਸਰਕਾਰ ਨੇ ਲਾਈਆਂ,
ਪਾਣੀ ਦੀਆਂ ਵਿਛਾੜਾਂ ਸਾਡੇ ਬਿਰਧ ਬਾਬਿਆਂ ਦੇ ਉੱਤੇ ਮਾਰੀਆਂ, ਬੱਚਿਆਂ ਦੇ ਉੱਤੇ ਮਾਰੀਆਂ, ਉਹ ਆਪਣੇ ਆਪ ਦੇ ਵਿੱਚ ਇੱਕ ਜ਼ਾਲਮਾਨਾ ਵਿਹਾਰ ਹੈ ਜਿਹੜਾ ਕਿਸੇ ਵੀ ਲੋਕਤੰਤਰੀ ਨਿਜ਼ਾਮ ਦੀ ਸਰਕਾਰ ਤੋਂ ਬੰਦਾ ਆਸ ਨਹੀਂ ਕਰਦਾ। ਪਰ ਕਿਉਂਕਿ ਉਹਨਾਂ ਦੇ ਆਪਣੇ ਸਿਸਟਮਸ ਨੇ, ਸਰਕਾਰਾਂ ਨੇ ਆਪਣੇ ਮੁਤਾਬਕ ਚੱਲਣਾ ਹੁੰਦਾ, ਲੋਕਾਂ ਨੇ ਆਪਣੇ ਮੁਤਾਬਕ ਕਾਨੂੰਨ ਤੋੜਨੇ ਹੁੰਦੇ ਨੇ। ਕਾਨੂੰਨ ਤਾਂ ਕਾਹਦਾ, ਕਾਨੂੰਨ ਤਾਂ ਦਿੱਲੀ ਜਾਣਾ ਤੇ ਦਿੱਲੀ ਜਾਣਾ ਤੇ GT ਰੋਡ ਤੇ ਜਾਣਾ, ਕਿਹੜਾ ਉਹਨਾਂ ਨੇ ਕਿਸੇ ਦੇ ਘਰਾਂ 'ਚ ਵੜਨਾ ਸੀ, ਜਾਂ ਜਿਨ੍ਹਾਂ ਨੇ ਪਿਛਲੇ 2 ਮਹੀਨੇ ਬਿਲਕੁਲ ਪਟੜੀਆਂ ਤੇ ਬਹਿ ਕੇ ਵੀ ਇੱਕ ਆਨੇ ਦਾ ਵੀ ਨੁਕਸਾਨ ਨਹੀਂ ਕੀਤਾ ਗਵਰਨਮੈਂਟ ਪ੍ਰਾਪਰਟੀ ਦਾ, ਉਹਨਾਂ ਲੋਕਾਂ ਨੂੰ ਜੇ ਅਮਨ ਚੈਨ ਨਾਲ ਜਾਣ ਦਿੰਦੇ ਰਾਮਲੀਲਾ ਮੈਦਾਨ ਦੇ ਵਿੱਚ, ਤੇ ਉਹਨਾਂ ਨੇ ਕੋਈ ਕਿਸੇ ਕਿਸਮ ਦਾ ਜਿਹਨੂੰ ਕਹਿੰਦੇ ਨੇ ਕੋਈ ਨੁਕਸਾਨ ਥੋੜਾ ਕਰਨਾ ਸੀ। ਪਰ ਕਿਉਂਕਿ ਅੜਿੱਕੇ ਪਾਏ ਗਏ, ਕਿਉਂਕਿ ਇਹਨਾਂ ਦੇ ਕੋਲ ਟ੍ਰੈਡੀਸ਼ਨ ਹੈ, ਹਰਿਆਣਾ ਵਾਲਿਆਂ ਕੋਲ 82 ਦੀ ਵੀ ਜਦੋਂ ਏਸ਼ੀਅਨ ਖੇਡਾਂ ਹੋਈਆਂ ਸੀ ਉਦੋਂ ਵੀ ਭਜਨ ਲਾਲ ਨੇ ਇਹੀ ਕਰਤੂਤ ਕੀਤੀ ਸੀ। ਔਰ ਹੁਣ ਮਨੋਹਰ ਲਾਲ ਖੱਟੜ ਭਜਨ ਲਾਲ ਦੇ ਰੂਪ ਜਦੋਂ ਆਇਆ ਤਾਂ ਉਸਨੇ ਸਿਰਫ ਰੋਕਾਂ ਹੀ ਨਹੀਂ ਲਾਈਆਂ, ਉਸ ਪਿਛਾੜਾ ਹੀ ਨਹੀਂ ਮਰਵਾਈਆਂ, ਸਿਰਫ ਗੈਸ ਜਿਹੜੇ ਦੂਸਰੇ ਧੂਆਂ ਉਧਾਰ ਕਰਨ ਵਾਲੇ ਜਿਹੜੇ ਨੇ ਬੰਬਸ ਹੀ ਨਹੀਂ ਚਲਾਏ, ਉਹਨੇ ਬੇਵਕੂਫੀਆਂ ਕੀਤੀਆਂ ਕਿ ਜਾ ਕੇ GT ਰੋਡ ਪਟਵਾ ਦਿੱਤੀ, ਖਾਈਆਂ ਬਣਵਾ ਦਿੱਤੀਆਂ। ਔਰ ਮੈਂ ਸਮਝਦਾ ਕਿ ਇਸ ਧਰਤੀ ਤੇ ਸਭ ਤੋਂ ਕਲੰਕਿਤ ਐਕਟ ਗਿਣਿਆ ਜਾਏਗਾ, ਖਾਸ ਕਰਕੇ ਇਸ ਮੂਵਮੈਂਟ ਦੇ ਵਿੱਚ, ਅਜੇ ਪਤਾ ਨਹੀਂ ਹੋਰ ਕਿਹੜੇ ਕਾਲੇ ਦਿਨ ਆਉਣੇ ਨੇ, ਉਹ 'ਚ ਇਹ ਗਿਣਿਆ ਜਾਏਗਾ ਕਿ GT ਰੋਡ ਹੀ ਪਟਵਾ ਦਿੱਤੀ ਬੁਲਡੋਜ਼ਰ ਲਾ ਕੇ। ਮਤਲਬ ਸਮਝ ਲਓ ਤੁਸੀਂ ਕਿ ਅੜਿੱਕਾ ਪਾਉਣ 'ਚ ਕੋਈ ਕਸਰ ਨਹੀਂ ਛੱਡੀ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਹੜੀਆਂ ਡਾਇਲੌਗ ਪਹਿਲਾਂ ਸ਼ੁਰੂ ਹੋਏ ਸੀ, ਉਹਨਾਂ ਡਾਇਲੌਗ ਦੇ ਵਿੱਚੋਂ ਆਮ ਬੰਦਾ ਜਿਹੜਾ ਉਹ ਸਮਝਦਾ ਕਿ ਡਾਇਲੌਗ ਜਦੋਂ ਕਰਨਾ ਪਹਿਲਾਂ ਬਿਊਰੋਕ੍ਰੇਸੀ ਕਰਦੀ ਹੁੰਦੀ ਹੈ, ਇਹ ਕੋਈ ਨਵੀਂ ਗੱਲ ਨਹੀਂ ਸੀ। ਪਰ ਕਿਉਂਕਿ ਸਾਡੇ ਕਿਸਾਨ ਨੇਤਾਵਾਂ ਦੀ ਇੱਛਾ ਇਹ ਸੀ ਕਿ ਸਰਕਾਰੀ ਹਕੂਮਤ ਦੇ ਜਿਹੜੇ ਕਰਿੰਦੇ ਨੇ, ਖਾਸ ਕਰਕੇ ਪੋਲੀਟੀਕਲ ਜਿਨ੍ਹਾਂ ਨੇ ਫੈਸਲੇ ਲੈਣੇ ਨੇ, ਸਾਡੇ ਸਾਹਮਣੇ ਉਹ ਬੈਠੇ ਹੋਣਗੇ ਤਾਂ ਉਸ ਗੱਲ ਦਾ ਕੋਈ ਅਰਥ ਹੈ। ਪਹਿਲੀ ਮੀਟਿੰਗ ਬਾਈਕਾਟ ਕਰਕੇ ਆ ਗਏ। ਉਸ ਤੋਂ ਬਾਅਦ ਵਿੱਚ ਜਿੰਨੀਆਂ ਮੀਟਿੰਗ ਦੇ ਦੌਰੇ ਚੱਲੇ, ਉਹਨਾਂ ਦੇ ਵਿੱਚ ਉਹਨਾਂ ਨੇ ਮਦ ਦਰ ਮਦ, ਪਰਤ ਦਰ ਪਰਤ ਦੱਸਿਆ ਕਿ ਇਹਨਾਂ 3 ਐਕਟਸ ਦੇ ਵਿੱਚ ਕਿੱਥੇ ਕਿੱਥੇ ਕਿਹੜੀ ਜਿਹੜੀ ਮਦ ਆ ਉਹ ਸਾਡਾ ਕੀ ਨੁਕਸਾਨ ਕਰ ਸਕਦੀ ਹੈ। ਉਹ ਹੁਣ ਜਦੋਂ ਕਨਵਿੰਸਿੰਗਲੀ ਸਾਰੀਆਂ ਮੀਟਿੰਗਸ ਕਰ ਲਈਆਂ, ਉਦੋਂ ਬਾਅਦ ਵਿੱਚ ਹੁਣ ਫੇਰ ਮੁੜ ਕੇ ਜਿਵੇਂ ਸਨੇਕ ਐਂਡ ਲੈਡਰ ਦੀ ਗੇਮ ਬੱਚੇ ਖੇਡਦੇ ਹੁੰਦੇ ਆ, ਮੁੜ ਘੁਮਾ ਕੇ ਫਿਰ ਉੱਥੇ ਅੱਛਾ ਹੁਣ ਦੱਸੋ ਜੀ, ਫਿਰ ਦੱਸੋ ਜੀ, ਫਿਰ ਇਹ 'ਚ ਨੁਕਸ ਕੀ ਹੈ ਜੀ। ਉਹ ਭਾਈ ਨੁਕਸ ਜਿਹੜੇ ਤੁਹਾਨੂੰ ਲਿਖ ਕੇ ਦੇ ਚੁੱਕੇ ਨੇ, ਤੁਹਾਡੇ ਨਾਲ ਗੱਲ ਕਰ ਚੁੱਕੇ ਨੇ, ਤੁਹਾਡੇ ਨਾਲ ਹਰ ਸੂਰਤ ਦੇ ਵਿੱਚ ਹਰ ਜਾਣਕਾਰੀ ਦੇ ਚੁੱਕੇ ਨੇ, ਉਹਨਾਂ ਲੋਕਾਂ ਨੂੰ ਬਾਰ-ਬਾਰ ਇਹ ਗੱਲ ਕਿਉਂ ਪੁੱਛਦੇ ਹੋ? ਕਾਨੂੰਨ ਤੇ ਰੱਦ ਨਹੀਂ ਜੀ, ਹੁਣ ਚੇਂਜਸ ਜਿੰਨੀਆਂ ਮਰਜ਼ੀ ਕਰਵਾ ਲਓ। ਇਹ ਤੋਂ ਗੱਲ ਹੋ ਗਈ ਭਈ ਮੈਂ ਗੱਤੇ ਦਾ ਡੱਬਾ ਸਾਂਭੀ ਰੱਖਾਂ ਤੇ ਟੈਲੀਵਿਜ਼ਨ ਜਿਹੜਾ ਹੈਗਾ ਉਹਦੇ ਵਿੱਚ ਨੁਕਸ ਜਿਹੜਾ ਹੋਵੇ ਉਹ ਮਕੈਨਿਕ ਕੋਲ ਪਿਆ ਹੋਵੇ। ਡੱਬੇ ਨੂੰ ਮੈਂ ਥੋੜਾ ਚੱਟਣਾ ਥੋੜਾ ਉਹਨੂੰ ਮੈਂ। ਸੋ ਮੈਨੂੰ ਇਹ ਲੱਗਦਾ ਅਜੀਤ, ਜਿਹੜੀ ਤੁਸੀਂ ਸਵਾਲ ਕੀਤਾ ਕਿ ਲਮਕਾਉਣ ਦੀ ਅਵਸਥਾ ਹੈ, ਮੈਨੂੰ ਲੱਗਦਾ ਕਿ ਹੈਂਡਲਿੰਗ ਜਿਹੜੀ ਹੈਗੀ ਹੈ ਉਹ ਪੋਲੀਟੀਕਲ ਵਿਲ ਨਾਲ ਨਹੀਂ ਹੋ ਰਹੀ, ਉਹ ਉਹਨਾਂ ਐਡਮਿਨਿਸਟ੍ਰੇਟਿਵ ਟੂਲਸ ਨਾਲ ਹੋ ਰਹੀ ਹੈ ਜਿਹੜੇ ਟੂਲਸ ਪਹਿਲਾਂ ਹੀ ਨਿਖਿੱਧ ਸਾਬਤ ਹੋ ਚੁੱਕੇ ਨੇ ਇਸ ਮੁਲਕ ਦੇ ਵਿੱਚ। ਜੇ ਇਹ ਨਿਖਿੱਧ ਨਾ ਹੁੰਦੇ ਤਾਂ ਸ਼ਾਇਦ ਇੰਨੀ ਵੱਡੀ ਸਰਦਾਰੀ ਜਿਹੜੀ ਖਾਸ ਕਰਕੇ ਇਸ ਵਕਤ ਕਾਰਪੋਰੇਟ ਘਰਾਣਿਆਂ ਦੀ ਬਣਦੀ ਜਾ ਰਹੀ ਹੈ ਉਹ ਨਾ ਬਣਦੀ। ਹੁਣ ਜਿਹੜਾ ਵੀ ਕੋਈ ਬਿਊਰੋਕਰੇਟ ਰਿਟਾਇਰ ਹੁੰਦਾ ਉਹ ਹੀ ਕਿਸੇ ਨਾ ਕਿਸੇ ਕਾਰਪੋਰੇਟ ਘਰਾਣੇ ਦੇ ਐਡਵਾਈਜ਼ਰੀ ਬੋਰਡ ਤੇ ਚਲਾ ਜਾਂਦਾ। ਜਿਹੜਾ ਵੱਡਾ ਇਕੋਨੋਮਿਸਟ ਨੀਤੀ ਆਯੋਗ ਚੋਂ ਜਾਂ ਪਲੈਨਿੰਗ ਬੋਰਡ ਚੋਂ ਰਿਟਾਇਰ ਹੁੰਦਾ ਉਹ ਉਹਨਾਂ ਦੇ ਬੋਰਡ ਆਫ ਐਡਵਾਈਜ਼ਰ ਤੇ ਚਲਾ ਜਾਂਦਾ। ਸੋ ਕੁਦਰਤੀ ਗੱਲ ਹੈ ਕਿ ਉਹ ਬੜੀ ਪੁਰਾਣੀ ਗੱਲ ਹੈ। ਮੇਰਾ ਦੋਸਤ ਹੈ ਅਮਰਜੀਤ ਭੁੱਲਰ, ਇੱਥੇ ਇਕਨੋਮਿਕਸ ਦਾ ਪ੍ਰੋਫੈਸਰ ਹੁੰਦਾ ਸੀ, ਅੱਜ ਕੱਲ ਪ੍ਰਿੰਸ ਜਾਰਜ ਯੂਨੀਵਰਸਿਟੀ ਪ੍ਰੋਫੈਸਰ ਹੈ ਕੈਨੇਡਾ 'ਚ। ਉਹ ਜਦੋਂ ਪਹਿਲੀ ਵਾਰ ਬਿਲ ਕਲਿੰਟਨ ਇੱਥੇ ਆਇਆ ਹਿੰਦੁਸਤਾਨ 'ਚ ਤਾਂ ਉਹਦੀ ਕਲਾਸ ਦੀਆਂ ਬੱਚੀਆਂ ਪੁੱਛਣ ਲੱਗ ਗਈਆਂ, ਕਹਿੰਦੇ ਸਰ ਬਿਲ ਕਲਿੰਟਨ ਦੇ ਆਉਣ ਦਾ ਕੋਈ ਸਾਨੂੰ ਫਾਇਦਾ ਹੋਵੇਗਾ, ਭਾਰਤ ਨੂੰ ਫਾਇਦਾ ਹੋਵੇਗਾ? ਕਹਿੰਦਾ ਬੇਟਾ ਮੈਨੂੰ ਤਾਂ ਤੁਸੀਂ ਕਮਲੀਆਂ ਲੱਗਦੀਆਂ, ਬਿਲ ਕਲਿੰਟਨ ਰਾਸ਼ਟਰਪਤੀ ਅਮਰੀਕਾ ਦਾ ਫਾਇਦਾ ਹਿੰਦੁਸਤਾਨ ਨੂੰ ਹੋਏਗਾ। ਇਹ ਸਿਧਾਂਤ ਕੀ ਹੋਇਆ? ਉਹ ਆਪਣੇ ਫਾਇਦੇ ਲਈ ਆਇਆ ਬੇਟੇ, ਸਾਡੇ ਫਾਇਦੇ ਲਈ ਥੋੜਾ ਆਇਆ। ਸੋ ਮੈਨੂੰ ਇਹ ਲੱਗਦਾ ਕਿ ਜਿਹੜੀ ਬਿਊਰੋਕ੍ਰੇਸੀ ਦੇ ਕਰਿੰਦੇ ਸਾਡੇ ਖਾਸ ਕਰਕੇ ਜਦੋਂ ਤਬਦੀਲ ਹੋ ਜਾਂਦੇ ਨੇ, ਬਿਊਰੋਕਰੇਟ ਬਣ ਜਾਂਦੇ ਨੇ, ਇਹਨਾਂ ਦੇ ਜਾ ਕੇ ਕਰਿੰਦੇ ਬਣ ਜਾਂਦੇ ਨੇ ਕਾਰਪੋਰੇਟ ਘਰਾਣਿਆਂ ਤੇ, ਉਹਨਾਂ ਦੇ ਹਿੱਤ ਪਾਲਦੇ ਆ ਔਰ ਫਿਰ ਸਿਆਸਤਦਾਨ ਨੂੰ ਸਮਝਾ ਦਿੰਦੇ ਨੇ ਕਿ ਸੱਤਾ ਪ੍ਰਾਪਤੀ ਵਾਸਤੇ ਇਹਨਾਂ ਦਾ ਪੈਸਾ ਤੇਰੇ ਕੰਮ ਆ ਸਕਦਾ। ਅੱਛਾ ਹੁਣ ਭਾਵੇਂ ਤੇ ਉਹਦੇ ਚ ਬੀਜੇਪੀ ਹੈ, ਭਾਵੇਂ ਉਹਦੇ ਚ ਕਾਂਗਰਸ ਆ, ਭਾਵੇਂ ਉਹਦੇ ਚ ਈਵਨ ਸਾਡੀਆਂ ਕਮਿਊਨਿਸਟ ਪਾਰਟੀਆਂ ਵੀ ਕਿਸੇ ਵੇਲੇ ਇਹਨਾਂ ਦੇ ਵਜ਼ੀਫੇ ਖਾਂਦੀਆਂ ਰਹੀਆਂ ਨੇ। ਮੈਂ ਆਪ ਅੱਖੀਂ ਦੇਖਿਆ ਲੁਧਿਆਣੇ ਦੇ ਵਿੱਚ ਕਿਵੇਂ ਕਮਿਊਨਿਸਟ ਪਾਰਟੀਆਂ ਨੂੰ ਕਰਪਟ ਕੀਤਾ ਇੱਥੋਂ ਦੇ ਹੌਜ਼ਰੀ ਉਦਯੋਗ ਵਾਲਿਆਂ ਨੇ ਜਦੋਂ ਰਸ਼ੀਆ ਨੂੰ ਮਾਲ ਜਾਂਦਾ ਹੁੰਦਾ ਸੀ। ਸੋ ਕਹਿਣ ਦਾ ਮਤਲਬ ਮੂੰਹ ਖਾਵੇ ਅੱਖਾਂ ਸ਼ਰਮਾਉਣ ਵਾਲੀ ਕਹਾਣੀ ਹੈ ਅਜੀਤ ਸਿੰਘ। ਜਿੰਨਾ ਚਿਰ ਕਾਰਪੋਰੇਟ ਘਰਾਣਿਆਂ ਨੂੰ ਸੇਕ ਨਹੀਂ ਲੱਗਦਾ ਉਹਨਾਂ ਚਿਰ ਗਵਰਨਮੈਂਟ ਆਫ ਇੰਡੀਆ ਨੇ ਆਪਣੀਆਂ ਨੀਤੀਆਂ 'ਚ ਤਬਦੀਲੀ ਲਿਆਉਣ ਦੇ ਰਾਹ ਨਹੀਂ ਤੁਰਨਾ। ਥੈਂਕ ਯੂ ਪ੍ਰੋਫੈਸਰ ਸਾਹਿਬ, ਤੁਸੀਂ ਆਪਣੇ ਕਮੈਂਟਸ ਦੇ ਵਿੱਚ ਇਹ ਆਖਿਆ ਵੀ ਜਦੋਂ ਤੁਸੀਂ ਸੰਘਰਸ਼ ਦੀ ਜਾਂ ਘੋਲ ਦੀ ਗੱਲ ਕਰ ਰਹੇ ਹੋ ਵੀ ਨੱਕ ਖਿੱਚ ਕੇ ਰੱਖਣੀ ਪੈਂਦੀ ਹੈ ਕਈ ਵਾਰੀ ਜਦੋਂ ਸੰਘਰਸ਼ ਦੇ ਵਿੱਚ, ਕਿਉਂਕਿ ਡਿਫਰੈਂਟ ਟਾਈਪ ਦੇ ਡਿਫਰੈਂਟ ਐਕਸਪੀਰੀਅੰਸ ਤੋਂ ਲੋਕ ਇਕੱਠੇ ਹੁੰਦੇ ਆ।
ਤੁਹਾਡਾ ਵੀ ਮੈਨੂੰ ਵੀ ਪਤਾ ਵੀ ਤੁਸੀਂ ਇਹਨੂੰ ਥੋੜਾ ਜਿਹਾ, ਕਿਉਂਕਿ ਅੱਜ ਜਿਹੜੇ ਉਹ ਰਵੀ ਸਿੰਘ ਨੇ ਖਾਲਸਾ ਏਡ ਵਾਲੇ, ਉਹਨਾਂ ਨੇ ਇੱਕ YouTube ਤੇ ਵੀਡੀਓ ਪਾਈ ਹੈ, ਸ਼ਾਇਦ ਹੋ ਸਕਦਾ ਤੁਸੀਂ ਵੀ ਸੁਣੀ ਹੋਵੇ। ਉਹਨਾਂ ਨੇ ਵੀ ਉਹਨਾਂ ਨੇ ਵੀ ਜਿਹੜਾ ਇਨਡਾਇਰੈਕਟਲੀ ਇਸ਼ਾਰਾ ਉਹ ਯੂਨੀਅਨਸ ਜਿਹੜੇ ਲੀਡਰ ਸਾਹਿਬਾਨ ਨੇ, ਜਿਹੜਾ ਕਿ ਬਹੁਤ ਬਾਖੂਬੀ ਨਾਲ ਮੇਰੇ ਹਿਸਾਬ ਦੇ ਵਿੱਚ ਜਿੰਨਾ ਮੈਂ ਐਨਾਲਿਸਿਸ ਕੀਤਾ, ਬਹੁਤ ਆਪਾਂ ਜਿਨ੍ਹਾਂ ਨੂੰ ਦੇਖਿਆ ਵੀ ਨਹੀਂ ਸੀਗਾ ਲੀਡਰ ਸਾਹਿਬਾਨ ਨੂੰ, ਬਹੁਤ ਬਾਖੂਬੀ ਨਾਲ ਉਹ ਆਪਣੇ ਐਕਸਪੀਰੀਅੰਸ ਤੋਂ ਕੰਮ ਕਰ ਰਹੇ ਨੇ ਔਰ ਇਹਨਾਂ ਸੰਗਠਨ ਨੂੰ ਔਰ ਅੱਗੇ ਤੋਰ ਰਹੇ ਨੇ। ਉਹ ਵਿਦਨ ਡਿਸਪਲਿਨ ਜਿਹੜਾ ਉੱਥੇ ਬੜਾ ਉਹਨਾਂ ਨੇ ਕਾਇਮ ਰੱਖਿਆ ਹੋਇਆ। ਤੇ ਉੱਤੋਂ ਜਿਵੇਂ ਤੁਸੀਂ ਰੱਖਿਆ ਵੀ, ਮੈਂ ਕਮੈਂਟ ਬੜਾ ਲਾਈਕ ਕੀਤਾ ਤੁਹਾਡਾ, ਨੱਥ ਖਿੱਚ ਕੇ ਰੱਖਣੀ ਪੈਂਦੀ ਆ। ਉਹਦੇ ਸੰਦਰਭ ਦੇ ਵਿੱਚ ਹੁਣ ਰਵੀ ਸਿੰਘ ਹੋਣਾ ਨੇ ਇੱਕ ਇਨਡਾਇਰੈਕਟਲੀ ਇਸ਼ਾਰਾ ਕੀਤਾ ਉਹਨਾਂ ਨੂੰ ਵੀ, ਜਿਹੜੇ ਬਾਹਰ ਕੁਝ ਨੌਜਵਾਨ ਲੀਡਰ ਨੇ ਵੀ, ਉਹਨਾਂ ਨੂੰ ਵੀ ਉਹਦਾ ਹਿੱਸਾ ਬਣਾਇਆ ਜਾਵੇ ਡਿਸੀਜਨ ਮੇਕਿੰਗ ਕਮੇਟੀ ਦਾ, ਤੇ ਉਹਨਾਂ ਨੂੰ ਨਾਲ ਲਿਜਾਇਆ ਜਾਵੇ, ਉਹਨਾਂ ਨਾਲ ਡੇਲੀ ਉਹਨਾਂ ਨਾਲ ਬਰੀਫਿੰਗਸ ਹੋਣ। what you think about it? So ਉਹਨਾਂ ਬਾਰੇ I think what I mean। ਰੁਪਿੰਦਰ, ਜਿਹੜੀ ਤੁਸੀਂ ਗੱਲ ਕੀਤੀ ਹੈ ਨਾ, ਉਹ ਇਹ ਆ ਕਿ ਜਿਹੜੇ ਡੈਮੋਕ੍ਰੈਟਿਕ ਵੇ ਨਾਲ ਜਥੇਬੰਦੀਆਂ ਕੰਮ ਕਰ ਰਹੀਆਂ ਨੇ, ਜਿਨ੍ਹਾਂ ਨੇ ਸਾਰਾ ਸਿਸਟਮ ਡਿਵੈਲਪ ਕੀਤਾ, ਕ੍ਰਾਈਸਿਸ ਨੂੰ ਸਮਝਿਆ, ਕ੍ਰਾਈਸਿਸ ਨੂੰ ਬਿਲਡ ਕੀਤਾ, ਰਾਇਆਮਾ ਨੂੰ ਤੋਰਿਆ, ਇੱਥੋਂ ਤੱਕ ਤੋਰਨ ਤੱਕ ਜਿਹੜੀਆਂ ਜਥੇਬੰਦੀਆਂ ਨੇ ਕੰਮ ਕੀਤਾ, ਉਹਨਾਂ ਲੋਕਾਂ ਦਾ ਰੋਲ ਉਹਨਾਂ ਇੰਡੀਵਿਜੂਅਲਸ ਨਾਲੋਂ ਕਿਤੇ ਉਚੇਰਾ ਆ। ਜਿਹੜੇ ਇੰਡੀਵਿਜੂਅਲ ਜਿਹੜੇ ਨੇ ਉਹ ਮਤਲਬ ਏਡੀ ਵੱਡੀ ਸ਼ਕਤੀ ਨਹੀਂ ਬਣ ਗਏ ਰਾਤੋਂ ਰਾਤ ਉੱਥੇ ਪਹੁੰਚ ਕੇ ਮੋਰਚੇ ਦੇ ਚਾਰ ਤੱਤੀਆਂ ਗੱਲਾਂ ਕਰਕੇ ਕਿ ਉਹਨਾਂ ਨੂੰ ਫੈਸਲਾ ਕਰਨ ਵਾਲੀ ਸਥਿਤੀ ਵਿੱਚ ਪਾਇਆ ਜਾਵੇ। ਵੇਖੋ, ਇੰਡੀਵਿਜੂਅਲ ਹਮੇਸ਼ਾ ਗਲਤੀ ਕਰ ਸਕਦਾ, ਇੰਡੀਵਿਜੂਅਲ ਹਮੇਸ਼ਾ ਵਿਕ ਸਕਦਾ, ਪਰ ਜਥੇਬੰਦਕ ਨਿਜ਼ਾਮ 'ਚ ਕੰਮ ਕਰਨ ਵਾਲਾ ਬੰਦਾ ਜਿਹੜਾ ਹੈਗਾ, ਖਾਸ ਕਰਕੇ ਜਦੋਂ 40 ਜਥੇਬੰਦੀਆਂ ਮੀਟਿੰਗ 'ਚ ਜਾਂਦੀਆਂ ਨੇ, ਉਹਨਾਂ 'ਚ 32-31 ਜਥੇਬੰਦੀਆਂ ਪੰਜਾਬ 'ਚ ਕੰਮ ਕਰਦੀਆਂ ਨੇ, ਉਹਨਾਂ ਦਾ ਇੱਕ ਇਨਬਿਲਟ ਸਿਸਟਮ ਆ ਜਿਹਦੇ ਵਿੱਚ ਇਹ ਆ ਕਿ ਉਹਨਾਂ ਦੇ ਆਪਸੀ ਟਕਰਾਓ ਕਈ ਵਾਰੀ ਡਿਸਿਪਲਿਨ ਰੱਖਣ 'ਚ ਵੀ ਕਾਮਯਾਬ ਹੋ ਰਹੇ ਨੇ। ਕਰੈਕਟ। ਇਹ ਨਹੀਂ ਹੈਗੀ ਗੱਲ ਇਕੱਲੀ ਕਿ ਮਤਲਬ ਉਹ ਬਹੁਤ ਰਾਤੋਂ ਰਾਤ ਇੰਨੇ ਯੋਜਨਾਬੱਧ ਹੋ ਗਏ। ਜੇ ਇੰਨਾ ਹੀ ਉਹਨਾਂ 'ਚ ਏਕਾ ਹੁੰਦਾ ਤਾਂ ਉਹ 31 ਕਿਉਂ ਹੁੰਦੇ? ਪਹਿਲੀ ਗੱਲ ਤੇ ਇਹ ਆ। ਹਾਂਜੀ ਹਾਂ, ਸਵਾਲ ਇਹ ਨਹੀਂ ਹੈਗਾ ਹੁਣ, ਕਿਉਂਕਿ ਸਾਡਾ ਜਿਹੜਾ ਖਤਰਾ ਪਿਆ ਹੋਇਆ ਉਹ ਪਿਆ ਹੋਇਆ ਸਾਡੇ ਹੋਂਦ ਨੂੰ, ਸਾਡੇ ਕਿਰਦਾਰ ਨੂੰ, ਸਾਡੀ ਐਗਰੀਕਲਚਰ ਬੇਸਡ ਇਕੋਨਮੀ ਨੂੰ, ਸਾਡੇ ਜੀਵਨ ਵਿਹਾਰ ਨੂੰ, ਕਿਉਂਕਿ ਐਗਰੀਕਲਚਰ ਆਪਣੇ ਆਪ ਦੇ ਵਿੱਚ ਇੱਕ ਪ੍ਰੋਫੈਸ਼ਨ ਨਹੀਂ ਹੈਗਾ। ਹਾਂਜੀ ਹਾਂ, ਇਹ ਜੀਵਨ ਜਾਚ ਹੈ, ਸਦੀਆਂ ਤੋਂ ਜੀਵਨ ਜਾਚ ਹੈ। ਔਰ ਜਿਨ੍ਹਾਂ ਲੋਕਾਂ ਨੂੰ ਸਿਰਫ ਖੇਤੀ ਹੀ ਕਰਨੀ ਆਉਂਦੀ ਹੈ, ਭਾਵੇਂ ਜ਼ਮੀਨ ਥੋੜੀ ਭਾਵੇਂ ਬਹੁਤੀ, ਉਹਨਾਂ ਜ਼ਮੀਨ ਦੀ ਖੇਤੀ ਹੀ ਕਰਨੀ ਆਉਂਦੀ ਹੈ। ਹੋਰ ਉਹਨਾਂ ਨੂੰ ਨਾ ਤਾਂ ਕਾਰਪੋਰੇਟ ਘਰਾਣਿਆਂ ਨਾਲ ਡਾਇਲਾਗ ਕਰਨਾ ਆਉਂਦਾ, ਨਾ ਉਹਨਾਂ ਨੂੰ ਮੰਡੀ 'ਚ ਜਾ ਕੇ ਆਪਣੀ ਲੁੱਟ ਨੂੰ ਬਚਾਉਣਾ ਆਉਂਦਾ। ਉਹ ਜਿਹੜਾ ਹੁਣ ਕੁਸ਼ਨ ਦੇ ਰਹੀਆਂ ਨੇ ਜਥੇਬੰਦੀਆਂ, ਦੇ ਰਹੀਆਂ ਨੇ ਵੱਖ-ਵੱਖ ਖੇਤਰਾਂ 'ਚ। ਹੁਣ ਜੇ ਫਰਜ਼ ਕੀਤਾ ਦੁਆਬੇ ਦੇ ਵਿੱਚ ਇੱਕ ਨੌਜਵਾਨ ਮਨਜੀਤ ਸਿੰਘ ਰਾਏ ਕਰ ਰਿਹਾ ਕੰਮ, ਮਾਝੇ ਦੇ ਵਿੱਚ ਤੁਹਾਡਾ ਸਤਨਾਮ ਸਿੰਘ ਪੰਨੂ ਕਰ ਰਿਹਾ, ਉਦੋਂ ਪਹਿਲਾਂ ਕਮਲਜੀਤ ਸਿੰਘ ਪੰਨੂ ਕਰਦਾ ਸੀ, ਜਾਂ ਕੁਛ ਜਥੇਬੰਦੀ ਸਤਨਾਮ ਸਿੰਘ ਹੋਰੀ ਨੇ ਜਨਾਲੇ ਵਾਲੇ, ਜਿਹੜੇ ਪਹਿਲਾਂ ਐਗਰੋਟੈਕ ਇਹਦੇ ਆਪਣੇ ਦੇ ਐਗਰੀਕਲਚਰ ਟੈਕਨੋਲੋਜਿਸਟਾਂ ਦੇ ਪ੍ਰਧਾਨ ਹੁੰਦੇ ਸੀ। ਹੁਣ ਇੱਧਰ ਮਾਲਵੇ ਦੇ ਵਿੱਚ ਇੱਕ ਨਹੀਂ ਅਨੇਕਾਂ ਜਥੇਬੰਦੀਆਂ ਨੇ। ਕਿਸੇ ਵਕਤ ਕੱਲੀ ਭੁਪਿੰਦਰ ਸਿੰਘ ਮਾਨ ਦੀ ਜਥੇਬੰਦੀ ਸੀ, ਕਿਸਾਨ ਯੂਨੀਅਨ ਸੀਗੀ। ਉਦੋਂ ਬਾਅਦ ਫਿਰ ਲੱਖੋਵਾਲ ਸਾਹਿਬ ਜਨਰਲ ਸੈਕਟਰੀ ਸੀਗੇ, ਉਹਨਾਂ ਨੇ ਵੱਖਰੀ ਬਣਾ ਲਈ। ਰਾਜੇਵਾਲ ਸਾਹਿਬ ਜਨਰਲ ਸੈਕਟਰੀ ਸੀ, ਇਹਦੇ ਨਾਲ ਭੁਪਿੰਦਰ ਸਿੰਘ ਮਾਨ ਨਾਲ, ਬਲਦੇਵ ਸਿੰਘ ਮੀਆਂਪੁਰ ਦੇ ਨਾਲ, ਇਹਨਾਂ ਨੇ ਆਪਣੀ ਵੱਖਰੀ ਬਣਾ ਲਈ। ਲੱਖੋਵਾਲ ਤੋਂ ਟੁੱਟ ਕੇ ਉਗਰਾਹਾਂ ਸਾਹਿਬ ਤੇ ਪਿਸ਼ੌਰਾ ਸਿੰਘ ਸਿੱਧੂਪੁਰ ਦੀ ਵੱਖਰੀ ਹੋ ਗਈ। ਉਹਦੇ ਵਿੱਚੋਂ ਟੁੱਟ ਕੇ ਬਲਕਾਰ ਸਿੰਘ ਡਕੌਂਦਾ ਦੀ ਹੋ ਗਈ। ਕਹਿਣ ਦਾ ਭਾਵ ਵੀ ਈਵਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਜਿਹੜੀ ਜਿਹਨੂੰ ਦਰਸ਼ਨਪਾਲ ਜੀ ਕਰ ਰਹੇ ਨੇ ਇਸ ਵਕਤ ਲੀਡ, ਉਹ ਵੀ ਇਹਨਾਂ ਦੇ ਸਾਥੀ ਸਹਿਯੋਗੀ ਪੁਰਾਣੇ ਰਹੇ ਨੇ। ਸੋ ਇਹ ਜਿਹੜੇ ਫਰਕ ਤੇ ਤਫਰਕ ਆਪਸ ਪੈਂਦੇ ਨੇ, ਇਹਦੇ ਬਾਵਜੂਦ ਜਦੋਂ ਕਾਮਨ ਐਨੀਮੀ ਹੋ ਜਾਂਦਾ, ਕਾਮਨ ਐਨੀਮੀ ਵਾਸਤੇ ਤੀਰ ਅੰਦਾਜ਼ੀ ਇਕੱਠਿਆਂ ਨੂੰ ਕਰਨੀ ਪੈਂਦੀ ਹੈ। ਲੋੜ ਸਮੇਂ ਦੀ ਲੋੜ ਬਣ ਜਾਂਦੀ ਹੈ। ਇਸ ਵਕਤ ਮਸਲਾ ਇਹ ਨਹੀਂ ਹੈਗਾ ਕਿ ਜਿਹੜੇ ਇੰਡੀਵਿਜੂਅਲਸ ਤੱਤੀਆਂ ਗੱਲਾਂ ਕਰਦੇ ਨੇ ਉਹਨਾਂ ਨੂੰ ਵਿੱਚ ਸ਼ਾਮਲ ਕੀਤਾ ਜਾਵੇ, ਉਹ ਸੁਭਾਅ ਹੀ ਨਹੀਂ ਰਲਦਾ। ਹਾਂਜੀ ਹਾਂ, ਤੁਸੀਂ ਆਖਣ ਨੂੰ ਤਾਂ ਰਵੀ ਸਿੰਘ ਖਾਲਸਾ ਕੰਮ ਕਰ ਰਹੇ ਨੇ, ਸੇਵਾ ਦਾ ਬਹੁਤ ਵੱਡਾ ਕੰਮ ਕਰ ਰਹੇ ਨੇ, ਪਰ ਉਹ ਸਿਧਾਂਤਕਾਰ ਨਹੀਂ ਹਨ। ਹਾਂਜੀ ਹਾਂ, ਜੇ ਕੀ ਸਿਧਾਂਤਕਾਰ ਨੇ ਤੇ ਉਹਨਾਂ ਦੀ ਐਡਵਾਈਸ ਜਿਹੜੀ ਮੰਨਣਯੋਗ ਹੈ, ਉਹਦਾ ਕਾਰਨ ਇਹ ਆ ਕਿ ਉਸ ਐਡਵਾਈਸ ਨੂੰ ਤਾਂ ਨਹੀਂ ਮੰਨਿਆ ਜਾ ਸਕਦਾ ਕਿ ਸੇਵਾ ਦਾ ਸਿਧਾਂਤ ਹੋਰ ਹੈ, ਸਿਆਸਤ ਦਾ ਸਿਧਾਂਤ ਹੋਰ ਹੈ, ਡਾਇਲਾਗ ਦੀ ਭਾਸ਼ਾ ਹੋਰ ਹੈ। ਡਾਇਲਾਗ ਦੀ ਭਾਸ਼ਾ ਦੇ ਵਿੱਚ ਇਹ 32 ਦੇ 32 ਨਹੀਂ ਬੋਲਦੇ ਜਾ ਕੇ, 40 ਦੀ 40 ਨਹੀਂ ਬੋਲਦੇ ਜਾ ਕੇ। ਇਹਨਾਂ ਦੇ ਵਿੱਚੋਂ ਆਪਣੇ 4 ਸਪੋਕਸਮੈਨ ਥਾਪੇ ਹੋਏ ਨੇ ਕਿ ਇਹੀ ਗੱਲ ਕਰਨਗੇ, ਪਰ ਕਿਉਂਕਿ ਉਹਨਾਂ ਦੀ ਹਾਜ਼ਰੀ 'ਚ ਗੱਲ ਹੋ ਰਹੀ ਹੁੰਦੀ, ਉਹਨੇ ਸਹਿਮਤੀ ਹੋ ਰਹੀ ਹੁੰਦੀ, ਇਸ ਕਰਕੇ ਉਸ 4 ਬੰਦਿਆਂ ਤੇ ਵੀ ਰਿਸਪਾਂਸਿਬਿਲਿਟੀ ਬੜੀ ਵੱਡੀ ਆਇਦ ਹੋ ਜਾਂਦੀ ਹੈ। ਹੁਣ ਮਸਲਾ ਕੀ ਬਣ ਗਿਆ, ਸਾਡੇ ਪੰਜਾਬੀ ਖੂਨ ਦੇ ਵਿੱਚ ਇੱਕ ਜਿਹੜੀ ਬੜੀ ਵੱਡੀ ਇੱਕ ਸ਼ਕਤੀ ਵੀ ਹੈ ਤੇ ਉਹੀ ਚੀਜ਼ ਸਾਡੀ ਲਿਮਿਟੇਸ਼ਨ ਵੀ ਹੈ ਕਿ ਅਸੀਂ ਤੱਤੀ ਗੱਲ ਕਰਨ ਵਾਲੇ ਨੂੰ ਵੱਡਾ ਮੰਨਦੇ ਹਾਂ। ਇਹ ਭੁੱਲ ਜਾਂਦੇ ਆ ਕਿ ਤੱਤੀ ਗੱਲ ਕਰਨ ਵਾਲੇ ਨੇ ਜਦੋਂ ਤੁਹਾਨੂੰ ਜਾ ਕੇ ਅੱਗੇ ਜਾ ਕੇ ਫਸਾ ਦੇਣਾ, ਜਿੱਥੋਂ ਅੱਗੇ ਗਲੀ ਬੰਦ ਹੋ ਜਾਣੀ ਹੈ,
ਉੱਥੇ ਜਾ ਕੇ ਫਿਰ ਪਰਤਣਾ ਕਿਵੇਂ ਹੈ? ਸਾਡੇ ਕੋਲ ਰਿਟਰੀਟ ਦਾ ਜਿਹੜਾ ਇੱਕ ਪਰਤਣ ਦਾ ਜਿਹੜਾ ਵਾਪਸੀ ਦਾ ਇੱਕ ਨਿਜ਼ਾਮ ਆ ਉਹ ਬਿਲਕੁਲ ਨਹੀਂ ਹੈਗਾ। ਇਸੇ ਕਰਕੇ ਹੁਣ ਇਸ ਵਕਤ ਸਿਧਾਂਤ ਇਹ ਵੀ ਮੰਗ ਕਰ ਰਿਹਾ ਕਿ ਜੇ ਫਰਜ਼ ਕੀਤਾ ਡਾਇਲਾਗ ਟੁੱਟਦਾ, ਗਵਰਨਮੈਂਟ ਅਡਿੱਗ ਹੋ ਜਾਂਦੀ ਹੈ ਵੀ ਨਹੀਂ ਅਸੀਂ ਇਹਦੇ ਪਾਸੇ ਨਹੀਂ ਜਾਂਦੇ, ਫਿਰ ਸਾਡੇ ਕੋਲ ਕਿਹੜਾ ਰਾਹ ਆ? ਸਿਰਫ ਇਹੀ ਰਾਹ ਆ ਸਮਝੌਤੇ ਦਾ। ਹੁਣ ਕੇਂਦਰੀ ਸਰਕਾਰ ਨੇ ਬਾਈਪਾਸ ਕੀਤਾ, ਰਾਦਰ ਉਹਨੇ ਸਾਡੇ ਦਖਲਅੰਦਾਜ਼ੀ ਕੀਤੀ ਹੈ ਸੂਬੇ ਦੇ ਅਧਿਕਾਰਾਂ ਦੇ ਵਿੱਚ। ਹਾਂਜੀ, ਠੀਕ ਹੈ, ਸੂਬੇ ਦੇ ਅਧਿਕਾਰਾਂ 'ਚ ਖੇਤੀਬਾੜੀ ਦੀਆਂ ਨੀਤੀਆਂ ਨੇ, ਗਵਰਨਮੈਂਟ ਆਫ ਇੰਡੀਆ ਕਹਿ ਰਹੀ ਨਹੀਂ ਇਸ ਤੇ ਟ੍ਰੇਡ ਦੀਆਂ ਨੀਤੀਆਂ ਨਿਰਧਾਰਿਤ ਕੀਤੀਆਂ ਨੇ। ਸਾਡੇ ਫਾਰਮਰ ਜਥੇਬੰਦੀਆਂ ਵਾਲੇ ਬਰੀਕੀ ਨਾਲ ਸਾਰੀ ਗੱਲ ਨੂੰ ਸਟੱਡੀ ਕਰਨ ਦੇ ਬਾਅਦ 'ਚ ਇਹ ਗੱਲ ਕਹਿ ਰਹੇ ਨੇ ਕਿ ਤੁਸੀਂ ਟ੍ਰੇਡ ਦੇ ਰਾਹੀਂ ਸ਼ੈਤਾਨੀ ਕੀਤੀ ਹੈ ਕਿ ਸਾਡੇ ਖੇਤੀਬਾੜੀ 'ਚ ਦਖਲ ਦੇ ਸਕੋ। ਅਸੀਂ ਮਾਰਕੀਟਿੰਗ ਕਰਦੇ ਹਾਂ, ਅਸੀਂ ਟ੍ਰੇਡਿੰਗ ਨਹੀਂ ਕਰਦੇ। ਹਾਂਜੀ, ਅਸੀਂ ਪ੍ਰੋਡਕਟ ਨਹੀਂ ਤਿਆਰ ਕਰਦੇ, ਅਸੀਂ ਪ੍ਰੋਡਿਊਸ ਤਿਆਰ ਕਰਦੇ ਹਾਂ। ਕਣਕ ਪ੍ਰੋਡਿਊਸ ਆ, ਆਟਾ ਪ੍ਰੋਡਕਟ ਹੈ, ਆਟੇ ਦੀ ਮਾਰਕੀਟਿੰਗ ਹੁੰਦੀ ਹੈ, ਕਣਕ ਦੀ ਮਾਰਕੀਟਿੰਗ ਹੁੰਦੀ ਹੈ। ਹਾਂਜੀ, ਠੀਕ ਹੈ ਕਿ ਨਹੀਂ? ਐਗਜ਼ੈਕਟਲੀ, ਹਾਂਜੀ, ਹਾਂ। ਸਮਝਣ ਦੀ ਲੋੜ ਇਹ ਆ ਕਿ ਜਿਹੜੀ ਚੀਜ਼ ਸਾਡੀਆਂ ਕਿਸਾਨ ਜਥੇਬੰਦੀਆਂ ਜਾਣਦੀਆਂ ਨੇ ਉਹ ਤਾਂ ਸਾਡੀ ਯੂਨੀਵਰਸਿਟੀਆਂ ਦੇ ਇਕਨੋਮਿਕਸ ਵਾਲੇ ਪ੍ਰੋਫੈਸਰ ਨਹੀਂ ਜਾਣਦੇ। ਹਾਂਜੀ, ਹਾਂ, ਐਗਜ਼ੈਕਟਲੀ। ਜਿਹਨੂੰ ਸੇਕ ਲੱਗਦਾ ਪਤਾ ਉਹਨੂੰ ਲੱਗਦਾ। ਨੰਬਰ 2, ਜਦੋਂ ਇਹਨਾਂ ਨੇ ਬਾਇਰ ਦੀ ਕੈਟਾਗਰੀ ਬਣਾਈ, ਉੱਥੇ ਪਰਸਨ ਦੇ ਵਿੱਚ ਇਹਨਾਂ ਨੇ ਗਵਰਨਮੈਂਟ ਏਜੰਸੀ ਰੱਖੀ ਕੋਈ ਨਹੀਂ। ਹਾਂਜੀ, ਤੇ ਹੁਣ ਗੱਲ ਤੇ ਉਹੀ ਹੋ ਗਈ ਨਾ ਵੀ ਉਹ ਸਾਡੇ ਪਿੰਡਾਂ 'ਚ ਆਮ ਮਿਸਾਲ ਸੀ ਬਈ ਲੰਬੜਾਂ ਦੇ ਮੁੰਡੇ ਨੇ ਜਿੱਤਣਾ, ਦੌੜ ਜਿਹੜਾ ਮਰਜ਼ੀ ਲਵੇ। ਸੋ ਨਵੇਂ ਪ੍ਰਾਈਵੇਟ ਨਿਜ਼ਾਮ ਦੇ ਆਉਣ ਨਾਲ ਪਬਲਿਕ ਸੈਕਟਰ ਨੂੰ ਪਹਿਲਾਂ ਅਸੀਂ ਕੀ ਕੀਤਾ? ਪਹਿਲਾਂ ਅਸੀਂ BSNL ਦੇ ਟਾਵਰਸ ਦੇ ਤੇ ਰਿਲਾਇੰਸ ਨੂੰ, ਉਹਨਾਂ ਨੂੰ ਪੈਰਤਰਾ ਹੋ ਗਿਆ, ਫਿਰ ਆਪਣੀਆਂ ਸੜਕਾਂ ਦੇਤੀਆਂ ਉਹਨਾਂ ਨੂੰ। ਉਹਨਾਂ ਜਦੋਂ ਆਰੀ ਫੇਰੀ ਸਾਡੀਆਂ ਸੜਕਾਂ ਦੇ ਵਿੱਚ ਦੀ ਕਨੈਕਸ਼ਨ ਕਰਨ ਵਾਸਤੇ ਤੇ ਸਾਰੀਆਂ ਤਾਰਾਂ ਉਹਨਾਂ BSNL ਦੀ ਵੱਢਦੀਆਂ। ਮੈਨੂੰ ਪ੍ਰੋਫੈਸਰ ਸਾਹਿਬ ਤੁਹਾਡੀ ਆਰੀ ਤੋਂ ਗੱਲ ਯਾਦ ਆ ਗਈ। ਤੁਸੀਂ ਪਿਛਲੇ ਦਿਨਾਂ 'ਚ ਇੱਕ ਮੇਰੇ ਖਿਆਲ ਕਵਿਤਾ ਲਿਖੀ, ਉਹਦੇ ਵਿੱਚ ਸੀਗਾ ਤੁਸੀਂ ਜ਼ਿਕਰ ਕੀਤਾ ਵੀ ਆਰੀ ਚੀਰਨ ਵਾਲੀ ਲੈ ਕੇ ਆ ਗਏ ਨੇ ਵਣਜਾਰੇ, ਕੁਰਸੀ ਘਾੜੇ ਨਾਲ ਮਿਲਣੇ ਦੋਹਾਂ ਦੇ ਦਿਲ ਕਾਲੇ। ਇਹ ਤੋਂ ਤੁਹਾਡਾ ਕੀ ਭਾਵ ਆ? ਮੇਰਾ ਖਿਆਲ ਤੁਸੀਂ ਵੀ ਇਹਨੂੰ ਕਿਸਾਨੀ ਸੰਘਰਸ਼ ਨਾਲ ਜੋੜਿਆ ਹੋਇਆ। ਸਿਰਫ ਕਿਸਾਨੀ ਸੰਘਰਸ਼ ਨਾਲ ਨਹੀਂ, ਮੈਂ ਤੇ ਕਹਿਣਾ ਕਿ ਜਿੱਥੇ ਕਿਤੇ ਵੀ ਸੋਸ਼ਲ ਫੈਬਰਿਕ ਨੂੰ ਕੱਟਣ ਵਾਲੀਆਂ ਕੈਂਚੀਆਂ ਬੈਠੀਆਂ ਨੇ, ਦਰਖਤਾਂ ਦੀਆਂ ਜੜ੍ਹਾਂ ਵੱਢਣ ਵਾਲੀਆਂ ਆਰੀਆਂ ਬੈਠੀਆਂ ਨੇ, ਉਹਨਾਂ ਦੀ ਜਦੋਂ ਕਰਿੰਗੜੀ ਪੈਂਦੀ ਏ, ਸਾਂਝ ਪੈਂਦੀ ਏ ਸਾਡੇ ਨੀਤੀ ਘਾੜਿਆਂ ਦੇ ਨਾਲ, ਉਦੋਂ ਲੋਕ ਹਿੱਤਾਂ ਦੀ ਕੁਰਬਾਨੀ ਲਾਜ਼ਮੀ ਹੈ। ਜੇ ਜੜ੍ਹਾਂ ਵੱਢੀਆਂ ਗਈਆਂ ਤੇ ਪੱਤਿਆਂ ਦੀ ਰਾਖੀ ਤੁਸੀਂ ਨਹੀਂ ਕਰ ਸਕਦੇ, ਟਾਹਣੀਆਂ ਦੀ ਰਾਖੀ ਤੁਸੀਂ ਨਹੀਂ ਕਰ ਸਕਦੇ, ਫਲ ਤੁਹਾਨੂੰ ਨਹੀਂ ਪੈਣਾ ਅਗਲੀ ਰੁੱਤ ਤੇ, ਉਹ ਦਰਖਤ ਹੀ ਨਹੀਂ ਹੋਣਾ। ਸੋ ਸਾਡੀ ਇਸ ਵੇਲੇ ਜਿਹੜੀ ਸੰਕਟ ਦੀ ਘੜੀ ਇਹ ਬਣੀ ਹੋਈ ਹੈ ਕਿ ਸਾਡੇ ਜਿਹੜੇ ਨੀਤੀ ਘਾੜੇ ਨੇ ਉਹਨਾਂ ਦੀ ਨਾ ਤਾਂ ਨੀਅਤ ਸਪਸ਼ਟ ਹੈ, ਸਾਫ਼ ਹੈ, ਤੇ ਨਾ ਨੀਤੀ ਸਪਸ਼ਟ ਹੈ। ਹਾਂਜੀ, ਜੇ ਨੀਅਤ ਤੇ ਨੀਤੀ ਦਾ ਸੁਮੇਲ ਨਾ ਹੋਵੇ ਤਾਂ ਫਿਰ ਇਹੋ ਕੁਛ ਹੀ ਹੁੰਦਾ, ਗੰਦਲ ਚ ਉਹਦੇ ਐਂ ਹੀ ਪੈਂਦੀ ਹੈ। ਔਰ ਖਾਸ ਕਰਕੇ ਜਿਹੜੀ ਜਾਂਚ ਆ ਗਈ ਇਸ ਮੁਲਕ ਨੂੰ, ਅਸੀਂ ਗਵਰਨੈਂਸ ਨਹੀਂ ਦੇ ਰਹੇ, ਇਸ ਮੁਲਕ ਤੇ ਰਾਜ ਕਰ ਰਹੇ ਹਾਂ, ਤੇ ਰਾਜ ਤਾਂ ਰਾਜਾ ਕਰਦਾ, ਰਾਜੇ ਤਾਂ ਅਸੀਂ ਹੈ ਨਹੀਂ। ਲੋਕਤੰਤਰ 'ਚ ਲੋਕ ਹੀ ਅਸੀਂ ਮਾਰਜਨਲਾਈਜ਼ ਕਰ ਦਿੱਤੇ। ਜਿਹੜੀ ਅਸਲ ਸ਼ਕਤੀ ਨੇ, ਅਸਲ ਸ਼ਕਤੀ ਨੂੰ ਤੁਸੀਂ ਐਜੂਕੇਟ ਨਹੀਂ ਕੀਤਾ। ਅਸਲ ਸ਼ਕਤੀ ਦੇ ਪੱਲੇ ਤਾਂ ਕੱਚੀ ਲੱਸੀ ਹੈ। ਉਹ ਸਰਕਾਰੀ ਤੰਤਰ ਦੇ ਸਕੂਲ ਨੇ ਜਿਹਦੇ ਵਿੱਚ ਬੱਚਾ ਤੁਸੀਂ ਦਾਖਲ ਕਰਾਉਣ ਨੂੰ ਤਿਆਰ ਨਹੀਂ, ਉੱਥੇ ਤੁਸੀਂ ਪਬਲਿਕ ਸੈਕਟਰ ਦੇ ਸਕੂਲ ਵਾੜ ਦਿੱਤੇ। ਪਬਲਿਕ ਸਕੂਲ ਜਿਹੜੇ ਸਿਸਟਮ ਹੈ ਉਹਦੇ ਵਿੱਚ ਤੁਸੀਂ ਆਪੇ ਮਾਲਕ ਬਣ ਗਏ। ਹਰ ਸਿਆਸਤਦਾਨ ਕਿਸੇ ਨਾ ਕਿਸੇ ਮੈਨੇਜਮੈਂਟ ਦਾ ਪ੍ਰਧਾਨ ਹੈ। ਹਾਂਜੀ, ਸਮਝ ਗਏ ਨਾ? ਉਹ ਆਪਣੇ ਹਿੱਤਾਂ ਦੀ ਪੂਰਤੀ ਵਾਸਤੇ ਉਹ NOC ਵੀ ਮਿੰਟਾਂ ਸਕਿੰਟਾਂ 'ਚ ਲੈ ਲੈਂਦਾ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਕਿ ਸਾਨੂੰ ਕੋਈ ਇਤਰਾਜ਼ ਨਹੀਂ ਜੀ। ਉਹ ਭਾਈ ਇਤਰਾਜ਼ ਲੋਕਾਂ ਤੋਂ ਵੀ ਲਓ। ਹਾਂਜੀ, ਹਾਂ, ਜਿਵੇਂ ਤੁਸੀਂ ਆਪਣੇ ਓਰੀਜਨਲ ਕਮੈਂਟਸ ਵਿੱਚ ਹੀ ਆਖਿਆ ਸੀ, ਗੁਰੂ ਨਾਨਕ ਦੇਵ ਦੀ ਤੁਸੀਂ ਐਗਜ਼ਾਮਪਲ ਦਿੱਤੀ ਸੀਗੀ, ਉਹਨਾਂ ਨੇ ਕਿਰਤ ਕਰਨ ਦਾ ਤੁਸੀਂ ਉਹਨਾਂ ਦਾ ਦੱਸਿਆ ਸੀਗਾ, ਜਿਹੜਾ ਸੀਗਾ ਸੰਕਲਪ ਦੱਸਿਆ ਸੀ ਵੀ ਬਾਕੀ ਸਭ ਠੀਕ ਹੈ, ਕਿਰਤ ਤਾਂ ਕਰਦੇ ਆ ਵੀ ਵਾਕਈ ਜਿਹੜੇ ਹੁਣ ਤੁਹਾਡੇ ਜੇ ਆਪਾਂ ਕਮੈਂਟਸ ਨੂੰ ਅਸੀਂ ਮਰਜ਼ ਕਰ ਦਈਏ ਤਾਂ ਵਾਕਈ ਅਸੀਂ ਜਿਹੜੀ ਕਿਰਤ ਆ ਉਹ ਓਨੈਸਟ ਤਰੀਕੇ ਨਾਲ ਕਰ ਰਹੇ ਹਾਂ। ਕਈ ਵਾਰ ਨਾ ਰੁਪਿੰਦਰ ਸਾਡੇ ਪ੍ਰੋਫੈਸਰਸ ਕਹਿੰਦੇ ਹੁੰਦੇ ਸੀ ਕਿ ਮੈਂ ਕਰਪਟ ਨਹੀਂ। ਮੈਂ ਕਿਹਾ ਤੇਰੇ ਤੋਂ ਵੱਡਾ ਬੇਈਮਾਨ ਕੋਈ ਨਹੀਂ। ਉਹਨੇ ਕਹਿਣਾ ਕਿਉਂ? ਮੈਂ ਕਿਹਾ ਤੂੰ 15 ਮਿੰਟ ਲੇਟ ਆਇਆ ਅੱਜ ਸਵੇਰੇ, ਹਾਂਜੀ, ਲੰਚ ਬ੍ਰੇਕ ਤੇ ਘੰਟਾ ਤੂੰ ਮੈਂ ਕਿਹਾ ਘਰੋਂ ਨਹੀਂ ਮੁੜਨਾ,
ਤੇ ਸ਼ਾਮ ਨੂੰ ਅੱਧਾ ਘੰਟਾ ਪਹਿਲਾਂ ਚਲੇ ਜਾਣਾ। ਦੱਸ ਤੇਰੇ ਨਾਲ ਦਾ ਬੇਈਮਾਨ ਕੌਣ ਹੈ? ਹਾਂਜੀ ਹਾਂ ਸੇਮ ਗੱਲ ਆਪਣੇ ਗਿੱਲ ਸਾਹਿਬ, ਮੈਂ ਆਪਣੇ ਸਟਾਫ ਨੂੰ ਕਹਿੰਦਾ ਹੁੰਦਾ ਸੀ ਜਦੋਂ ਮੈਂ ਪੜ੍ਹਾਉਂਦਾ ਹੁੰਦਾ ਸੀ, ਮੈਂ ਕਿਹਾ ਵੀ ਤੁਸੀਂ ਜੇ ਆਪਾਂ ਕਹੀਏ ਵੀ ਜਿਹੜਾ ਬੰਦਾ ਨਹੀਂ ਸਟੂਡੈਂਟਸ ਦਾ ਆਪਦਾ ਟਾਈਮ ਖਾਂਦਾ, ਟਾਈਮ ਮਿਸ ਕਰਦਾ, ਪੀਰੀਅਡ ਪੜ੍ਹਾਉਂਦਾ ਨਹੀਂ ਇਮਾਨਦਾਰੀ ਨਾਲ, ਵੀ ਉਹ ਬੇਈਮਾਨ ਹੀ ਹੈ, ਉਹ ਬੇਈਮਾਨ ਆ। ਨਹੀਂ ਨਾਲੇ ਹੋਰ ਜੀ ਤੇ ਮੈਂ ਤੋਂ ਅੱਗੇ ਚੱਲਦਾ। ਹਾਂਜੀ, ਜਿਹੜਾ ਬੰਦਾ ਆਪਣੀ ਤਿਆਰੀ ਕਰਕੇ ਆਪਣੇ ਸਬਜੈਕਟ ਦੀ ਪ੍ਰੋਡਕਸ਼ਨ ਜਿਹੜੀ ਹੈਗੀ ਹੈ ਪੂਰੀ ਯੂਨਿਟ ਜਿਹੜਾ ਉਹਨੇ ਡਿਲੀਵਰ ਕਰਨਾ ਹੈ ਆਪਣੇ ਬੱਚਿਆਂ ਨੂੰ, ਜੇ ਅਧੂਰਾ ਡਿਲੀਵਰ ਕਰਦਾ ਹੈ ਇਸ ਬੇਈਮਾਨੀ ਨਾਲ ਕਿ ਮੇਰੇ ਕੋਲ ਟਿਊਸ਼ਨ ਪੜ੍ਹੇ ਹਿੰਦੁਸਤਾਨੀ ਸਿਸਟਮ ਦੇ ਵਿੱਚ, ਉਹਦੇ ਨਾਲ ਤਾਂ ਬੇਈਮਾਨ ਕੌਣ ਹੈ? ਬਿਲਕੁਲ। ਇਹਦੋਂ ਅੱਗੇ ਚੱਲੀਏ ਜਿਹੜਾ ਬੰਦਾ ਪੈਸੇ ਲੈ ਕੇ ਮੇਰੀ ਅਰਦਾਸ ਕਰਦਾ ਗੁਰੂ ਘਰ ਦੇ ਵਿੱਚ, ਮੇਰੇ ਮੁਤਾਬਕ ਤਾਂ ਉਹ ਵੀ ਬੇਈਮਾਨ ਹੈ। ਜਾਂ ਤਾਂ ਸੱਚੇ ਮਨ ਨਾਲ ਅਰਦਾਸ ਕਰੇ, ਬਿਨਾਂ ਪੈਸਿਆਂ ਤੋਂ ਕਰੇ, ਫਿਰ ਤਾਂ ਮੈਨੂੰ ਸਮਝ ਆਉਂਦੀ ਕਿ ਉਹ ਇਮਾਨਦਾਰ ਹੈ। ਜੇ ਅਸੀਂ ਪੈਰ ਦੇ ਉੱਤੇ ਹਰ ਬੰਦਾ ਹਰ ਵੇਲੇ ਇਸ ਤਾੜ 'ਚ ਰਹਿੰਦਾ ਕਿ ਮੈਂ ਕਿੱਥੋਂ ਮੈਨੂੰ ਦਵਾਨੀ ਚਵਾਨੀ ਬਚਦੀ ਏ, ਉਹਦੇ ਢਿੱਡ 'ਚ ਤਾਂ ਕਾਲੋਂ ਹੈ ਹੀ ਹੈ। ਇਸ ਵਕਤ ਜਿਹੜੀ ਪ੍ਰੋਬਲਮ ਹੈ ਕਿ ਜਿਹੜੇ ਟੇਬਲ ਤੇ ਬਿਠਾਏ ਜਾਂਦੇ ਨੇ ਅਗਲੇ ਬੰਨੇ 3 ਵਜ਼ੀਰ, ਹਾਂਜੀ, ਉਹਨਾਂ 3 ਵਜ਼ੀਰਾਂ ਦੀ ਜਿਹੜੀ ਵਫਾਦਾਰੀ ਹੈ ਉਹ ਆਪਣੇ ਪ੍ਰਧਾਨ ਮੰਤਰੀ ਨਾਲ ਹੈ, ਤੇ ਪ੍ਰਧਾਨ ਮੰਤਰੀ ਦੀ ਵਫਾਦਾਰੀ ਇਹ ਨੰਗੇ ਚਿੱਟੇ ਰੂਪ ਦੇ ਵਿੱਚ ਕਾਰਪੋਰੇਟ ਘਰਾਣਿਆਂ ਨਾਲ ਹੈ। ਕਿ ਗੁਜਰਾਤ ਮਾਡਲ ਦੀ ਆਪਾਂ ਗੱਲ ਕਰ ਰਹੇ ਹਾਂ, ਗੁਜਰਾਤ ਕਿਹਦੇ ਹੱਕ 'ਚ ਭੁਗਤਿਆ? ਕਾਰਪੋਰੇਟ ਘਰਾਣੇ ਦੇ ਹੱਕ 'ਚ ਭੁਗਤਿਆ। ਹੁਣ ਕਾਰਪੋਰੇਟ ਘਰਾਣਿਆਂ ਦੇ ਵਿੱਚ ਵੀ ਇੱਕ ਖਾਨਾ ਜੰਗੀ ਸ਼ੁਰੂ ਹੋਣ ਵਾਲੀ ਹੈ, ਕਿਉਂਕਿ ਸਾਰੇ ਹੀ ਜਿਹੜੇ ਕਾਰਪੋਰੇਟ ਪ੍ਰਮੋਟ ਹੋ ਰਹੇ ਨੇ ਉਹ ਸਾਰੇ ਗੁਜਰਾਤੀ ਨੇ, ਤੇ ਜਿਹੜੇ ਪਾਰਸੀ ਪੁਰਾਣੇ ਘਰਾਣੇ ਨੇ ਉਹ ਵੀ ਇਸ ਵਕਤ ਸਿਰ ਚੁੱਕ ਰਹੇ ਨੇ, ਉਹਨਾਂ ਦਾ ਆਪਸੀ ਟਕਰਾਓ ਵੀ ਸ਼ੁਰੂ ਹੋਣਾ। ਬਾਕੀ ਇਹ ਗੱਲ ਕਦੇ ਨਾ ਭੁੱਲਿਓ, ਜਦੋਂ ਪੰਜਾਬ ਦੇ ਵਿੱਚ ਇਹਨਾਂ ਨੇ ਫਲਾਈਓਵਰਸ ਤੇ ਮਾਲ ਤੇ ਲੱਲਾ ਭੱਬਾ ਜਾਂ ਖੇਸਵਾ ਸਾਰਾ ਸਾਨੂੰ ਪਰੋਸ ਦਿੱਤਾ ਸੀ, ਮੇਰਾ ਮੱਥਾ ਉਦੋਂ ਨਹੀਂ ਠਣਕਦਾ ਸੀ ਵੀ ਇਹ ਜੱਟਾਂ ਵਾਸਤੇ ਨਹੀਂ ਬਣ ਰਹੇ ਜਿਹੜੇ ਮਾਲ ਬਣ ਰਹੇ ਨੇ, ਜਾਂ ਇਹ ਸਮਝ ਲਓ ਵੀ ਇਹ ਨਿੱਕੇ ਹਟਵਾਣੀਏ ਵਾਸਤੇ ਬਣ ਰਹੇ ਨੇ, ਜਾਂ ਇਹ ਸਮਝ ਲਓ ਕਿ ਇਹ ਜਿਹੜੀਆਂ ਫਲਾਈਓਵਰਸ ਬਣ ਰਹੇ ਨੇ ਤੇ ਰਾਤੋਂ ਰਾਤ ਏਡੇ ਵੱਡੇ, ਇੱਕ ਹਵਾਈ ਅੱਡਾ ਮਾਧਮਪੁਰ 'ਚ, ਇੱਕ ਹਲਵਾਰੇ 'ਚ, ਇੱਕ ਲੁਧਿਆਣੇ 'ਚ, ਇਹ ਕਨੈਕਟੀਵਿਟੀ ਜਿਹੜੀ ਵੱਧ ਰਹੀ ਦਿਨੋਂ ਦਿਨ, ਸਾਡੇ ਲਈ ਨਹੀਂ ਵੱਧ ਰਹੀ। ਹਾਂਜੀ, ਆਮ ਜੱਟ ਨੂੰ ਤਾਂ ਉੱਥੇ ਜਾਣਾ ਹੀ ਔਖਾ ਹੈ। ਆਮ ਜੱਟ ਨੂੰ ਵੀ ਰੁਪਿੰਦਰ ਦੇਖ, ਮੈਂ ਮਿਸਾਲ ਦਿੰਦਾ ਹੁੰਦਾ। ਹਾਂਜੀ ਹਾਂ, ਕੋਈ ਬੀਬੀ ਮਜਾਰੇ ਤੋਂ ਸਾਹਨੇਵਾਲ ਵਿਆਹੀ ਗਈ, ਹਾਂਜੀ, ਉਹ ਬਿਲਕੁਲ ਆਮੋ ਸਾਹਮਣੇ ਦੋਵੇਂ ਪਿੰਡ ਨੇ। ਹਾਂਜੀ, ਸਾਹਨੇਵਾਲ ਵਾਲੀ ਬੀਬੀ ਪੇਕੀ ਮਿਲਣ ਜਾਣਾ, ਪਤਾ ਲੱਗਿਆ ਬਾਪੂ ਬਿਮਾਰ ਆ, ਹਾਂਜੀ, ਅੱਗੇ ਝੋਲਾ ਚੁੱਕਦੀ ਸੀ ਤੇ ਸਵੇਰ ਦਾ ਸ਼ਾਹ ਵਾਲਾ ਪਕਾ ਕੇ ਤੇ ਬਾਪੂ ਦਾ ਪਤਾ ਲੈ ਕੇ ਦੁਪਹਿਰ ਦੀ ਰੋਟੀ ਵੇਲੇ ਤੱਕ ਫਿਰ ਮੁੜ ਆਉਂਦੀ ਸੀ। 2 ਕਿਲੋਮੀਟਰ 1.5 ਕਿਲੋਮੀਟਰ ਪੈਂਦਾ ਸਾਰਾ, ਪੈਦਲ ਜਾਂਦੀ, ਪੈਦਲ ਮੁੜ ਆਉਂਦੀ ਸੀ। ਹੁਣ ਜੇ ਉਹ ਸਾਹਨੇਵਾਲ ਵਾਲੀ ਬੀਬੀ ਨੂੰ ਆਪਣੇ ਮਜਾਰੇ ਜਾਣਾ ਪਵੇ ਤਾਂ ਉਹਨੂੰ ਵਾਇਆ ਦੁਰਾਹਾ ਜਾਣਾ ਪੈਂਦਾ। ਹਾਂਜੀ ਹਾਂ, ਕਿਉਂਕਿ 9 ਕਿਲੋਮੀਟਰ ਪਹਿਲਾਂ ਦੁਰਾਹੇ ਜਾਂਦੀ ਉਹ। ਹਾਂਜੀ ਹਾਂ, 9 ਕਿਲੋਮੀਟਰ ਦੁਰਾਹੇ ਤੋਂ ਮਜਾਰੇ ਵਾਲੇ ਮੋੜ ਤੇ ਆਉਂਦੀ ਹੈ। 18 ਤੇ 4 22 ਕਿਲੋਮੀਟਰ ਦਾ ਪੈਂਡਾ ਪੈ ਗਿਆ ਉਸ ਬੀਬੀ ਨੂੰ। ਹਾਂਜੀ ਹਾਂ, ਉਹਦੇ ਪੇਕੇ ਤੁਸੀਂ ਦੂਰ ਕਰਤੇ। ਬਿਲਕੁਲ। ਸਾਧਨ ਦੀ ਵੀ ਲੋੜ। ਸਾਡੇ ਵਿਕਾਸ ਦਾ ਜਿਹੜਾ ਮਾਡਲ ਆ ਉਹਦੇ ਵਿੱਚ ਨਾ ਤਾਂ ਸਾਈਕੋਲੋਜੀ ਦਾ ਫਰਕ ਅਸੈਸਮੈਂਟ ਕੀਤੀ ਜਾਂਦੀ ਹੈ, ਨਾ ਉਹਦੇ ਵਿੱਚ ਸੋਸ਼ੀਓਲੋਜੀ ਨੂੰ ਵੇਖਿਆ ਪੈਂਦਾ ਸਮਾਜ ਸ਼ਾਸਤਰ ਦਾ ਮੰਦਾ ਅਸਰ ਕੀ ਪਏਗਾ। ਇਹੀ ਸਿੱਖਿਆ ਤੰਤਰ 'ਚ ਹੋ ਰਿਹਾ, ਇਹੀ ਹੈਲਥ ਸਿਸਟਮ 'ਚ ਹੋ ਰਿਹਾ। ਔਰ ਜਿਹੜਾ ਬੇਸਿਕ ਸਵਾਲ ਇਹਨਾਂ ਨੇ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਚੁੱਕਿਆ ਉਹ ਹੈਗਾ ਐਨਕਰੋਚਮੈਂਟ ਇਨ ਸਟੇਟ ਸਬਜੈਕਟ। ਉਹ ਸਭ ਤੋਂ ਮਹੱਤਵਪੂਰਨ ਲੱਗਦਾ ਮੈਨੂੰ। ਨੰਬਰ 2, ਜਿਹੜਾ ਇਹਨਾਂ ਨੇ ਮਿਨੀਮਮ ਸਪੋਰਟ ਪ੍ਰਾਈਸ ਦੀ ਚੇਤਨਾ ਪੂਰੇ ਮੁਲਕ 'ਚ ਫੈਲਾ ਦਿੱਤੀ ਹੈ, ਜਿਹੜੀ ਬੁੱਕਲ ਥੱਲੇ ਸਿਰਫ ਪੰਜਾਬ ਤੇ ਹਰਿਆਣਾ 'ਚ ਲਾਗੂ ਸੀ ਜਾਂ ਥੋੜੀ ਜਿਹੀ ਵੈਸਟਰਨ ਯੂਪੀ 'ਚ ਲਾਗੂ ਸੀ, ਉਸ ਚੇਤਨਾ ਨੇ ਵੀ ਰੰਗ ਲਿਆਉਣਾ। ਹਾਂਜੀ ਹਾਂ, ਜਦੋਂ ਬਿਹਾਰੀ ਨੂੰ ਇਹ ਪਤਾ ਲੱਗਿਆ ਕਿ ਪੰਜਾਬ ਵਾਲੇ ਦਾ ਤੇ ਝੋਨਾ ਯਾਰ ਇਸ ਭਾਅ ਵਿਕਦਾ ਤੇ ਮੇਰਾ ਤੇ ਦੁੱਧੇ ਮੁੱਲ ਤੇ ਵੀ ਨਹੀਂ ਵਿਕਦਾ, ਜਦੋਂ ਐਮਪੀ ਵਾਲੇ ਨੂੰ ਪਤਾ ਲੱਗਿਆ ਵੀ ਮੇਰਾ ਤੇ ਅਜੇ ਘਰ ਬੋਰੀਆਂ ਪਈਆਂ ਨੇ ਤੇ ਵੇਚ ਕੇ ਤੇ ਕਣਕ ਵੀ ਬੀਜ ਕੇ ਤੇ ਕਣਕ ਦੀ ਅੱਗੋਂ ਫਸਲ ਉਡੀਕ ਰਹੇ ਨੇ। ਪ੍ਰੋਫੈਸਰ ਸਾਹਿਬ, ਅਸੀਂ ਸਰੋਤਿਆਂ ਨੂੰ ਥੋੜਾ ਜਿਹਾ ਰਿਮਾਈਂਡ ਕਰਾ ਦਈਏ ਵੀ ਜਿਹੜੀ ਫੇਸਬੁੱਕ ਚਰਚਾ ਸਾਡਾ ਲਾਈਵ ਚੱਲ ਰਿਹਾ ਪ੍ਰੋਗਰਾਮ, ਤੇ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਨੇ ਉਹ ਮਿਹਰਬਾਨੀ ਕਰਕੇ ਆਪਣੇ ਦੋਸਤ ਮਿੱਤਰਾਂ ਨਾਲ, ਸਕੇ ਸੁਨੇਹੀਆਂ ਨਾਲ ਉਹਨੂੰ ਸ਼ੇਅਰ ਕਰੋ, ਤੇ ਤਾਂ ਕਿ ਇਹ ਜਿਹੜੀ ਵਾਰਦਾਤ ਹੋ ਰਹੀ ਹੈ ਪ੍ਰੋਫੈਸਰ ਗੁਰਭਜਨ ਗਿੱਲ ਨਾਲ, ਉਹ ਸਾਰੇ ਵੱਧ ਤੋਂ ਵੱਧ ਉਹਨਾਂ ਨੂੰ ਜਾਣਕਾਰੀ ਪਹੁੰਚ ਸਕੇ, ਤੇ ਅਸੀਂ ਇਸੇ ਤਰ੍ਹਾਂ ਹੀ ਇਹਨਾਂ ਨਾਲ ਜਿਹੜੀ ਆਪਣੀ ਕਨਵਰਸੇਸ਼ਨ ਆ ਉਹ ਕੰਟੀਨਿਊ ਰੱਖਾਂਗੇ।
ਤੁਸੀਂ ਪਿੱਛੇ ਜਿਹੇ ਇੱਕ ਆਰਟੀਕਲ ਲਿਖਿਆ, ਉਹਦੇ ਵਿੱਚ ਮੈਨੂੰ ਉਹਦਾ ਜਿਹੜਾ ਟਾਈਟਲ ਸੀ ਬੜਾ ਟੁੰਬਿਆ। ਉਹ ਤੇ ਲਿਖਿਆ ਸੀ, ਤੁਸੀਂ ਮੇਰੇ ਖਿਆਲ ਜਸਵੰਤ ਸਿੰਘ ਬਾਰੇ ਕੁਝ ਜ਼ਿਕਰ ਕੀਤਾ ਸੀਗਾ, ਖੂਨ ਬੋਲ ਪੈਂਦਾ ਹੈ ਜੇ ਸੁੱਚਾ ਹੋਵੇ। ਹਾਂ, ਲਿਖਿਆ ਸੀ। ਹਾਂਜੀ ਹਾਂ, ਤੇ ਇਹਦੇ ਬਾਰੇ ਕੁਝ ਕਹਿਣਾ ਚਾਹੋਗੇ? ਮੈਂ ਇੱਕੋ ਗੱਲ ਕਹਾਂਗਾ ਕਿ ਪਿਛਲੇ ਦਿਨ ਹੀ ਮੈਨੂੰ ਇੱਕ ਇੰਟਰਵਿਊ ਕਰਨ ਆ ਗਿਆ ਦੋਸਤ ਕਿਸੇ ਆਪਣੇ ਚੈਨਲ ਤੋਂ, babushaahi.com ਤੋਂ। ਹਾਂਜੀ। ਉਹ ਮੈਨੂੰ ਪੁੱਛਣ ਲੱਗਿਆ ਜੀ ਕਿ ਜਿਹੜਾ ਇਹ ਕਿਸਾਨ ਮੋਰਚਾ ਦਿੱਲੀ ਚੱਲ ਰਿਹਾ, ਇਹਦਾ ਸੋਸ਼ਲ ਇੰਪੈਕਟ ਕੀ ਮੰਨਦੇ ਹੋ, ਜਵਾਨੀ ਕਿਵੇਂ ਬਿਹੇਵ ਕਰੇਗੀ? ਮੈਂ ਕਿਹਾ ਤੇਰਾ ਪਿੰਡ ਬੇਟੇ ਬਰਮਾਲੀਪੁਰ ਹੈ, ਦਰਾਹੇ ਦੇ ਕੋਲ? ਕਹਿੰਦਾ ਹਾਂਜੀ। ਮੈਂ ਤੁਹਾਡੇ ਪਿੰਡ ਕਮਾਦ ਵੀ ਬੀਜਦੇ ਹੋਣਗੇ? ਕਹਿੰਦਾ ਬੀਜਦੇ ਆ ਜੀ। ਮੈਂ ਕਿਹਾ ਉਹ ਆਪਣਾ ਕਮਾਦ ਪੀੜਦੇ ਵੀ ਹੋਣਗੇ? ਹੈਂ? ਕਹਿੰਦਾ ਹਾਂ ਪੀੜਦੇ ਆ ਜੀ। ਮੈਂ ਕਿਹਾ ਕਦੇ ਵੇਖਿਆ ਉਹਨਾਂ ਨੂੰ ਤੂੰ ਆਪਣਾ ਰੱਬ ਭਲਾ ਕਰੇ ਤੇਰਾ ਉਹਨਾਂ ਨੂੰ ਗੁੜ ਕੱਢਦਿਆਂ? ਹਾਂਜੀ। ਹਾਂ। ਮੈਂ ਕੜਾਹੇ ਜਦੋਂ ਗੁੜ ਕੱਢਣ ਤੋਂ ਪਹਿਲਾਂ ਰਸ ਨੂੰ ਕਾੜਦੇ ਆ, ਤੇ ਜਦੋਂ ਐਨ ਗੁਲਗੁਲਿਆਂ ਤੇ ਆ ਜਾਂਦੀ ਹੈ ਤੇ ਉਹਦੀ ਮੈਲ ਲਾਉਣ ਵਾਸਤੇ ਕੀ ਕਰਦੇ ਆ? ਕਹਿੰਦਾ ਜੀ ਭਿੰਡੀ ਵੀ ਪਾ ਲੈਂਦੇ ਨੇ, ਸਿਖਲਾਈ ਵੀ ਪਾ ਲੈਂਦੇ ਨੇ, ਜਾਂ ਸੋਡਾ ਵੀ ਪਾ ਲੈਂਦੇ ਨੇ। ਮੈਂ ਕਿਹਾ ਫਿਰ ਮੈਲ ਉੱਫੜ ਜਾਂਦੀ, ਪੂਰੀ ਉੱਭਰ ਆ ਜਾਂਦੀ ਹੈ? ਕਹਿੰਦਾ ਹਾਂ। ਮੈਂ ਕਿਹਾ ਫਿਰ ਉਹ ਜਿਹੜੀ ਹੁੰਦੀ ਹੈ ਛਾਨਣੀ, ਉਹਦੇ ਨਾਲ ਉਹਨੂੰ ਉਤਾਰਦੇ ਨੇ ਨਾ? ਕਹਿੰਦਾ ਹਾਂਜੀ ਉਤਾਰਦੇ ਆ। ਮੈਂ ਕਿਹਾ ਇਸ ਵਕਤ ਦਿੱਲੀ ਮੋਰਚੇ 'ਚ ਮੇਰੇ ਪੰਜਾਬ ਦੀ ਜਵਾਨੀ ਨੂੰ ਉਸ ਕੜਾਹੇ ਵਾਲੀ ਸਥਿਤੀ ਦੇ ਵਿੱਚ ਆ ਜਿਹਦੇ 'ਚ ਮੈਲ ਉਤਰ ਰਹੀ ਹੈ। ਹਾਂਜੀ। ਮੈਂ ਕਿਹਾ ਜਿਹੜੇ ਪੁੱਤਰਾਂ ਨੇ ਘਰਾਂ ਦੇ ਵਿੱਚ ਆਪਣੀ ਰਜਾਈ ਤੈਅ ਰੱਖ ਕੇ ਨਹੀਂ ਕਦੇ ਰੱਖੀ, ਉੱਥੇ ਕੱਲੀ ਕੱਲੀ ਟਰਾਲੀ 'ਚ ਮਾਵਾਂ ਨੂੰ ਪੁੱਛਦੇ ਫਿਰ ਰਹੇ ਨੇ, ਮਾਤਾ ਜੀ ਚਾਹ, ਮਾਤਾ ਜੀ ਪਾਣੀ। ਉੱਥੇ ਉਹ ਝਾੜੂ ਲਾ ਰਹੇ ਨੇ, ਉੱਥੇ ਲੀੜੇ ਧੋ ਰਹੇ ਨੇ, ਉੱਥੇ ਪੇੜੇ ਕਰਕੇ ਰੋਟੀਆਂ ਪਕਾ, ਜਿਹਨਾਂ ਰੋਟੀ ਮਾਂ ਦੀ ਪਾਈ ਹੋਈ ਨਹੀਂ ਖਾਣ ਜੋਗੇ ਸੀ ਜਿਹੜੇ, ਉੱਥੇ ਪੇੜੇ ਕਰ ਕਰਕੇ ਫੁਲਕੇ ਪਕਾ ਰਹੇ ਨੇ। ਇਹ ਵਿਹਾਰ ਜਿਹੜਾ ਹੈਗਾ ਇਹਨੇ ਨਾਲ ਪਰਤ ਕੇ ਆਉਣਾ ਹੈ, ਔਰ ਤਬਦੀਲ ਪੰਜਾਬ ਆਉਣਾ। ਤੇ ਤਬਦੀਲ ਪੰਜਾਬ ਦੇ ਵਿੱਚ ਜਿਹੜਾ ਪੋਲੀਟੀਕਲ ਕਰਾਊਡ ਸਾਰਾ ਇਸ ਵੇਲੇ ਤੁਰਿਆ ਫਿਰਦਾ ਸਾਨੂੰ ਲੁੱਟ ਤੰਤਰ ਦੇ ਭਾਈਵਾਲ ਬਣ ਕੇ, ਉਹਨਾਂ ਨੂੰ ਸਵਾਲ ਵੀ ਹੋਣੇ ਨੇ। ਭਾਵੇਂ ਠੀਕ ਹੈ, ਮੈਂ ਆਸ ਨਹੀਂ ਕਰਦਾ ਕਿ ਕਿਸਾਨ ਕੋਈ ਜਥੇਬੰਦੀ ਪਾਰਟੀ ਬਣਾਏਗੀ, ਨਹੀਂ ਬਣਾਏਗੀ, ਪਰ ਜਿਹੜੀ ਟ੍ਰੈਡੀਸ਼ਨਲ ਪੋਲੀਟੀਕਲ ਪਾਰਟੀਜ਼ ਨੇ ਉਹਨਾਂ ਨੂੰ ਸਵਾਲਾਂ ਦੇ ਰੂਬਰੂ ਖੜਾ ਹੋਣਾ ਪਏਗਾ। ਭਾਵੇਂ ਉਹ ਟ੍ਰੈਡੀਸ਼ਨਲ ਪਾਰਟੀ ਕਮਿਊਨਿਸਟਾਂ ਦੀਆਂ ਨੇ, ਚਾਹੇ ਆਮ ਆਦਮੀ ਪਾਰਟੀ ਹੈ, ਚਾਹੇ ਸਾਡੀਆਂ ਕਾਂਗਰਸ ਪਾਰਟੀ ਹੈ, ਬੀਜੇਪੀ ਹੈ, ਅਕਾਲੀ ਦਲ ਹੈ, ਸਾਰਿਆਂ ਨੂੰ ਨਵੇਂ ਸੱਚ ਦੇ ਰੂਬਰੂ ਖਲੋਣਾ ਪਏਗਾ, ਉਹਦੇ ਮੁਤਾਬਕ ਡਿਜ਼ਾਈਨ ਕਰਨਾ ਪਏਗਾ। ਉਹ ਹੁਣ ਨਹੀਂ ਲੰਬੜਦਾਰੀ ਕਰਦੇ ਫਿਰਨਗੇ ਕਿ ਵਿਆਹ ਦੇ ਸ਼ਗਨ ਫੜਾ ਲਿਆ, ਲਿਫਾਫਾ ਦੇ ਲਿਆ, ਉੱਥੇ ਜਾ ਕੇ ਟੂਰਨਾਮੈਂਟ ਦਾ ਫੀਤਾ ਕੱਟ ਲਿਆ। ਲੋਕਾਂ ਨੇ ਸਵਾਲ ਕਰਨਗੇ ਭਾਈ ਸਾਹਿਬ ਚੁਣਿਆ ਤੁਹਾਨੂੰ ਕਿਹੜੇ ਕੰਮ ਲਈ ਸੀ, ਉਹਦੇ ਤੁਸੀਂ ਕੀਤਾ ਨਹੀਂ। ਅਕਾਊਂਟੇਬਿਲਟੀ ਦਾ ਪੀਸ ਆ ਜਿਹੜਾ ਉੱਥੋਂ ਬੜਾ ਉੱਭਰ ਕੇ ਸਾਹਮਣੇ ਆਊਗਾ, ਉੱਭਰ ਕੇ ਆਏਗਾ। ਮੈਂ ਕਿਹਾ ਆਮ ਆਦਮੀ ਪਾਰਟੀ ਵੇਲੇ ਵੀ ਆਇਆ ਸੀ, ਪਰ ਆਮ ਆਦਮੀ ਪਾਰਟੀ ਦੇ ਵਿੱਚ ਸੀ ਦਬੜੂ ਘੁਸੜੂ ਸੀ ਸਾਰਾ ਹੀ, ਜਿਹੜਾ ਜੋ ਜੀ ਆਵੇ ਸੋ ਜਾਵੇ। ਉਹਦੇ ਵਿੱਚ ਉਹ ਇੱਕ ਪੋਲੀਟੀਕਲ ਆਈ ਤਿਆਰ ਨਹੀਂ ਸੀ ਹੋ ਸਕੀ। ਹੁਣ ਪੋਲੀਟੀਕਲ ਆਈ ਵੀ ਹੌਲੀ ਹੌਲੀ ਤਿਆਰੀ ਹੋਏਗੀ, ਕਿਉਂਕਿ ਇਹ ਇੱਕ ਕੋਠਾਲੀ ਚੋਂ ਨਿਕਲੇ ਸੋਨੇ ਨੇ ਆਉਣਾ। ਇਹਦੀ ਮੈਲ ਪਾਸਿਆਂ ਤੇ ਰਹਿ ਜਾਣੀ, ਸੁੱਚਾ ਸੋਨਾ ਵਿਚਕਾਰ ਰਹਿ ਜਾਣਾ। ਸੋ ਸ਼ੁੱਧ ਖੂਨ ਜਦੋਂ ਬੋਲੇਗਾ ਉਹ ਚੁੱਪ ਨਹੀਂ ਰਹੇਗਾ। ਹਾਂਜੀ, ਖੂਨ ਦੀ ਪਿਉਰੀਫਿਕੇਸ਼ਨ ਹੋ ਰਹੀ ਹੈ ਮੇਰੇ ਮੁਤਾਬਕ। ਪੱਠਲ ਸਾਹਿਬ ਤੁਸੀਂ ਕਹੋ ਕੁਝ। ਇਹ ਮੈਂ ਜਿਹੜੀ ਸਭ ਤੋਂ ਵੱਡੀ ਪ੍ਰਾਪਤੀ ਮੈਂ ਵੀ ਦੇਖਦਾ ਗਿੱਲ ਸਾਹਿਬ, ਵੀ ਇਹ ਜਿਹੜੇ ਪੋਲੀਟੀਕਲ ਜਿਹੜੇ ਲੋਕ ਬੁੱਧੂ ਬਣਾਉਂਦੇ ਰਹੇ ਆ ਪੋਲੀਟੀਕਲ ਪਾਰਟੀਆਂ ਵਾਲੇ, ਉਹਦੇ ਪ੍ਰਤੀ ਬਹੁਤ ਪੰਜਾਬ ਬਹੁਤ ਜ਼ਿਆਦਾ ਸੁਚੇਤ ਹੋ ਜਾਊਗਾ। ਜਿੱਥੇ ਉੱਥੇ ਤੁਸੀਂ ਨਿੱਕੇ ਨਿੱਕੇ ਬੱਚਿਆਂ ਨਾਲ ਗੱਲ ਕਰੋ। ਅੱਜ ਮੈਂ ਇੱਕ ਵੀਡੀਓ ਦੇਖਦਾ ਸੀ, ਉਹ ਛੋਟੇ ਜਿਹੇ ਬੱਚੇ ਆ, ਮੇਰਾ ਖਿਆਲ ਉਹ 8-9 ਸਾਲ ਦਾ ਹੋਣਾ। ਉਹਨੂੰ ਕੁਐਸਚਨ ਕਰਦਾ ਰਿਪੋਰਟਰ ਵੀ ਤੁਸੀਂ ਇੱਥੇ ਕਿਉਂ ਆ? ਉਹ ਕਹਿੰਦਾ ਵੀ ਕਿਸਾਨੀ ਬਿੱਲ ਆ ਜਿਹੜੇ 3 ਕਾਨੂੰਨ ਆ ਉਹਨੂੰ ਰੱਦ ਕਰਨੇ ਚਾਹੀਦੇ ਮੋਦੀ ਨੂੰ। ਉਹ ਪੁੱਛਦੀ ਉਹਨੂੰ ਮੋਦੀ ਕੌਣ ਆ? ਉਹ ਕਹਿੰਦਾ ਜੀ ਚੀਫ ਮਿਨਿਸਟਰ ਸਾਡਾ। ਤੇ ਉਹ ਕਹਿੰਦੇ ਬਿੱਲ ਬਹੁਤ ਚੰਗੇ ਆ। ਉਹ ਕਹਿੰਦੇ ਜੀ, ਉਹ ਬੱਚੇ ਨੇ ਏਡੀ ਵੱਡੀ ਗੱਲ ਕਹੀ, ਕਹਿੰਦਾ ਜੇ ਚੰਗੇ ਹੋਣ ਤਾਂ ਕਿਸਾਨ ਇੱਥੇ ਕਿਉਂ ਬੈਠੇ ਹੋਣ? ਤੇ ਕਹਿੰਦਾ ਫਿਰ ਘਰੇ ਰਹਿਣ, ਇੰਨੀ ਠੰਡ 'ਚ ਕਿਉਂ ਬੈਠੇ? ਉਹ ਬੱਚੇ ਨੇ ਜਾਣੀ ਬੱਚੇ ਤੱਕ ਬੁੱਢੇ ਤੱਕ ਸਾਰੇ ਜਿਹਦੇ ਮੂਹਰੇ ਵੀ ਉਹ ਮਾਈਕ ਕਰਦੇ ਆ ਉੱਥੇ ਮੀਡੀਆ ਵਾਲੇ, ਉਹ ਬਿਲਕੁਲ ਜਾਣੀ ਪੂਰੀ ਸਮਝ ਆ ਉਹਨਾਂ ਨੂੰ ਇਹਨਾਂ ਦੀ ਕਾਨੂੰਨਾਂ ਦੀ, ਜਿਹੜੀ ਕਿ ਸ਼ਾਇਦ ਬਹੁਤੇ ਬੰਦਿਆਂ ਨੂੰ ਜਿਹੜੇ ਹੈਗੇ ਆ ਪੜ੍ਹੇ ਲਿਖੇ ਵੀ ਹੋਣ, ਚਾਹੇ ਜਿਹੜੇ ਪਿੰਡਾਂ ਨਾਲ ਬਾਹਰ ਨਹੀਂ ਹੈ ਜਾਂ ਇਹਨਾਂ ਐਜੀਟੇਸ਼ਨ ਨਾਲ ਬਾਹਰ ਨਹੀਂ ਹੈ, ਉਹਨਾਂ ਨੂੰ ਸੂਝ ਨਹੀਂ ਹੈ। ਤੇ ਇਹ ਬੜਾ ਵੱਡਾ ਇੱਕ ਕੰਮ ਕਰਿਆ। ਤੇ ਦੂਜਾ ਜਿਹੜਾ ਤੁਸੀਂ ਕਿਹਾ ਵੀ ਜਿਹੜੇ ਲੋਕ ਲੀਡਰ ਹੁਣ ਚਮਕ ਰਹੇ ਆ, ਆਪਦੇ ਆਪ ਨੂੰ ਲੀਡਰ ਅਖਵਾਉਂਦੇ ਆ ਵੀ ਅਸੀਂ ਲੀਡਰ ਹਾਂ, ਥੋੜ੍ਹੇ ਜਿਹੇ ਯੂਥ ਮਗਰ ਲਾ ਲਿਆ ਜਾਂ ਕੋਈ ਹੋਰ ਲਾ ਲਿਆ, ਤੇ ਉਹਨਾਂ ਦੇ ਹੱਥ 'ਚ ਬਾਗਡੋਰ ਸੰਭਾਲਣੀ ਜਾਂ ਉਹਨਾਂ ਨੂੰ ਨਾਲ ਲਾਉਣਾ, ਤੇ ਉਹ ਤਾਂ ਬਹੁਤ ਘਾਤਕ ਹੋਊਗਾ। ਤੇ ਇਹ ਜਿਵੇਂ ਉਹਨਾਂ ਨੇ ਸਿਆਸੀ ਪਾਰਟੀਆਂ ਦੂਰ ਰੱਖੀਆਂ, ਇਹ ਵੀ ਦੂਰ ਰੱਖਣੇ ਚਾਹੀਦੇ ਆ।
ਤੇ ਦੂਜਾ ਜਿਹੜਾ ਜ਼ਮੀਨ ਸੰਭਾਲਣ ਵਾਲੀ ਗੱਲ ਆ, ਜਿਹੜੀ ਆਪਣੇ ਸਾਡੇ ਪਿੰਡ ਦੇ ਕੋਲ ਦੀ ਇੱਕ ਹਾਈਵੇ ਲੰਘ ਰਿਹਾ ਆਪਣੇ ਗਿੱਲ ਸਾਹਿਬ, ਉੱਥੋਂ ਇਹ ਜੰਮੂ ਤੋਂ ਪਤਾ ਨਹੀਂ ਉਧਰ ਕਿੱਥੇ ਤੱਕ ਜਾਣਾ, ਤੇ ਜੰਮੂ ਕਟੜਾ ਹਾਈਵੇ ਆ, ਜੰਮੂ ਕਟੜਾ, ਯੈਸ ਹਾਂਜੀ, ਉਹਦੇ ਤੇ 20-25 ਫੁੱਟ ਪਿੱਛੇ ਤੱਕ ਜ਼ਮੀਨ ਲੋਕ ਅਕਵਾਇਰ ਕਰ ਰਹੇ ਆ। ਜ਼ਮੀਨ ਜੱਟਾਂ ਦੇ ਜਾਣੀ ਹਿੱਕ ਪਾੜ ਕੇ ਉੱਥੋਂ ਦੀ ਜ਼ਮੀਨ ਦੀ ਪੂਰੇ ਵਿੱਚ ਦੀ ਜਾ ਰਿਹਾ, ਤੇ ਉਹਦੇ ਦਾਲੇ 25-25 ਫੁੱਟ ਪਰ ਏਡੀ ਫੈਂਸ ਲਾਉਣੀ ਹੈ ਵੀ ਉਹਦੇ ਤੇ ਕੋਈ ਆਪਣੇ ਵਰਗਾ ਤਾਂ ਚੜ੍ਹ ਵੀ ਨਹੀਂ ਸਕੂਗਾ। ਤੇ ਕਿਰਤੀ ਲੋਕਾਂ ਨੇ ਤਾਂ ਇਹ ਤਾਂ ਉਹਨਾਂ ਲਈ, ਘਰਾਣਿਆਂ ਲਈ ਸਾਰਾ ਕੁਝ ਬਣ ਰਿਹਾ। ਤੇ ਜਿਹੜੀ ਬੈਡ ਇਲਾਕਾ ਸਾਡੇ ਕੰਟਰੀ ਦੀ, ਜਿਹੜਾ ਏਡਾ ਧੱਕਾ ਹੋ ਰਿਹਾ ਸਾਰਿਆਂ ਦੇ ਨਾਲ, ਤੇ ਇੱਕ ਦੋ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਉਠਾਉਣ ਲਈ, ਜਿਵੇਂ ਤੁਸੀਂ ਦੱਸਿਆ ਵੀ ਗੁਜਰਾਤ ਦਾ ਮਾਡਲ ਆ, ਇਹ ਗੁਜਰਾਤੀਆਂ ਨੂੰ ਹੀ ਸਾਰਾ ਕੁਝ ਹਿੰਦੁਸਤਾਨ ਵੇਚਤਾ। ਤੇ ਜਿਹੜੀ ਬਹੁਤ ਸਾਡੀ ਜਿਹੜੀ ਕਿਸਾਨੀ ਆ, ਜਿਹਦੇ ਤੇ ਲੋਕ 65 ਤੋਂ 70% ਨਿਰਭਰ ਕਰਦੇ ਆ, ਤੇ ਉਹਨਾਂ ਕੋਲੇ ਹੋਰ ਕਰਨ ਨੂੰ ਕੁਛ ਨਹੀਂ, ਉਹ ਇਹਨਾਂ ਦੇ ਮਜ਼ਾਰੇ ਬਣ ਜਾਣਗੇ, ਇਹਨਾਂ ਦੇ ਲੇਬਰਰ ਬਣ ਜਾਣਗੇ, ਤੇ ਉਹ ਜ਼ਿੰਦਗੀ ਇੱਕ ਮਜਬੂਰੀ ਵਾਲੀ, ਜਿਹੜੀ ਉਹ ਸਿਰਫ ਰੋਟੀ ਤੱਕ ਹੀ ਸੀਮਿਤ ਰਹਿ ਜੂਗੀ, ਉਹਦੇ ਲਈ ਜਿਉਣ ਲਈ ਇਹ ਸਾਰਾ ਤਾਣਾ ਬਾਣਾ ਕਰ ਰਿਹਾ ਆ। ਅਸਲ 'ਚ ਅਜੀਤ, ਜਿਹੜੀ ਤੁਸੀਂ ਗੱਲ ਕੀਤੀ ਹੈ ਨਾ, ਉਹਦੇ 'ਚ ਇੱਕ ਗੱਲ ਤੁਸੀਂ ਥੋੜਾ ਜਿਹਾ ਔਲਾਰ ਬਿਰਤੀ 'ਚ ਗੱਲ ਕੀਤੀ ਹੈ। ਜਿਹੜੀ ਗੱਲ ਹੈਗੀ ਹੈ ਕਿ ਜਿਹੜੇ ਆਪ ਬਣੇ ਆਗੂ ਕਹਿ ਰਹੇ ਆਪਾਂ ਜਿਨ੍ਹਾਂ ਨੂੰ, ਉਹਨਾਂ ਦੀ ਵੀ ਲੋਕ ਆਧਾਰ ਦੀ ਜਿਹੜੀ ਇੱਕ ਸ਼ਕਤੀ ਹੈ ਉਹ ਕਦੇ ਵਿਸਾਰਨੀ ਨਹੀਂ ਚਾਹੀਦੀ। ਪਹਿਲੀ ਗੱਲ ਤੇ ਇਹ ਹੈ। ਹਾਂਜੀ, ਜਿਹੜੀਆਂ ਜਥੇਬੰਦੀਆਂ ਜੇ 31 ਬੈਠ ਸਕਦੀਆਂ ਨੇ, ਤੇ ਜੇ ਉਹਨਾਂ ਨੂੰ ਬਤੌਰ ਕੁਝ ਹੁੰਦੇ ਨੇ ਕੋਆਪਟਡ ਮੈਂਬਰਸ, ਜਿਨ੍ਹਾਂ ਦੀ ਓਪੀਨੀਅਨ ਦਾ ਕੋਈ ਮੀਨਿੰਗ ਹੁੰਦਾ, ਜਿਹੜੇ ਤੁਹਾਡੇ ਨਾਲ ਲਗਾਤਾਰ ਬੈਠੇ ਤਾਂ ਹੋਏ ਨੇ ਨਾ, ਉਹ ਚਾਹੇ ਦੀਪ ਸਿੱਧੂ ਹੈ, ਚਾਹੇ ਲੱਖਾ ਸਿਧਾਣਾ ਆ, ਚਾਹੇ ਕੋਈ ਹੋਰ ਬੰਦਾ, ਉਹਨਾਂ ਨੂੰ ਓਪੀਨੀਅਨ ਮੇਕਰ ਭਾਵੇਂ ਨਾ ਬਣਾਓ, ਪਰ ਓਪੀਨੀਅਨ ਉਹਨਾਂ ਦੀ ਜਿਹੜੀ ਹੈਗੀ ਉਹਨੂੰ ਵੈਲਿਊ ਜ਼ਰੂਰ ਕਰਨਾ ਚਾਹੀਦਾ। ਹੋ ਸਕਦਾ ਉਹਨਾਂ, ਕਈ ਵਾਰੀ ਕੀ ਹੁੰਦਾ, ਤੈਨੂੰ ਮੈਂ ਮਿਸਾਲ ਦਿੰਦਾ, ਮੈਂ ਨਿੱਕਾ ਜਿਹਾ ਸੀ ਉਦੋਂ 8ਵੀਂ 7ਵੀਂ 'ਚ ਪੜ੍ਹਦਾ ਸੀ, ਤੇ ਮੇਰੇ ਨਾ ਫੋੜੇ ਬਹੁਤ ਲੱਤਾਂ ਦੇ ਨਿਕਲਦੇ ਹੁੰਦੇ ਸੀ, ਤੇ ਬੈਲਾਡੋਨਾ ਜਿਹੜੀ ਇੱਕ ਪੱਟੀ ਹੁੰਦੀ ਸੀ ਕਾਲੀ ਜੀ, ਜਿਹਦੇ ਉੱਤੇ ਮੱਲਮ ਜਿਹਨੂੰ ਹੁੰਦੀ ਸੀ ਇੱਕ, ਉਹ ਗਰਮ ਕਰਕੇ ਜਿਹੜੀ ਮੋਮਬੱਤੀ ਤੇ ਆਪਾਂ ਕਾਗਜ਼ ਤੇ ਚਪੇਟ ਕੇ, ਤੇ ਉਹ ਪੇਪਰ ਤੇ ਲਾ ਕੇ, ਸੌਰੀ ਕੱਪੜੇ ਤੇ ਲਾ ਕੇ, ਤੇ ਆਪਾਂ ਫੋੜੇ ਤੇ ਲਾਉਂਦੇ ਹੁੰਦੇ ਸੀ। ਹਾਂਜੀ ਹਾਂਜੀ, ਤੇ ਉਹ ਨਾ ਅਕਸਰ ਉੱਤਰਦੀ ਉਦੋਂ ਜਦੋਂ ਥੱਲੇ ਫੋੜਾ ਐਨ ਠੀਕ ਹੋ ਜਾਂਦਾ ਸੀ। ਹਾਂਜੀ, ਇੱਕ ਵਾਰ ਮੈਂ ਆਪਣੇ ਚਾਚਾ ਜੀ ਨੂੰ ਸੁਣਿਆ ਗੱਲਾਂ ਕਰਦਿਆਂ ਵੀ ਮੈਨੂੰ ਨਾ ਬਵਾਸੀਰ ਤੇ ਫੋੜੇ ਨੇ ਬੜਾ ਤੰਗ ਕੀਤਾ ਹੋਇਆ। ਹਾਂਜੀ, ਹੁਣ ਨਾ ਤਾਂ ਮੈਨੂੰ ਇਹ ਪਤਾ ਵੀ ਬਵਾਸੀਰ ਕੀ ਹੁੰਦੀ ਹੈ, ਨਾ ਪਤਾ ਫੋੜਾ ਕੀ ਹੁੰਦਾ, ਨਾ ਪਤਾ ਵੀ ਬਵਾਸੀਰ ਦਾ ਫੋੜਾ ਹੁੰਦਾ ਕਿੱਥੇ ਹੈ। ਮੈਂ ਨਿਆਣਾ ਭੱਜ ਕੇ ਗਿਆ, ਮੈਂ ਕਿਹਾ ਚਾਚਾ ਜੀ ਇਹ ਕਿਹੜੀ ਗੱਲਾਂ 'ਚ ਗੱਲ ਹੈ, ਮੇਰੇ ਫੋੜੇ ਸਾਰੇ ਠੀਕ ਕਰਤੇ ਇਸ ਦਵਾਈ ਨੇ, ਤੁਸੀਂ ਵੀ ਇਹ ਲਾ ਲਓ। ਉਹਨਾਂ ਨੂੰ ਮੈਂ ਉਹ ਦਵਾਈ ਦੇਤੀ, ਉਹੀ ਜਿਹੜੀ ਮੇਰੇ ਕੋਲ ਬੈਲਾਡੋਨ ਨਾਲ ਜਿਹੜੀ ਪੱਟੀ ਸੀ, ਤੇ ਉਸ ਨਾਲ ਉਹਨਾਂ ਦੀ ਬਵਾਸੀਰ ਕਿੱਧਰ ਨੂੰ ਗਈ। ਉਹ 88-87 ਸਾਲ ਤੱਕ ਜੀਂਦੇ ਰਹੇ, ਉਹਨਾਂ ਨੂੰ ਬਾਅਦ 'ਚ ਫੋੜਾ ਹੀ ਨਹੀਂ ਹੋਇਆ। ਕਈ ਵਾਰੀ ਹੁੰਦਾ ਕੀ ਹੈ ਕਿ ਜਿਹੜਾ ਜਿਹਨੂੰ ਅਸੀਂ ਸਮਝਦੇ ਨੇ ਇਹਨੂੰ ਕੀ ਪਤਾ, ਉਹਨੂੰ ਵਾਕਈ ਨਹੀਂ ਪਤਾ ਹੁੰਦਾ, ਪਰ ਉਹਦੇ ਕੋਲ ਕਈ ਵਾਰੀ ਇਲਾਜ ਇਹੋ ਜਿਹਾ ਹੁੰਦਾ ਜਿਹਦਾ ਜਿਹੜਾ ਇਲਾਜ ਸਲਾਹ ਲੈਣ 'ਚ ਕੋਈ ਹਰਜ ਨਹੀਂ ਹੁੰਦੀ। ਕਿ ਨਿੱਕਾ ਨਿਆਣਾ ਹੀ ਤੁਹਾਨੂੰ ਸਵੇਰੇ ਇਹੋ ਜਿਹੀ ਗਿਆਨ ਦੀ ਪੁੜੀ ਦੇ ਜਾਂਦਾ ਜਿਹੜੀ ਤੁਹਾਡੇ ਕੋਲੇ ਸਿਆਣਿਆਂ ਕੋਲ ਹੁੰਦੀ ਹੀ ਨਹੀਂ, ਕਿ ਸਾਰੀ ਜ਼ਿੰਦਗੀ ਨਹੀਂ ਹੋ ਸਕਦੀ। ਸੋ ਮੈਂ ਕਹਿੰਦਾ ਹਰ ਰੰਗ ਦੇ ਬੰਦੇ ਨੂੰ ਇਹਨਾਂ ਨੂੰ ਐਡਵਾਈਸ ਲੈਣੀ ਚਾਹੀਦੀ ਹੈ। ਮੰਨਣ ਨਾ ਮੰਨਣ, ਇਹ ਕੱਤੀਆਂ ਨੂੰ ਆਪਣੇ ਕੋਲ ਅਧਿਕਾਰ ਰੱਖਣਾ ਚਾਹੀਦਾ। ਹੁਣ ਅੱਜ ਕੀ ਹੋ ਰਿਹਾ, ਮਾਫ ਕਰਨਾ, ਹੋ ਹੀ ਰਿਹਾ ਕਿ ਸੋਸ਼ਲ ਮੀਡੀਆ ਦੀ ਜਿਹੜੀ ਰੀਚ ਆ ਹਰ ਬੰਦੇ ਤੱਕ ਹੈ। ਹਰ ਬੰਦੇ ਦੇ ਅੱਗੇ ਘੁੱਗੀ ਜੀ ਕਰ ਦਿੰਦੇ ਨੇ, ਉਹ ਜੋ ਮੂੰਹ 'ਚ ਆਉਂਦਾ ਬੋਲ ਦਿੰਦਾ। ਜੇ ਉਹ ਗੁੱਸੇ 'ਚ ਬੋਲੇ ਉਹਦੇ ਸ਼ਬਦ ਹੋਰ ਨੇ, ਜੇ ਉਹ ਸਲਾਹ ਮਸ਼ਵਰਾ ਦਿੱਤਾ ਹੋਇਆ ਉਹਨੇ ਕਿਤੇ, ਫਿਰ ਇਹ ਕਹੇਗਾ ਕਿ ਮੇਰੇ ਤੋਂ ਰਾਏ ਤਾਂ ਪੁੱਛੀ ਸੀ, ਮੈਂ ਆਹ ਰਾਏ ਦੇ ਦਿੱਤੀ ਸੀ। ਦੋ ਗੱਲਾਂ 'ਚ ਫਰਕ ਪੈ ਜਾਂਦਾ ਇਸ ਗੱਲ ਦੇ ਵਿੱਚ। ਸੋ ਤਲਖੀ ਦੇ ਵਿੱਚ ਪਬਲਿਕ ਅਟਰੈਂਸ ਜਿਹੜੀ ਹੈਗੀ ਹੈ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ। ਜਿਵੇਂ ਹੁਣ ਮਿਸਾਲਾਂ ਦੋ ਦਿਆਂਗਾ ਮੈਂ ਇੱਥੇ, ਤੁਸੀਂ ਵੀ ਸੁਣਿਆ ਮੈਂ ਵੀ ਸੁਣਿਆ, ਜਿਸ ਤਰ੍ਹਾਂ ਸਰਦਾਰ ਬਲਬੀਰ ਸਿੰਘ ਰਾਜੇਵਾਲ ਵਰਗੇ ਸੀਜ਼ਨਡ ਬੰਦੇ ਨੇ, ਸਾਰੀ ਜ਼ਿੰਦਗੀ ਜਿਹਨੇ ਲਾਈ ਹੈ, ਉਹਨੇ ਇਹ ਗੱਲ ਆਖੀ ਕਿ ਸਾਨੂੰ ਆਪਣੀਆਂ ਜਿਹੜੀਆਂ ਨਿਹੰਗ ਸਿੰਘ ਫੌਜਾਂ ਨੇ ਇਹ ਵਿਡਰਾ ਕਰ ਲੈਣੀਆਂ ਚਾਹੀਦੀਆਂ ਨੇ, ਇਹਨਾਂ ਨੂੰ ਪਿੱਛੇ ਕਰ ਲੈਣਾ ਚਾਹੀਦਾ, ਜਾਂ ਸਾਨੂੰ ਆਪਣਾ ਕੇਸਰੀ ਨਿਸ਼ਾਨ ਉਹਨਾਂ ਵਿਜ਼ੀਬਲ ਨਹੀਂ ਕਰਨਾ ਚਾਹੀਦਾ ਜਿੰਨਾ ਕੇਸਰੀ ਨਿਸ਼ਾਨ ਵਿਜ਼ੀਬਲ ਹੋ ਰਿਹਾ। ਹੁਣ ਇਹ ਗੱਲ ਮਾਈਕ੍ਰੋਫੋਨ ਤੇ ਕਰਨ ਵਾਲੀ ਨਹੀਂ ਹੈ, ਇਹ ਗੱਲ ਮੀਟਿੰਗ 'ਚ ਕਰਨ ਵਾਲੀ ਹੈ, ਜਥੇਬੰਦੀਆਂ ਦੇ ਬੰਦਿਆਂ ਨਾਲ ਗੱਲ ਕਰਨ ਵਾਲੀ, ਬਹਿ ਕੇ ਕਰਨ ਵਾਲੀ ਗੱਲ ਹੈ। ਇਸੇ ਤਰ੍ਹਾਂ ਕੱਲ ਮਨਜੀਤ ਸਿੰਘ ਰਾਏ ਨੇ ਕੁਝ ਗੱਲਾਂ ਕੀਤੀਆਂ, ਕੱਲ ਕੇ ਪਰਸੋਂ ਸ਼ਾਇਦ ਇੰਡੀਵਿਜੂਅਲ ਬਾਰੇ, ਉਹਦੇ ਐਡਰੈਸ ਸ਼ਾਇਦ ਕਿਣਕਾ ਮਾਤਰ ਵੀ ਮੇਰੀ ਅਸਹਿਮਤੀ ਨਾ ਹੋਵੇ, ਪਰ ਉਹ ਪਲੇਸ ਠੀਕ ਨਹੀਂ ਸੀ, ਟਾਈਮਿੰਗ ਦਾ ਫਰਕ ਹੈ। ਜਿਸ ਦਿਨ ਲੱਖਾ ਬੋਲਿਆ ਉੱਥੇ ਵਕਤ ਤੋਂ, ਉਹਦਾ ਉਸ ਵਕਤ ਮੰਚ ਸੰਚਾਲਕ ਨਾਲ ਰੋਸਾ ਪ੍ਰਗਟ ਕਰਨ ਦਾ ਸਮਾਂ ਠੀਕ ਨਹੀਂ ਸੀ। ਟਾਈਮਿੰਗ ਦੀ ਗੱਲ ਹੈ। ਹੁਣ ਗੱਲ ਤਾਂ ਟਾਈਮਿੰਗ ਤੇ ਮੁੱਕਦੀ ਜਾ ਕੇ। ਹੁਣ ਇੱਕ ਬੰਦਾ ਕਹਿੰਦਾ, ਅੱਜ ਹੀ ਮੈਨੂੰ ਸਵੇਰੇ ਮੈਸੇਜ ਆਇਆ ਕਿਸੇ ਦਾ ਕਿ ਮੈਂ ਤਾਂ ਭਾਈ ਰਾਮ ਸਿੰਘ ਨੂੰ ਸ਼ਹੀਦ ਨਹੀਂ ਮੰਨਦਾ, ਨਾਨਕਸਰ ਵਾਲੇ ਨੂੰ। ਮੈਂ ਕਿਹਾ ਤੂੰ ਮੰਨੇ ਚਾਹੇ ਨਾ ਮੰਨੇ, ਮੈਂ ਵੀ ਸ਼ਹੀਦ ਨਹੀਂ ਮੰਨਦਾ।
ਪਰ ਮੈਂ ਉਹਨੂੰ ਆਤਮ ਬਲੀਦਾਨ ਨਹੀਂ ਮੰਨਦਾ। ਯਾਰ ਜਿਹਦੇ ਕੋਲ ਜੋ ਧਰਮ ਯੁੱਧ ਦੇ ਵਿੱਚ ਹੁੰਦਾ, ਜਿਹਦੇ ਕੋਲ ਜੋ ਆ ਕੁਰਬਾਨ ਕਰ ਦਿਓ। ਉਹ ਕਹਿੰਦਾ ਮੇਰੇ ਕੋਲੇ 5 ਲੱਖ ਰੁਪਈਆ ਸੀ, ਮੈਂ ਉਹ ਦੇ ਚੱਲਿਆ ਦਾਨ ਦੇ ਵਿੱਚ, ਮੇਰੀ ਰੂਹ ਤੇ ਭਾਰ ਬੜਾ, ਲਿਖ ਕੇ ਗੱਲ ਕਹੀ ਜਾਂਦੇ ਨੇ। ਮੇਰੇ ਕੋਲ ਇਸ ਵਕਤ ਦੇਣ ਵਾਸਤੇ ਸਿਰਫ ਆਪਣਾ ਵਜੂਦ ਹੈ, ਮੈਂ ਉਹ ਕੁਰਬਾਨ ਕਰ ਰਿਹਾ। ਕਿਵੇਂ ਕਰਨਾ ਇਹ ਤਾਂ ਅਸੀਂ ਸੁਸਾਇਟੀ ਐਜੂਕੇਟ ਹੀ ਨਹੀਂ ਕੀਤਾ। ਇੱਕ ਸਾਧ ਹਰ ਬੰਦੇ ਨੂੰ ਤੁਸੀਂ ਕਹੋ ਕਿ ਮੋਰਚੇ ਤੇ ਜਾ ਕੇ ਪਹਿਲਾਂ ਤਾਂ ਆਗੂਆਂ ਦੀ ਸਲਾਹ ਮੰਨੇ, ਫਿਰ ਉੱਥੇ ਜਾ ਕੇ ਉਹਦੇ ਮੁਤਾਬਕ ਚੱਲੇ, ਇੰਨੀ ਡਿਸਿਪਲਿਨ ਅਜੇ ਫੌਜ ਤਿਆਰ ਰਹੀ ਸੀ, ਨਹੀਂ ਕੀਤੀ। ਉਹ ਸਿਰਫ ਇੱਕੋ ਜਥੇਬੰਦੀ ਕੋਲ ਆ, ਉਹ ਹੈਗੀ ਜੋਗਿੰਦਰ ਸਿੰਘ ਉਗਰਾਹਾਂ ਦੀ ਜਥੇਬੰਦੀ ਕੋਲ, ਜਿਹੜੇ ਟਿਕਰੀ ਬਾਰਡਰ ਤੇ ਬੈਠੇ ਆ। ਡਿਸਿਪਲਿਨ ਫੋਰਸ ਬਾਕੀਆਂ ਕੋਲੇ ਕਿਸੇ ਕੋਲ ਵੀ ਹਾਜ਼ਰ ਨਹੀਂ ਹੈਗੀ। ਬਾਕੀ ਤੇ ਯੈਸ ਮੈਨ ਯੈਸ ਨੋ ਵਾਲੇ ਮਾਮਲੇ ਨੇ ਸਾਰੇ। ਮਾਫ ਕਰਨਾ, ਜਿੰਨੀ ਈਵਨ ਕਮਿਊਨਿਸਟ ਪਾਰਟੀਆਂ ਦਾ ਜੇ ਕਾਡਰ ਉਹ ਵੀ ਖੁਰ ਚੁੱਕਿਆ ਕਾਫੀ ਹੱਦ ਤੱਕ। ਈਵਨ ਭਾਰਤੀ ਜਨਤਾ ਪਾਰਟੀ, ਅਕਾਲੀ ਦਲ ਕੋਲ ਆਪਣਾ, ਕਾਂਗਰਸ ਕੋਲ, ਤਿੰਨਾਂ ਕੋਲ ਆਪਣਾ ਕਿਸਾਨ ਕਾਡਰ ਹੀ ਕੋਈ ਨਹੀਂ। ਕਿਉਂਕਿ ਜਦੋਂ ਸੱਤਾ ਦੇ ਵਿੱਚ ਪੋਲੀਟੀਕਲ ਪਾਰਟੀਆਂ ਰਹਿ ਲੈਂਦੀਆਂ ਨਾ, ਉਹਨਾਂ ਦੇ ਨਾਲ ਸਿਰਫ ਜਿਹੜੇ ਮਾੜਾ ਮੋਟਾ ਹਲਵਾ ਮੰਡਾ ਛਕਣ ਛਕਾਉਣ ਵਾਲੇ ਨੇ ਉਹੀ ਰਲਦੇ ਨੇ। ਉਹਦੇ ਨਾਲ ਸੰਘਰਸ਼ੀਲ ਬੰਦਾ ਤਾਂ ਲੜਦਾ ਹੀ ਨਹੀਂ। ਉਹਨੂੰ ਤਰੀਕਾ ਆ ਜਾਂਦਾ ਵੀ ਸਾਡੇ MLA ਸਾਹਿਬ ਕਾਹਦੇ ਨਾਲ ਖੁਸ਼ ਹੁੰਦੇ ਨੇ, ਕਿਹੜੀ ਗੱਲ ਨਾਲ ਖੁਸ਼ ਹੁੰਦੇ ਨੇ। ਦੂਸਰਾ ਇੱਕ ਗੱਲ ਜਿਹੜੀ ਕਦੇ ਨਾ ਭੁੱਲੀਏ ਆਪਾਂ ਰੁਪਿੰਦਰ ਸਾਰੇ ਜਣੇ, ਕਿ ਪੰਜਾਬੀਆਂ ਨੇ ਇੱਕ ਬਹੁਤ ਵੱਡਾ ਭੈੜ ਪੈਦਾ ਕਰ ਲਿਆ ਆਪਣੇ ਅੰਦਰ, ਖਾਸ ਕਰਕੇ 66 ਤੋਂ ਬਾਅਦ ਚ। ਉਹ ਭੈੜ ਆ ਕਿ ਉਹ ਗੱਲ ਕਰੋ ਜਿਹੜੀ ਤੁਹਾਡਾ ਕੰਨ ਸੁਣਨਾ ਚਾਹੁੰਦਾ, ਦੂਸਰੇ ਦਾ ਕੰਨ ਸੁਣਨਾ ਚਾਹੁੰਦਾ। ਐਗਜ਼ੈਕਟਲੀ। ਤੁਹਾਡਾ ਦਿਲ ਕੀ ਕਹਿੰਦਾ ਉਹ ਗੱਲ ਅਸੀਂ ਕਹਿਣ ਤੋਂ ਗੁਰੇਜ਼ ਕਰ ਜਾਂਦੇ ਆ, ਗੁਰੇਜ਼ ਕਰਦੇ ਆ। ਅੱਛਾ, ਜੇ ਕੋਈ 2-4% ਐਸੇ ਜਿਹੇ ਲੋਕ ਹੈਗੇ ਨੇ, ਉਹਨਾਂ ਨੂੰ ਡਿਸਕਰੇਜ ਕਰਦੇ ਆ। ਜਿਹੜਾ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਗੋਸ਼ਟ ਦਿੱਤੀ ਸੀ, ਇੱਕ ਟ੍ਰੈਡੀਸ਼ਨ ਦਿੱਤੀ ਸਾਨੂੰ ਕਿ ਜਬ ਲਗ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀਏ, ਉਹਦੇ ਤੋਂ ਅਸੀਂ ਪਿਛਾਂਹ ਹਟ ਗਏ ਹਾਂ। ਹੁਣ ਜਿਹੜੀ ਗੱਲ ਨਾਲ ਮੈਂ ਸਹਿਮਤ ਨਹੀਂ ਹੈਗਾ, ਜੇ ਕੋਈ ਬੰਦਾ ਹੋਰ ਕਿਤੇ ਕਰਦਾ ਹੋਵੇ ਤੇ ਸਾਰਾ ਹੀ ਕੂੜਾ ਚੁੱਕ ਕੇ, ਸਾਰਾ ਹੀ ਗੋਹਾ ਚੁੱਕ ਕੇ ਅਸੀਂ ਉਹਦੇ ਸਿਰ 'ਚ ਪਾ ਦਿੰਦੇ ਆ। ਇਹ ਕੌਣ ਹੁੰਦਾ ਗੱਲ ਕਹਿਣ ਵਾਲਾ? ਇਹਦੀ ਕਿਵੇਂ ਜ਼ਰੂਰਤ ਪੈ ਗਈ ਗੱਲ ਕਹਿਣ ਦੀ? ਅੱਛਾ, ਅਸੀਂ ਦੁੱਖ ਦੇ ਫੋੜੇ ਬਣ ਗਏ ਆ। ਅਸੀਂ ਹੁਣ ਮਤਲਬ ਰਿਸੀਵਿੰਗ ਐਂਡ ਤੇ ਨਹੀਂ ਜਾਂਦੇ। ਸੁਣੀਏ ਤਾਂ ਹੈ ਹੀ ਨਹੀਂ ਸਾਡੇ ਕੋਲ, ਸਾਡੇ ਤੋਂ ਕਹੀਏ ਆ। ਹੁਣ ਜਦੋਂ ਕਹੀਏ ਅਸੀਂ ਸਰਦਾਰੀ ਹੋ ਜਾਂਦੀ ਹੈ। ਇਹ ਤੁਸੀਂ ਬੜੀ ਵਧੀਆ ਗੱਲ ਕਹੀ ਹੈ। ਜਿਹੜਾ ਲਿਸਨਿੰਗ ਸਕਿੱਲਸ ਨੇ ਉਹ ਆਪਣੇ ਲੀਡਰਾਂ ਕੋਲੇ ਜਾਂ ਆਪਣੇ ਆਮ ਪਬਲਿਕ ਕੋਲੇ ਬਹੁਤ ਘੱਟ ਨੇ। ਆਪਾਂ ਗੱਲ ਸੁਣਨੀ ਨਹੀਂ ਚਾਹੁੰਦੇ। ਈਵਨ ਰੁਪਿੰਦਰ ਘਰ 'ਚ ਵੀ ਹੈ ਨਹੀਂ। ਹਾਂਜੀ ਹਾਂ, ਉਹ ਸੁਣਾਉਣੀ ਚਾਹੁੰਦੇ ਆ, ਬਾਅਦ 'ਚ ਆਉਂਦੇ ਨੇ, ਘਰ 'ਚ ਵੀ ਹੈ ਨਹੀਂ। ਹਾਂ, ਘਰ 'ਚ ਹੈ ਨਹੀਂ। ਜਿਹੜਾ ਬੱਚਾ ਨਿੱਕਾ ਬੱਚਾ, ਤੁਸੀਂ ਉਹਦੀ ਗੱਲ ਨਹੀਂ ਮੰਨਦੇ ਤੇ ਉਹ ਐ ਰੁੱਸਦਾ ਜਿਵੇਂ ਮਤਲਬ ਸਾਰਾ ਕੁਝ ਖੁੱਸ ਗਿਆ ਹੁੰਦਾ। ਹਾਂਜੀ ਹਾਂ, ਪਰਵਰਿਸ਼ ਉਹਦੀ ਉਵੇਂ ਕਰ ਰਹੇ ਆ। ਚਲੋ ਹੁਣ ਆਪਾਂ ਥੋੜਾ ਦੂਸਰਾ ਨੂੰ ਗੱਲਬਾਤ, ਤੁਸੀਂ ਬੜੀ ਵਿਸਥਾਰ ਨਾਲ ਕਾਫੀ ਉਹਦੀ ਸੰਘਰਸ਼ ਦੀ ਕਰ ਲਈ। ਇੱਕ ਸਿੱਧਾ ਤੇ ਕੁਐਸਚਨ ਕਰਦੇ ਆ। ਤੁਸੀਂ ਪੋਲੀਟੀਕਲ ਪਾਰਟੀਜ਼ ਦੀ ਵੀ ਗੱਲ ਕੀਤੀ ਆਲਰੇਡੀ। ਮੇਰਾ ਵੀ ਸਾਰਿਆਂ ਨੂੰ ਉਹ ਕੁਐਸਚਨ ਕਰਨਗੇ ਜਾਂ ਉਹਨਾਂ ਨੂੰ ਅਕਾਊਂਟੇਬਲ ਬਣਾਉਣਗੇ। ਸਿੱਧਾ ਕੁਐਸਚਨ ਇਹ ਆ ਵੀ ਜਿਹੜੀਆਂ ਰਵਾਇਤੀ ਪਾਰਟੀਜ਼ ਨੇ ਆਪਣੇ, ਖਾਸ ਕਰਕੇ ਪੰਜਾਬ ਦੇ ਵਿੱਚ, ਉਹ ਨੇ ਅਕਾਲੀ, ਕਾਂਗਰਸ ਔਰ BJP ਕਹਿ ਲਓ, ਆਪ ਜਿਹੜੀ ਉਹ ਨਵੀਂ ਪਾਰਟੀ ਆ। ਤੁਸੀਂ ਕੀ ਕਹਿੰਦੇ ਹੋ ਵੀ ਉਹਨਾਂ ਨੂੰ ਜਿਉਂ ਹੀ ਇਹ ਅੰਦੋਲਨ ਖਤਮ ਹੁੰਦਾ ਸਕਸੈਸਫੁਲੀ, ਜਾਂ ਜਿਵੇਂ ਵੀ ਇਹਦੇ ਆਊਟਕਮਸ ਆਉਂਦੇ ਆ, ਵੀ ਇਹਦਾ ਰਾਈਟ ਵੇ ਉਹ ਜਿਹੜੀਆਂ ਰਵਾਇਤੀ ਪਾਰਟੀਜ਼ ਨੇ ਉਹਨਾਂ ਨੂੰ ਨੁਕਸਾਨ ਹੋਊਗਾ? ਉਹ ਫੇਰ ਵੀ ਜਿਹੜਾ ਪਿਛਲੇ 70 ਸਾਲਾਂ ਤੋਂ ਕਰਦੇ ਆ ਵੀ ਉਹ ਫੇਰ ਉਹਨੂੰ ਰੈਪ ਅਪ ਕਰ ਜਾਣਗੇ? ਨੁਕਸਾਨ ਨਹੀਂ ਹੋਏਗਾ ਉਹਨਾਂ ਨੂੰ ਨਾ, ਉਹਨਾਂ ਨੂੰ ਆਪਣਾ ਆਪ ਰਿਵਿਊ ਕਰਨਾ ਪਏਗਾ। ਨੁਕਸਾਨ ਤਾਂ ਨਹੀਂ ਹੋਣਾ ਕਿ ਉਹ ਕਾਡਰ ਬੇਸਡ ਪਾਰਟੀਆਂ ਨੇ। ਉਹ ਕਾਡਰ ਬੇਸਡ ਪਾਰਟੀਆਂ ਨੇ। ਕਾਡਰ ਬੇਸਡ ਪਾਰਟੀਆਂ ਜਿਵੇਂ ਕਹਿੰਦੇ ਲਾਹੌਰ ਸ਼ਹਿਰ ਟਹੇਗਾ, ਜਗਰਾਵਾਂ ਜਿੱਡਾ ਤਾਂ ਰਹੇਗਾ। ਹਾਂਜੀ, ਮਾਫ ਕਰਨਾ, ਜਿਹੜੀਆਂ ਜੜ੍ਹਾਂ ਵਾਲਾ ਫੋੜਾ ਨਾ, ਉਹ ਹੋਮੋਪੈਥੀ ਦਵਾਈ ਨਾਲ ਨਹੀਂ ਮੁੱਕਦਾ। ਉਹਦੇ ਲਈ ਮੇਜਰ ਸਰਜਰੀ ਦੀ ਲੋੜ ਹੁੰਦੀ ਹੈ। ਉਹ ਸਰਜਰੀ ਇਸ ਵਕਤ ਸਿੰਘੂ ਬਾਰਡਰ ਤੇ, ਟਿਕਰੀ ਬਾਰਡਰ ਤੇ, ਗਾਜ਼ੀਪੁਰ ਬਾਰਡਰ ਤੇ, ਤੁਹਾਡੇ ਉੱਥੇ ਚਿੱਲੇ ਬਾਰਡਰ ਤੇ ਹੋ ਰਹੀ ਹੈ। ਉਹ ਪੂਰੇ ਮੁਲਕ ਦੀ ਇਸ ਵਕਤ ਸਰਜਰੀ ਹੋ ਰਹੀ ਹੈ ਜੜ੍ਹਾਂ ਵਾਲੇ ਫੋੜੇ ਨੂੰ ਮਾਰਨ ਵਾਸਤੇ। ਜੇ ਤਾਂ ਸਰਜਰੀ ਕਾਮਯਾਬ ਹੋ ਜਾਂਦੀ ਹੈ ਫਿਰ ਤਾਂ ਇੱਕ ਤਬਦੀਲ ਨਿਜ਼ਾਮ ਦੀ ਆਸ ਮੈਂ ਕਰ ਸਕਦਾ। ਜੇ ਸਰਜਰੀ 'ਚ ਕਸਰ ਰਹਿ ਜਾਂਦੀ ਹੈ, ਕੋਈ ਨਾ ਕੋਈ ਇੱਕ ਅੱਧੀ ਤੰਦ ਰਹਿ ਜਾਂਦੀ, ਜਿਵੇਂ ਕੈਂਸਰ ਦੇ ਫੋੜੇ ਦੀ ਜਿਹੜੇ ਨੋਡਸ ਨੇ, ਲਿੰਫ ਨੋਡਸ ਨੇ, ਫੈਲ ਜਾਂਦੇ ਨੇ ਤੇ ਇੱਕ ਥਾਂ ਤੋਂ ਕੱਢਦਾ ਦੂਸਰੀ ਥਾਂ ਤੇ ਜਾ ਕੇ ਐਕਟੀਵੇਟ ਹੋ ਜਾਂਦਾ, ਫਿਰ ਸਾਨੂੰ ਆਸਾਂ ਉਮੀਦਾਂ ਬਹੁਤੀਆਂ ਨਹੀਂ ਕਰਨੀਆਂ ਚਾਹੀਦੀਆਂ। ਸਾਡੀ ਪ੍ਰੋਬਲਮ ਕੀ ਹੈ? ਪ੍ਰੋਬਲਮ ਇਹ ਆ ਕਿ ਸਭ ਤੋਂ ਸਰਜਰੀ ਪਾਰਟੀ ਜਿਹੜੀ ਹੈਗੀ ਉਹ ਆਮ ਆਦਮੀ ਪਾਰਟੀ ਹੈ। ਹਾਂਜੀ, ਆਮ ਆਦਮੀ ਪਾਰਟੀ ਦੇ ਏਜੰਡੇ ਦੀ ਗੱਲ ਅਜੇ ਤੱਕ ਨਹੀਂ ਆ ਸਕੀ। ਮਾਫ ਕਰਨਾ,
ਇੱਕ ਤਾਂ ਲੜਾਈ ਹੋ ਗਈ ਅਡਾਨੀਆਂ ਅੰਬਾਨੀਆਂ ਦੇ ਖਿਲਾਫ, ਜਿਹੜੀ ਵਿਜ਼ੀਬਲ ਹੈ, ਬਾਰਡਰ ਤੇ ਆ ਗਈ, ਸਾਹਮਣੇ ਆ ਗਈ ਵੀ ਇਹਨਾਂ ਨੇ ਸਾਈਲੋ ਬਣਾਏ ਨੇ, ਇਹਨਾਂ ਨੇ ਆਹ ਇੰਫਰਾਸਟ੍ਰਕਚਰ ਬਣਾਇਆ, ਇਸ ਕਰਕੇ ਇਹਨਾਂ ਨੇ ਖੇਤੀਬਾੜੀ ਤੇ ਕਬਜ਼ਾ ਕਰਨਾ। ਪਰ ਕੁਝ ਲੁਕਵੇਂ ਦੁਸ਼ਮਣ ਹੋਰ ਵੀ ਤਾਂ ਹੈਗੇ ਆ, ਉਹ ਕਿਉਂ ਭੁੱਲਦੇ ਹੋ? WTO ਆਉਣ ਤੋਂ ਬਾਅਦ ਵਿੱਚ ਜਿਹੜੇ ਕਾਰਪੋਰੇਟ ਘਰਾਣਿਆਂ ਨੂੰ ਅਸੀਂ ਜ਼ਮੀਨਾਂ ਦਿੱਤੀਆਂ ਪੰਜਾਬ ਦੇ ਵਿੱਚ ਵੀ ਸਬਜ਼ੀਆਂ ਬੀਜੋ, ਪ੍ਰੋਸੈਸਿੰਗ ਕਰੋ, ਉਹਦਾ ਸੋਸ਼ਲ ਆਡਿਟ ਕੌਣ ਕਰਵਾਏਗਾ? ਤੇਰੇ ਇੱਥੇ ਲੋਧੂਵਾਲ ਦੇ ਵਿੱਚ ਹੀ 400 ਏਕੜ ਜ਼ਮੀਨ ਏਅਰਟੈਲ ਨੂੰ ਦਿੱਤੀ ਹੋਈ ਹੈ ਇਹਨਾਂ ਨੇ, ਪੰਜਾਬ ਗਵਰਨਮੈਂਟ ਨੇ 400 ਏਕੜ ਫਾਰਮ ਫਰੈਸ਼ ਨਾ ਥੱਲੇ ਸਬਜ਼ੀਆਂ ਬੀਜਣ ਲਈ। ਉਹਨਾਂ ਨੇ 1 ਸਾਲ ਬੀਜੀਆਂ, ਬਾਅਦ ਚ ਪਤਾ ਨਹੀਂ ਕਿੱਧਰ ਨੂੰ ਗਿਆ, ਹੁਣ ਫਾਰਮ ਉਹਨਾਂ ਦੇ ਕਬਜ਼ੇ 'ਚ ਹੈ। ਸੇਮ ਇਜ਼ ਦਾ ਕੇਸ ਵਿਦ ਵੋਲਟਾਸ, ਪੈਪਸੀ, ਕਿੰਨੀਆਂ ਆਰਗੇਨਾਈਜੇਸ਼ਨ ਹੋਰ, ਮਹਿੰਦਰਾ ਐਂਡ ਮਹਿੰਦਰਾ, ਜਿਨ੍ਹਾਂ ਨੇ ਕੰਟਰੈਕਟ ਫਾਰਮਿੰਗ ਕੀਤੀ, ਤਾਂ ਕੋਰਟ ਕੇਸ ਚੱਲੀ ਜਾਂਦੇ ਨੇ। ਉਹ ਵੀ ਛੱਡੋ, ਕੋਆਪਰੇਟਿਵ ਸੈਕਟਰ ਦੀਆਂ ਮਿੱਲਾਂ ਦੇ ਅਜੇ ਤੱਕ ਦੇਣਦਾਰੀਆਂ ਫਾਰਮਰਸ ਦੀਆਂ, ਸ਼ੂਗਰ ਕੇਨ ਗਰੋਅਰਸ ਦੀਆਂ ਅਜੇ ਤੱਕ ਪਈਆਂ ਨੇ। ਤੁਹਾਡੀ ਇਹ ਆਡਿਟਿੰਗ ਕੌਣ ਕਰੇਗਾ? ਕਿਸੇ ਵੀ ਪੋਲੀਟੀਕਲ ਪਾਰਟੀ ਦਾ ਕੋਈ ਆਪਣਾ ਇਕਨੋਮਿਕ ਵਿੰਗ ਨਹੀਂ ਹੈਗਾ, ਈਵਨ ਇਨਕਲੂਡਿੰਗ ਆਮ ਆਦਮੀ ਪਾਰਟੀ। ਯਾਰ ਕੱਲਾ ਭਗਵੰਤ ਮਾਨ ਥੋੜਾ ਸਟੀਅਰਿੰਗ ਚੁੱਕ ਕੇ ਤੁਰ ਪਏਗਾ ਤੇ ਉਹਨੂੰ ਸਾਰੀ ਅਕਲ ਉਹਨੂੰ ਇਕੱਲੇ ਨੂੰ ਹੋਗੀ। ਤੁਹਾਡੀ ਪੋਲੀਟੀਕਲ ਪਾਰਟੀ ਦੇ ਵਿੱਚ ਇਕਨੋਮਿਸਟ, ਸੋਸ਼ੀਓਲੋਜਿਸਟ, ਸਾਈਕੋਲੋਜਿਸਟ, ਉਹ ਸਾਰੇ ਜਿਹੜੇ ਜਿੰਨਾ ਚਿਰ ਐਕਟੀਵੇਟ ਤੁਸੀਂ ਨਹੀਂ ਕਰਦੇ, ਸਾਰੇ ਸੈਕਸ਼ਨ ਤੁਸੀਂ ਮਜ਼ਬੂਤ ਨਹੀਂ ਕਰਦੇ, ਈਵਨ ਬਾਕੀ ਟ੍ਰੈਡੀਸ਼ਨਲ ਪਾਰਟੀਆਂ ਦੇ ਮੈਨੂੰ ਸ਼ਿਕਵਾ ਕੋਈ ਨਹੀਂ, ਕਿਉਂਕਿ ਲੁੱਟ ਦਾ ਹਿੱਸਾ ਨੇ। ਇਹਨਾਂ ਨੇ ਸੁਪਨੇ ਵੇਚੇ ਨੇ, ਡ੍ਰੀਮ ਸੈਲਰਸ ਨੇ। ਕਾਂਗਰਸ ਪਾਰਟੀਆਂ ਡ੍ਰੀਮ ਸੈਲਰਸ ਨੇ, ਉਹਨਾਂ ਦਾ ਵੀ ਕਿਸੇ ਅਕੈਡਮਿਸ਼ਨ ਨਾਲ ਕੋਈ ਰਿਸ਼ਤਾ ਨਹੀਂ। ਤੁਸੀਂ ਕੀ ਕਹਿੰਦੇ ਵੀ ਜਿਹੜਾ ਉਹ ਫੋੜੇ ਦੀ ਤੁਸੀਂ ਗੱਲ ਕੀਤੀ ਆ, ਵੀ ਉਹ ਫੋੜਾ ਠੀਕ ਹੋਣ ਦੇ ਤੁਹਾਨੂੰ ਅਸਾਰ ਹੈਗੇ ਆ ਵੀ ਪੰਜਾਬ ਲਈ? ਵੀ ਦਵਾਈ ਪੰਜਾਬ ਲਈ ਨਹੀਂ, ਮੈਂ ਮੁਲਕ ਦੀ ਗੱਲ ਕਰਦਾ ਜੀ, ਕਿਉਂਕਿ ਸਾਡੀ ਲੜਾਈ ਇਸ ਵਕਤ ਮੁਲਕ ਦੀ ਲੜਾਈ ਹੈ, ਮਾਫ ਕਰਨਾ। ਉਹਦੇ 'ਚ ਮੈਂ ਤੁਹਾਨੂੰ ਸਭ ਤੋਂ ਪਹਿਲੀ ਗੱਲ ਇਹ ਦੱਸੀ ਹੈ ਕਿ ਜਿਹੜੀ ਲੋਕਾਂ 'ਚ ਚੇਤਨਾ ਗਈ ਇਸ ਗੱਲ ਦੀ ਕਿ ਪੰਜਾਬ ਦੇ ਵਿੱਚ ਆਹ ਫੈਸਿਲਿਟੀ ਜਿਹੜੀਆਂ ਨੇ ਉਹਦਾ ਕਾਰਨ ਕੀ ਹੈ, ਸਾਨੂੰ ਜਿਹੜੀਆਂ ਨਹੀਂ ਮਿਲ ਰਹੀਆਂ ਉਹਦੇ ਵਿੱਚ ਸਾਡਾ ਕਾਰਨ ਕੀ ਹੈ। ਹਰ ਸੂਬੇ ਦੀ ਆਪਣੀ ਇਕਨੋਮੀ ਦੇ ਕੁਝ ਪੈਰਾਮੀਟਰਸ ਵੱਖਰੇ ਵੱਖਰੇ ਨੇ। ਹੁਣ ਸ਼ੂਗਰ ਕੇਨ ਇੰਡਸਟਰੀ ਹੈ, ਮਹਾਰਾਸ਼ਟਰ ਸਾਰਾ ਉੱਤੇ ਟੇਕ ਕਰਦੀ, ਉੱਥੋਂ ਦੀ ਪੋਲੀਟੀਕਲ ਇਕਨੋਮੀ ਜਿਹੜੀ ਹੈਗੀ, ਪੋਲੀਟੀਕਲ ਕਲਚਰ ਜਿਹੜਾ ਸਾਰਾ ਹੈਗਾ, ਉਹ ਟੇਕ ਹੀ ਉਹਦੀ ਸਾਰੀ ਸ਼ੂਗਰ ਕੇਨ ਇੰਡਸਟਰੀ ਤੇ ਹੈ, ਫਰੂਟ ਇੰਡਸਟਰੀ ਤੇ ਹੈ। ਕੁਝ ਥਾਵਾਂ ਦੇ ਉੱਤੇ ਸਾਰੀ ਉਹਨਾਂ ਦੀ ਕਾਜੂ ਤੇ ਹੈ, ਕੁਝ ਲੋਕਾਂ ਦੀ ਸਾਰੀ ਪਾਨ ਪੱਤੇ ਤੇ ਹੈ, ਕੁਝ ਲੋਕਾਂ ਦੀ ਯੂਪੀ ਦੇ ਵਿੱਚ ਦੋ ਧਰਾਵਾਂ ਨੇ, ਵੈਸਟਰਨ ਯੂਪੀ ਦੀ ਦਾਣਿਆਂ ਤੇ ਹੈ, ਪਰਲੀ ਯੂਪੀ ਦੀ ਸਾਰੀ ਸ਼ੂਗਰ ਕੇਨ ਤੇ ਹੈ। ਸੋ ਇੱਕ ਜਿਹੜੀ ਚੇਤਨਾ ਜਾਣੀ ਹੈ ਲੋਕਾਂ ਦੇ ਵਿੱਚ ਕਿ 23 ਫਸਲਾਂ ਦੀ MSP ਡਿਕਲੇਅਰ ਹੋਣ ਦੇ ਬਾਵਜੂਦ ਸਿਰਫ ਕਣਕ ਝੋਨਾ ਹੀ ਕਿਉਂ? ਹਾਂਜੀ, ਮਾਫ ਕਰਨਾ, ਜੇ MSP ਸਾਨੂੰ ਮਿਲ ਵੀ ਜਾਂਦੀ ਹੈ ਤੇ ਕੀ ਪੰਜਾਬ ਦੇ ਕਿਸਾਨ ਦੀ ਫੇਟ ਤਬਦੀਲ ਹੋਏਗੀ? ਮੈਂ ਕਹਿੰਦਾ ਨਹੀਂ ਹੋਏਗੀ, ਨਹੀਂ ਹੋਣੀ। ਹਾਂਜੀ, ਹਾਂ, ਇਹ ਬੜਾ ਵੱਡਾ ਕੁਐਸਚਨ ਹੈ। ਉਹ ਤਾਂ ਹੋਣੀ ਹੈ ਜੇਕਰ ਸਾਡੀਆਂ ਕਿਸਾਨ ਜਥੇਬੰਦੀਆਂ ਆਪਣੇ ਫਾਰਮਰ ਨੂੰ ਐਜੂਕੇਟ ਕਰਨ ਦੇ ਰਾਹ ਵੀ ਤੁਰਨਗੀਆਂ। ਅਜੇ ਤੱਕ ਉਹ ਨਹੀਂ ਤੁਰੀਆਂ। ਤੁਸੀਂ ਜਿਵੇਂ ਖੇਤੀਬਾੜੀ ਯੂਨੀਵਰਸਿਟੀ ਨਾਲ ਤੁਹਾਡਾ ਸੰਬੰਧ ਰਿਹਾ ਬਹੁਤ ਗੂੜਾ, ਮੈਂ ਤਾਂ ਕਹਿੰਦਾ ਵੀ 9 ਮਾਸ ਦਾ, ਜਿਵੇਂ ਬਾਦਲ ਸਾਹਿਬ ਅਕਸਰ ਹੀ ਸਟੇਜਾਂ ਤੋਂ ਕਹਿੰਦੇ 9 ਮਾਸ ਦਾ ਰਿਸ਼ਤਾ ਸਾਡਾ, ਵੀ ਤੁਹਾਡਾ ਜਿਹੜਾ 9 ਮਾਸ ਦਾ ਰਿਸ਼ਤਾ ਰਿਹਾ ਖੇਤੀਬਾੜੀ ਯੂਨੀਵਰਸਿਟੀ ਨਾਲ, ਉੱਥੇ ਵੀ ਤੁਸੀਂ ਪਿਛਲੇ ਸਮੇਂ ਦੇ ਵਿੱਚ ਦੇਖਿਆ ਵੀ ਉਹ ਯੂਨੀਵਰਸਿਟੀ ਨੇ ਵੀ ਕੋਈ ਗਵਰਨਮੈਂਟਸ ਨੂੰ ਪਰਸਿਊ ਕੀਤਾ ਹੋਵੇ, ਫੋਰਸਫੁਲੀ ਕਿਹਾ ਹੋਵੇ ਵੀ ਅਸੀਂ ਕਿਸਾਨਾਂ ਵਾਸਤੇ ਵੀ ਇਸ ਤਰ੍ਹਾਂ ਸਾਨੂੰ ਐਜੂਕੇਟ ਕਰਨਾ ਚਾਹੀਦਾ ਤੇ ਨਹੀਂ ਕਰਨਾ ਚਾਹੀਦਾ, ਵੀ ਇਸ ਤਰ੍ਹਾਂ ਦੇ ਕੋਈ ਹੀਲੇ ਵਸੀਲੇ ਕੋਈ ਜੰਗੀ ਪੱਧਰ ਤੇ ਹੋਏ ਕਿ ਨਹੀਂ ਹੋਏ? ਵੀ ਬਰੀਕਲੀ ਰੁਪਿੰਦਰ ਸਿੰਘ ਦੇਖ, ਕਿਸੇ ਨੇ ਕਿਹਾ ਜਿਹੜਾ ਬੈਂਗਣ ਆ ਉਹ ਕਾਲੇ ਰੰਗ ਦਾ ਹੁੰਦਾ, ਕਰਿੰਦੇ ਨੇ ਕਹਿ ਦਿੱਤਾ ਹਾਂ ਕਾਲੇ ਰੰਗ ਦਾ ਹੁੰਦਾ, ਰਾਜੇ ਨੇ ਕਿਹਾ ਨਹੀਂ ਚਿੱਟੇ ਰੰਗ ਦਾ ਹੁੰਦਾ, ਕਰਿੰਦੇ ਨੇ ਕਹਿ ਦਿੱਤਾ ਚਿੱਟੇ ਰੰਗ ਦਾ ਹੁੰਦਾ। ਮਾਫ ਕਰਨਾ ਮਿੱਤਰਾ, ਸਾਡੀਆਂ ਯੂਨੀਵਰਸਿਟੀਆਂ ਜਿਹੜੀਆਂ ਸਟੇਟ ਫੰਡਡ ਨੇ ਉਹਨਾਂ ਦੀ ਪ੍ਰੋਬਲਮ ਇਹ ਆ ਕਿ ਉਹ ਰਾਜੇ ਦੀਆਂ ਗੁਲਾਮ ਨੇ, ਉਹ ਬੈਂਗਣ ਦੀਆਂ ਗੁਲਾਮ ਨਹੀਂ ਹੈਗੀਆਂ। ਸਾਡੇ ਕੋਲ ਅਜੇ ਤੱਕ ਦੇਣ ਵਾਸਤੇ 5 ਏਕੜ ਤੋਂ ਥੱਲੇ ਵਾਲੇ ਫਾਰਮਰ ਵਾਸਤੇ ਕੋਈ ਵੀ ਇਕਨੋਮਿਕ ਮਾਡਲ ਨਹੀਂ ਹੈਗਾ ਜਿਹੜਾ ਵਾਇਬਲ ਹੋਵੇ। 85% ਸਾਡਾ ਫਾਰਮਰ ਜਿਹੜਾ ਹੈਗਾ ਉਹ 5 ਏਕੜ ਤੋਂ ਥੱਲੇ ਵਾਲਾ, ਔਰ ਉਹਦੇ ਚੋਂ ਅੱਧਿਓਂ ਬਹੁਤਾ ਉਹ ਆ ਜਿਹੜਾ 2.5 ਏਕੜ ਤੋਂ ਥੱਲੇ ਵਾਲਾ। ਅਜੇ ਤੱਕ ਤਾਂ ਅਸੀਂ ਮਲੇਰਕੋਟਲਾ ਮਾਡਲ ਅਸੈਸ ਨਹੀਂ ਕੀਤਾ ਕਿ ਮਲੇਰਕੋਟਲੇ ਦਾ ਜਿਹੜਾ ਰਾਈ ਹੈ, ਉੱਥੋਂ ਦਾ ਕੰਬੋਆ ਜਿਹੜਾ, ਉਹ ਕਿਵੇਂ ਮਤਲਬ ਅੱਧੇ ਕਿੱਲੇ ਚ ਟੱਬਰ ਵੀ ਪਾਲੀ ਜਾਂਦਾ, ਪਨੀਰੀਆਂ ਵੇਚ ਕੇ, ਸਬਜ਼ੀਆਂ ਵੇਚ ਕੇ। ਤੇ ਅਜੇ ਤੱਕ ਅਸੀਂ ਇਹ ਵੀ ਅਸੈਸ ਨਹੀਂ ਕੀਤਾ ਕਿ ਸਾਡੇ ਤਿੰਨਾਂ ਲਵੇਰਿਆਂ ਦੇ ਕਿਵੇਂ ਲੋਕਾਂ ਟੱਬਰ ਪਾਲੇ ਹੋਏ ਆ। ਹਾਂਜੀ, 1.5 ਕਿੱਲੇ ਵਾਲਾ ਆਪਣੇ ਪੱਠੇ ਬੀਜ ਕੇ ਆਪਣੇ ਲਵੇਰੇ 3 ਦੀ ਥਾਂ ਤੇ 5 ਵੀ ਕਰ ਸਕਦਾ, ਉਸ ਰਾਹ ਤੁਰਦੇ ਕੋਈ ਨਹੀਂ। ਮਾਫ ਕਰਨਾ, ਅਜੇ ਤੱਕ ਸਾਨੂੰ ਜਿਹੜਾ ਕੁਝ ਵੀ ਮਿਲ ਰਿਹਾ ਉਹ ਖੁਰਲੀ ਚ ਮਿਲ ਰਿਹਾ, ਕੁਤਰੇ ਹੋਏ ਪੱਠੇ ਮਿਲ ਰਹੇ ਨੇ।
ਅਸੀਂ ਜਿੰਨਾ ਚਿਰ ਆਦਤ ਆਪ ਯਾਤਰੀ ਨੇ ਪੱਠੇ ਵੱਢ ਕੇ ਲਿਆ ਕੇ ਆਪ ਕੁਤਰ ਕੇ ਬਣਾ ਸਵਾਰ ਕੇ ਪਾਉਣ ਦੀ ਖਾਣ ਦੀ ਆਦਤ ਨਹੀਂ ਪਾਉਂਦੇ, ਉਹਨਾਂ ਚਿਰ ਸਾਨੂੰ ਗਿਆਨ ਦੇ ਸੋਮਿਆਂ ਨਾਲ ਅਸੀਂ ਕਿਸਾਨ ਦਾ ਰਿਸ਼ਤਾ ਜੁੜਨ ਨਹੀਂ ਦਿੱਤਾ। ਹਾਂਜੀ ਮੈਂ 30 ਸਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਕੰਮ ਕੀਤਾ ਔਰ ਮੈਂ ਬੜਾ ਦਾਅਵਾ ਵੱਡਾ ਕਰਦਾ ਕਿ ਮੈਂ 5000 ਕੋਆਪਰੇਟਿਵ ਸੁਸਾਇਟੀਜ਼ ਨੂੰ ਕਮਲਦੀਪ ਸੰਘਾ ਦੇ ਰਾਹੀਂ, ਜਿਹੜਾ ਉਦੋਂ ਉਸ ਵਕਤ ਜੈਂਟ ਰਜਿਸਟਰ ਕੋਆਪਰੇਟਿਵ ਸੀਗਾ, ਬਾਅਦ 'ਚ ਡੀਸੀ ਵੀ ਰਿਹਾ ਮੁੰਡਾ ਰਾਣਾ, ਤੁਸੀਂ ਵੀ ਜਾਣਦੇ ਹੋ, ਉਹਦੇ ਰਾਹੀਂ 5000 ਨੂੰ ਲਾਈਫ ਮੈਂਬਰਸ਼ਿਪ ਦਿੱਤੀ ਚੰਗੀ ਖੇਤੀ ਮੈਗਜ਼ੀਨ ਦੀ, ਕਿ ਗਿਆਨ 5000 ਪਿੰਡਾਂ ਤੱਕ ਤਾਂ ਪਹੁੰਚੇ। ਤੇ ਪਿੰਡ ਦੇ ਪੰਜਾਬ ਦੇ ਵਿੱਚ ਲਗਭਗ 12,500 ਤੋਂ ਉੱਤੇ ਹੈ। ਜੇ 12,500 ਤੱਕ ਪਿੰਡਾਂ ਤੱਕ ਰਸਾਈ ਮੇਰੀ ਯੂਨੀਵਰਸਿਟੀ ਜਿਹੜੀ 62 ਦੀ ਬਣੀ ਹੋਈ ਹੈ ਹੁਣ ਤੱਕ ਨਹੀਂ ਹੈਗੀ, ਤਾਂ ਸੋਚਣਾ ਤਾਂ ਬਣਦਾ ਹੈ ਨਾ। ਇਹਦੇ ਕਿਸਾਨ ਜਥੇਬੰਦੀਆਂ ਨੂੰ ਵੀ ਸੋਚਣਾ ਬਣਦਾ ਕਿ ਮੇਰਾ ਕਿਸਾਨ ਜੇ ਗਿਆਨ ਦੇ ਲੜ ਨਹੀਂ ਲੱਗੇਗਾ ਤੇ ਉਹ ਨਵੀਆਂ ਚੈਲੰਜਸ ਨੂੰ ਨੂੰ ਕਿਵੇਂ ਮੀਟ ਕਰੇਗਾ। ਅੱਜ ਵੀ ਮੇਰੇ ਮੁਲਕ ਦੇ ਵਿੱਚ, ਮੇਰੇ ਪੰਜਾਬ ਦੇ ਵਿੱਚ ਜਿਹੜਾ ਸੀਡ ਵਿਕ ਰਿਹਾ ਮਲਟੀਨੈਸ਼ਨਲ ਕੰਪਨੀਆਂ ਦਾ ਵਿਕ ਰਿਹਾ, ਪਾਇਨੀਅਰ ਦਾ ਵਿਕ ਰਿਹਾ, ਮਨਸੈਂਟੋ ਦਾ ਵਿਕ ਰਿਹਾ, ਉਹਦਾ 400 ਰੁਪਏ ਕਿਲੋ ਰੇਟ ਆ ਉਹਦਾ। ਜਿੰਨਾ ਕਾਟਨ ਦਾ BT ਕਾਟਨ ਦਾ ਸੀਡ ਆ ਰਿਹਾ ਉਹ 100% ਮਲਟੀਨੈਸ਼ਨਲ ਕੰਪਨੀਆਂ ਦਾ ਵਿਕ ਰਿਹਾ। ਤੁਹਾਡਾ ਕਹਿਣ ਦਾ ਭਾਵ ਆ ਵੀ ਰੂਟ ਕਾਜ਼ ਨਹੀਂ ਲੱਭਿਆ ਇਹਨਾਂ ਨੇ, ਉਹ ਤੇ ਕੰਮ ਨਹੀਂ ਕੀਤਾ। ਜਿਹੜੀ ਚੀਜ਼ ਸਾਹਮਣੇ ਵਿਜ਼ੀਬਲ ਦਿਸਦੀ ਹੈ ਉਸ ਦੀ ਲੜਾਈ ਤਾਂ ਇਸ ਵੇਲੇ ਗਈ ਬਣ, ਪਰ ਜਿਹੜੀਆਂ ਮਾਈਕਰੋਸਕੋਪਿਕ ਆਈ ਨਾਲ ਵੇਖਣ ਦੀਆਂ ਜਿਹੜੀਆਂ ਸਮੱਸਿਆਵਾਂ ਦੀਆਂ ਜੜ੍ਹਾਂ ਨੇ, ਉਹਨਾਂ ਦਾ ਜਿੰਨਾ ਚਿਰ ਅਸੀਂ ਇਲਾਜ ਪ੍ਰਬੰਧ ਨਹੀਂ ਚਲਾਉਂਦੇ ਉਹਨਾਂ ਚਿਰ ਸਾਡੇ ਕਿਸਾਨ ਦੀ ਜਿਹੜੀ ਫੇਟ ਆ ਉਹ ਨਹੀਂ ਸੁਧਰ ਸਕਦੀ। ਅੱਜ ਸਾਡੇ ਜਾਂ ਤਾਂ ਨੌਕਰੀ ਪੇਸ਼ਾ ਜਿਹੜਾ ਘਰ 'ਚ ਇੱਕ ਅੱਧਾ ਜੀ ਉਸ ਬੰਦੇ ਦੀ ਮਾੜੀ ਮੋਟੀ ਸਾਹ ਆਉਂਦਾ ਉਹਨੂੰ, ਜਾਂ ਜਿਹੜਾ ਪ੍ਰਦੇਸ਼ਾਂ 'ਚ ਪੁੱਤਰ ਚਲਾ ਗਿਆ ਉਹਨੂੰ ਮਾੜਾ ਮੋਟਾ ਸਾਹ ਆਉਂਦਾ। ਬਾਕੀ ਤਾਂ ਇਸ ਵਕਤ ਜਿਹੜਾ ਗਲ 'ਚ ਗਲਾਵਾਂ ਪਿਆ ਹੋਇਆ ਨਾ ਪੁੱਤਰ, ਉਹ ਕਿਸੇ ਵੇਲੇ ਵੀ ਰੱਸੀ ਦੋਹੀਂ ਪਾਸੇ ਖਿੱਚ ਕੇ ਤੇ ਉਹ ਖੁਦਕੁਸ਼ੀ ਤਬਦੀਲ ਹੋ ਸਕਦਾ ਹੈ। ਕਰੈਕਟ। ਤੂੰ ਮੈਂ ਵੀ ਜਿਹੜੀ ਗੱਲਾਂ ਕਰ ਰਹੇ ਆ ਨਾ, ਸਾਡੇ ਘਰ ਰੋਟੀ ਪੱਕਦੀ ਹੈ, ਮੇਰੀ ਪੈਨਸ਼ਨ ਦੇ ਪੈਸੇ ਮੇਰੇ ਅਕਾਊਂਟ 'ਚ ਪੈ ਗਏ ਨੇ, ਇਸ ਵਾਸਤੇ ਤਾਂ ਮੈਂ ਗੱਲਾਂ ਸਾਰੀਆਂ ਕਰੀ ਜਾਂਦਾ। ਜੇ ਮੈਨੂੰ ਵੀ ਫਿਕਰ ਹੋਵੇ ਕਿ ਮੈਂ ਦਿਹਾੜੀ ਤੇ ਜਾਣਾ, ਪੈੜੀ 'ਚ ਨਾ ਗਿਆ ਤੇ ਮੇਰੀ ਫਸਲ ਨੂੰ ਜਿਹੜੀ ਅੱਜ ਇਹਨਾਂ ਦਿਨਾਂ ਜਿਹੜਾ ਉੱਲੀ ਕੁੰਗੀ ਦਾ ਹਮਲਾ ਕਰਨਾ ਬਰਸਾਤੀ ਦਿਨਾਂ 'ਚ, ਉਹਦਾ ਇਲਾਜ ਕਿਵੇਂ ਕਰਨਾ, ਪੈੜੀ ਬੰਦਾ ਨਹੀਂ ਵੇਖਣਾ, ਇਹ ਫਿਕਰ ਹੁੰਦਾ ਤੇ ਮੈਂ ਤੇਰੇ ਨਾਲ ਗੱਲਾਂ ਨਹੀਂ ਸੀ ਕਰ ਸਕਣੀਆਂ। ਹਾਂਜੀ ਹਾਂ, ਵੈਰੀ ਗੁੱਡ। ਭੱਠਲ ਸਾਹਿਬ ਤੁਸੀਂ ਕੁਐਸਚਨ ਕੋਈ? ਹਾਂਜੀ ਬਸ ਮੇਰਾ ਤਾਂ ਮਤਲਬ ਇਹ ਆ ਵੀ ਆਪਣਾ ਮੇਰਾ ਹਲਾ ਟਾਈਮ ਹੋ ਚੱਲਿਆ ਤੇ ਟਾਈਮ ਆਪਾਂ ਹੋਰ ਲਾ ਲੈਂਦੇ 10 ਮਿੰਟ, ਕੋਈ ਨਹੀਂ ਤੁਸੀਂ ਕਰ ਲਓ ਇੱਕ ਕੁਐਸਚਨ। ਗੀਤ ਤਾਂ ਸੁਣਾ ਦੇ ਮੇਰਾ ਪਤੰਦਰਾ। ਹਾਂਜੀ ਉਹ ਗੀਤ ਤਾਂ ਸੁਣਾ ਦੇ। ਜਿਹੜੀ ਗਿੱਲ ਸਾਹਿਬ ਨੇ ਗੱਲ ਕਰੀ ਤੁਸੀਂ ਯੂਨੀਵਰਸਿਟੀ ਵਾਲੀ, ਇਹ ਗਵਰਨਮੈਂਟ ਜਿਹੜੇ ਸਾਰੀ ਸਿਆਸੀ ਪਾਰਟੀਆਂ ਤੇ ਸਾਰਾ ਕਰਪਟ ਮਹਿਕਮਾ ਜਿਹੜਾ ਕਾਰਪੋਰੇਟਾਂ ਨੇ ਜਾਣਬੁੱਝ ਕੇ ਕਰਾਇਆ ਹੋਇਆ, ਉੱਥੋਂ ਦੀ ਐਜੂਕੇਸ਼ਨ ਦਾ ਬਿੜਾ ਬਿਠਾਇਆ ਪਹਿਲਾਂ ਤਾਂ ਵੀ ਕੋਈ ਪੜ੍ਹ ਨਾ ਲਵੇ, ਫਿਰ ਜਿਹੜੀਆਂ ਇਹ ਯੂਨੀਵਰਸਿਟੀ ਦੇ ਵਿੱਚ ਖੋਜਾਂ ਹੁੰਦੀਆਂ ਸੀ ਉਹਨਾਂ ਦੀ ਫੰਡਿੰਗ ਬੰਦ ਕਰੀ ਵੀ ਕਿਸੇ ਤੱਕ ਇਹਨਾਂ ਨੂੰ ਵਿਗਿਆਨ ਇੱਥੋਂ ਗਿਆਨ ਨਾ ਮਿਲ ਜੇ, ਪਿੰਡਾਂ ਦੇ ਵਿੱਚ ਨਾ ਪਹੁੰਚ ਜੇ, ਤੇ ਉਹ ਸਾਰਾ ਇਹ ਜਿਹੜਾ ਤਾਣਾ ਬਾਣਾ ਉਲਝਿਆ ਹੋਇਆ ਜਿਹਨੂੰ ਸੁਧਾਰਨ ਦੀ ਲੋੜ ਆ, ਵੱਡਾ ਕੈਂਸਰ ਤਾਂ ਉਹੀ ਆ। ਤੇ ਅਜੀਤ ਏਡਾ ਸਿੱਧਾ ਇਲਜ਼ਾਮ ਜਿਹੜਾ ਹੁੰਦਾ ਨਾ, ਕਈ ਵਾਰੀ ਆਪ ਨੂੰ ਆਦਤ ਬਣ ਗਈ ਹੈ ਵੀ ਅਸੀਂ ਸਿੱਧਾ ਇਲਜ਼ਾਮ ਲਾ ਦਿੰਦੇ ਆ। ਜਿਹੜਾ ਬੈਨੀਫਿਟਸ ਹੋਏ ਨੇ ਸਟੇਟ ਫੰਡਿੰਗ ਦੇ, ਇੰਟਰਨੈਸ਼ਨਲ ਕੋਆਪਰੇਸ਼ਨ ਦੇ, ਉਹ ਵੀ ਨਹੀਂ ਭੁਲਾਉਣੇ ਚਾਹੀਦੇ। ਜਦੋਂ 62 ਯੂਨੀਵਰਸਿਟੀ ਬਣੀ ਹੈ ਤਾਂ ਸਾਰਿਆਂ ਨੇ ਟ੍ਰੇਨਿੰਗ ਜਿਹੜੀ ਹੈਗੀ ਹੈ, ਕਾਰਨਲ ਯੂਨੀਵਰਸਿਟੀ ਦੇ ਵਿੱਚੋਂ, ਤੁਹਾਡੇ ਯੂਨੀਵਰਸਿਟੀ ਆਫ ਡੇਵਿਸ UC ਡੇਵਿਸ ਚੋਂ, ਤੁਹਾਡੇ ਰੱਬ ਭਲਾ ਕਰੇ ਪਰਲੇ ਪਾਸਿਓਂ ਇਕਰੀ ਸਾਈਡ ਚੋਂ, ਤੁਹਾਡੇ ਇਹਨਾਂ ਚੋਂ ਜਿਹੜੀਆਂ ਹੈਗੀਆਂ ਇੰਟਰਨੈਸ਼ਨਲ ਮੈਕਸੀਕੋ ਦੇ ਵਿੱਚ ਜਿਹੜਾ ਇੰਟਰਨੈਸ਼ਨਲ ਰਾਈਸ ਐਂਡ ਸਿਮਟ ਹੈ, ਉੱਥੋਂ ਟ੍ਰੇਨਿੰਗ ਕੀਤੀਆਂ ਹੋਈਆਂ, PhD ਇੱਥੋਂ ਬੰਦੇ ਕਰਕੇ ਗਏ ਸੀ ਉਹਨਾਂ ਵਕਤਾਂ 'ਚ। ਉਦੋਂ ਗਿੱਲ ਸਾਹਿਬ ਉਹਨਾਂ ਨੇ ਨਵੀਆਂ ਇਮਾਨਦਾਰੀ ਸੀ, ਉਦੋਂ ਇਮਾਨਦਾਰੀ ਸੀ, ਸਿਸਟਮ ਥੋੜਾ ਜਿਹਾ ਇਮਾਨਦਾਰੀ ਨਹੀਂ, ਇਮਾਨਦਾਰੀ ਉਦੋਂ ਵੀ ਸੀ, ਇਮਾਨਦਾਰੀ ਹੁਣ ਵੀ ਹੈਗੀ। ਹੁਣ ਫਰਕ ਕੀ ਹੈ ਕਿ ਹੁਣ ਬਾਹਾਂ ਪਿੱਛੇ ਵੱਜੀਆਂ ਹੋਈਆਂ। ਫਰਕ ਇਹ ਹੈ, ਕੰਮ ਅੱਜ ਵੀ ਹੋ ਰਿਹਾ, ਮਤ ਸੋਚੀਏ ਕਿ ਅੱਜ ਕੰਮ ਨਹੀਂ ਹੋ ਰਿਹਾ, ਕੰਮ ਅੱਜ ਵੀ ਹੋ ਰਿਹਾ। ਪਰ ਸਵਾਲ ਇਹ ਪੈਦਾ ਹੁੰਦਾ ਕਿ ਫਰਜ਼ ਕੀਤਾ, ਸਰਪੰਚ ਦਾ ਮੁੰਡਾ ਤੇ ਭਜਾਤਾ ਤੁਸੀਂ 10 ਮੀਟਰ ਗਾਂਹ ਕਰਕੇ ਵੀ ਤੂੰ ਉੱਥੇ ਖਲੋ ਕੇ ਤੇ ਇੱਥੋਂ ਭੱਜੀ, ਤੇ ਜਿਹੜਾ ਲਿੱਸੇ ਕਰਦਾ ਮੇਰੇ ਵਰਗਾ ਮੁੰਡਾ ਉਹਨੂੰ ਪਿੱਛੋਂ ਕਹਿਤਾ ਭੱਜ, ਫਿਰ ਕਹਿਣਾ ਵੀ ਗੋਲਡ ਮੈਡਲ ਜਿੱਤ ਗਿਆ ਸਰਪੰਚ ਦਾ ਮੁੰਡਾ। ਤੁਸੀਂ ਜਦੋਂ ਸੁਰੱਖਿਅਤ ਜ਼ੋਨ ਦੇ ਵਿੱਚ ਰੱਖਦੇ ਹੋ ਉਸ ਧਿਰ ਨੂੰ, ਜਿਹੜੀ ਧਿਰ ਪਹਿਲਾਂ ਹੀ ਤਕੜੀ ਹੈ, ਘਟਾਉਣਾ ਤਾਂ ਉਹਨੇ ਹੀ ਹੈ। ਜਦੋਂ ਮੰਡੀਆਂ ਆਉਣੀਆਂ ਨੇ ਜਿੱਥੇ ਟੈਕਸੇਸ਼ਨ ਕੋਈ ਨਹੀਂ, ਤੇ ਤੁਹਾਡੀ ਪ੍ਰਾਈਵੇਟ ਮੰਡੀ 'ਚ ਕੌਣ ਜਾਏਗਾ? ਤੁਹਾਡੀ ਮੰਡੀ 'ਚ ਚਿੱਕੜ ਹੈ, ਉੱਥੇ ਐਨ ਦੂਸਰਾ ਫਰਸ਼ ਲੱਗੇ ਨੇ A-ਕਲਾਸ, ਉਹਨੇ ਜਾਣ ਸਰ ਤੁਹਾਨੂੰ ਕਾਫੀ ਦਾ ਪਲਾਂਟ ਲੱਗਿਆ, ਉਹ ਤੋਂ ਕਾਫੀ ਦਾ ਪਿਆਲਾ ਮਿਲਣਾ ਹੈ। ਇੱਥੇ ਤੁਸੀਂ ਮੰਗ ਕੇ ਚਾਹ ਪੀਣੀ ਹੈ, ਇੱਥੇ ਤੁਹਾਨੂੰ ਮੰਡੀ ਸੁਪਰਵਾਈਜ਼ਰ ਨੇ ਵੀ ਮਾੜਾ ਮੋਟਾ ਤੁਹਾਨੂੰ ਚੁੰਡੀ ਵੱਢਣੀ ਹੈ, ਉੱਥੇ ਕਿਸੇ ਨੇ ਵੀ ਨਹੀਂ ਵੱਢਣੀ। ਉੱਥੇ ਲੁੱਟ ਤੰਤਰ ਜਿਹੜਾ ਹੈਗਾ ਉੱਥੇ ਮਜ਼ਬੂਤ ਹੋਣਾ, ਤੁਹਾਨੂੰ ਲੱਗਣਾ ਕਿ ਬੜਾ ਫਾਇਦਾ ਹੋ ਗਿਆ।
ਉਹਦੇ ਫਾਇਦੇ ਦੇ ਵਿੱਚ ਲੁਕਿਆ ਜਿਹੜਾ ਸੂਬੇ ਦਾ ਨੁਕਸਾਨ ਹੈ, ਖਾਸ ਕਰਕੇ ਜਿਹੜਾ ਸਟੇਟ ਐਕਸਚੇਕਰ ਨੂੰ ਥੁੱਕ ਲੱਗਣਾ ਹੈ, ਸਾਡੀ ਲੜਾਈ ਉਹਦੇ ਖਿਲਾਫ ਹੈ। ਠੀਕ ਹੈ ਜੀ। ਗਿੱਲ ਸਾਹਿਬ ਦੀ ਆਪਾਂ ਕਵਿਤਾ ਵੀ ਸੁਣਾਉਣੀ ਹੈ ਇੱਕ, ਤੇ ਮੈਂ ਅਮਰ ਜੀ ਨੂੰ ਕਹੂੰਗਾ ਵੀ ਤੇ ਗੀਤ ਸੁਣਾ ਦੇ, ਮੇਰੇ ਗੀਤ ਵੀ ਸੁਣਾਵਾਂਗੇ। ਤੇ ਅਮਰ ਰੈਡੀ ਹੈ? ਹਾਂਜੀ, ਟੈਕਨੀਕਲ ਟੀਮ ਕਿੱਧਰ ਗਈ? ਸੁਣਾ ਰਹੇ ਆ। ਹੈਲੋ ਅਮਰ, ਸਾਊਂਡ ਆ ਰਹੀ ਭਾਜੀ ਕਿ ਨਹੀਂ? ਸਾਊਂਡ ਤਾਂ ਆ ਰਹੀ ਹੈ, ਤੁਹਾਡਾ ਗੀਤ ਨਹੀਂ ਆ ਰਿਹਾ। ਅੱਛਾ ਜੀ, ਮੈਂ ਲਾਉਣ ਲੱਗਾ ਭਾਜੀ। ਇਹ ਆਪਣੇ ਗੀਤ ਗਿੱਲ ਸਾਹਿਬ ਦਾ ਗੀਤ ਹੈ ਤੇ ਸੰਜੂ ਬਾਈ ਨੇ ਗਾਇਆ। ਕਈ ਤੁਰ ਕੇ ਕਈਆਂ ਨੇ ਤੁਰ ਜਾਣਾ, ਦਿੱਲੀਏ ਤੂੰ ਮਾਣ ਨਾ ਕਰੀ ਬਾਬਿਓ ਆਸ਼ਕੇ। ਸਾਡੀ ਹੋਰ ਨਾ ਤ੍ਰਿਸ਼ਨਾ ਕੋਈ, ਇੱਕੋ ਤੇਰੀ ਅੜ ਬੰਨਣੀ ਜੋ ਬਰੋ ਆਸ਼ਕੇ। ਅਸੀਂ ਆ ਕੇ ਜ਼ਮੀਨਾਂ ਵਾਲੇ ਕਾਗਜ਼ਾਂ ਦਾ ਕਿਲਾ ਢਾਉਣ ਨੂੰ ਦਿੱਲੀਏ ਬਚ ਕੇ। ਸਾਨੂੰ ਏਕਤਾ ਦਾ ਸਬਕ ਪੜਾਇਆ, ਕਾਲਿਆ ਕਾਨੂੰਨਾਂ ਰੇ ਰਦਾਰੂ ਅਸ਼ਕੇ। ਸਿਰ ਤਲੀ ਤੇ ਟਿਕਾਉਣਾ ਸਿੱਖਿਆ, ਨੱਚ ਨੱਚ ਖੰਡਿਆਂ ਤੇ ਜੋ ਦਿਓ ਅਸ਼ਕੇ। ਅਸੀਂ ਸੱਤ ਪੱਤਣਾ ਦੇ ਦਾਰੂ ਬੈਠੇ ਹੁਣ ਜੀਟੀ ਰੋਡ ਤੇ ਹਾਕਮਾਂ ਬਚ ਕੇ। ਕੱਟ ਤੋਲ ਤੇ ਮੰਡੀ ਵਿੱਚ ਰੋਲ ਦੇ ਛਾਪੇ ਤੇਰੀ ਤੱਕੜੀ ਦੇ ਬਾਬਿਓ ਅਸ਼ਕੇ। ਤੇਰੇ ਦਾਣ ਦੀ ਲੋੜ ਨਾ ਕੋਈ, ਮਿਹਨਤਾਂ ਦਾ ਮੁੱਲ ਮੋੜ ਦੇ ਹਾਕਮਾਂ ਬਚ ਕੇ। ਹੱਕ ਮੰਗਿਆ ਕਦੇ ਨਹੀਂ ਮਿਲਦੇ, ਉੱਠੋ ਤੁਸੀਂ ਸ਼ੇਰ ਬੱਗਿਓ ਚੋਪੜੋ ਆਸ਼ਕੇ। ਥੈਂਕ ਯੂ ਸਾਹਿਬ, ਬਹੁਤ ਵਧੀਆ ਗੀਤ ਸੀ, ਕਿਉਂਕਿ ਇੱਕ ਤਾਂ ਲਿਖਿਆ ਵੀ ਤੁਸੀਂ ਸੀ, ਤੁਹਾਡੀ ਲਿਖਤ ਤਾਂ ਹਮੇਸ਼ਾ ਹੀ ਬਹੁਤ ਵਧੀਆ ਹੁੰਦੀ ਹੈ, ਤੇ ਤੁਹਾਡਾ ਧੰਨਵਾਦ। ਤੁਹਾਡੇ ਗੀਤ ਤੁਸੀਂ ਸ਼ੇਅਰ ਕੀਤਾ ਸਾਡੇ ਨਾਲ। ਤੇ ਕਿਉਂਕਿ ਇੱਕ ਦਿਨ ਸਵੇਰੇ ਬੈਠਿਆ ਨਾ, ਮੈਂ ਬੋਲੀਆਂ ਕੁਝ ਲਿਖ ਦਿੱਤੀਆਂ, ਤੇ ਉਹ ਪੰਮੀ ਮੇਰਾ ਦੋਸਤ ਹੈ, ਉਹ ਕਹਿੰਦਾ ਭਾਜੀ ਇਹਨੂੰ ਆਪਾਂ ਗਾ ਦਈਏ। ਮੈਂ ਕਿਹਾ ਨੇਕੀ ਔਰ ਪੁਸ਼ ਭਰਾਵਾ, ਮੈਂ ਤਾਂ ਸ਼ੁਕਰ ਕਰਾਂਗਾ। ਸੋ ਉਹਨੇ ਕੱਲ ਹੀ ਰਿਕਾਰਡ ਕੀਤਾ, ਉਹਨੇ ਮੈਨੂੰ ਭੇਜਿਆ, ਤੇ ਅਜੇ ਆਫੀਸ਼ੀਅਲੀ ਤਾਂ ਰਿਲੀਜ਼ ਨਹੀਂ ਕੀਤਾ, ਇਹ ਮੋਰਚੇ ਤੇ ਜਾ ਕੇ ਕਰਨਾ ਉਹਨੇ। ਸੋ ਮੈਂ ਲਾਲਚ ਕਰ ਗਿਆ ਅੱਜ, ਮੈਂ ਕਿਹਾ ਵੀ ਮੈਂ ਅਜੀਤ ਨੂੰ ਕੋਈ ਗਿਫਟ ਨਾ ਦਿਆ, ਇਹ ਅਜੀਤ ਨੂੰ ਸਮਝ ਲਓ ਗਿਫਟ ਹੈ ਅੱਜ ਦਾ ਗੀਤ। ਨਹੀਂ, ਬਹੁਤ ਬਹੁਤ ਵਧੀਆ ਕੀਤਾ ਜੀ। ਤੇ ਆਪਾਂ ਪ੍ਰੋਗਰਾਮ ਹੁਣ 10 ਮਿੰਟਾਂ ਨੂੰ ਰੈਪ ਅਪ ਕਰ ਦੇਣਾ, ਤੇ 2 ਕੁਐਸਚਨ ਤੁਹਾਨੂੰ ਹੋਰ ਪੁੱਛਾਂਗੇ। ਜਿਹੜਾ ਮੇਰਾ ਪਹਿਲਾ ਕੁਐਸਚਨ ਆ ਉਹ ਇਹ ਆ ਵੀ ਜਿਵੇਂ ਆਪਾਂ ਐਗਰੀਕਲਚਰ ਯੂਨੀਵਰਸਿਟੀਜ਼ ਦੀ ਪਹਿਲਾਂ ਵੀ ਗੱਲ ਕੀਤੀ ਹੈ, ਜਿਵੇਂ ਸਾਰੇ ਦੇਸ਼ ਦੇ ਵਿੱਚ, ਇੰਡੀਆ ਦੇ ਵਿੱਚ ਬਹੁਤ ਵੱਡੇ ਵੱਡੇ ਇਕੋਨੋਮਿਸਟ ਬੈਠੇ ਨੇ, ਜਾਂ ਹੋਰ ਵੀ ਬੁੱਧੀਜੀਵੀ ਜਿਹੜਾ ਵਰਗ ਹੈ ਉਹ ਬੈਠਾ, ਕੀ ਤੁਹਾਡੇ ਅਨੁਸਾਰ ਵੀ ਉਹ ਕਿਸਾਨਾਂ ਦੀ ਖੁੱਲ੍ਹ ਕੇ ਮਦਦ ਲਈ ਆਏ ਨੇ, ਵੀ ਉਹਨਾਂ ਨੂੰ ਐਡਵਾਈਸ ਕਰਨ ਲਈ ਉਹ ਸਟੈਪ ਅਪ ਹੋਏ ਨੇ, ਜਿਹਦੇ ਵਿੱਚੋਂ ਕਿ ਬਹੁਤ ਸਾਰੇ ਸਿੱਖ ਸਕਾਲਰਸ ਵੀ ਹੋਣਗੇ ਜਿਹੜੇ ਇਕੋਨੋਮਿਸਟ ਨੇ? ਵੀ ਤੁਸੀਂ ਕੀ ਸਮਝਦੇ ਹੋ ਵੀ ਉਹ ਆਪਦੇ ਆਪ ਨੂੰ ਜਸਟੀਫਾਈ ਕਰ ਸਕੇ ਨੇ ਵੀ ਇਹ ਕਿਸਾਨਾਂ ਦਾ ਮਸਲਾ, ਖਾਸ ਕਰਕੇ ਜਿਹੜਾ ਮੁੱਦਾ ਸੀਗਾ ਉਹ ਪੰਜਾਬੀ ਕਿਸਾਨਾਂ ਨੇ ਚੁੱਕਿਆ, ਪੰਜਾਬ ਤੋਂ ਚੁੱਕਿਆ? ਕੀ ਜਿਹੜੇ ਆਪਣੇ ਆਪ ਨੂੰ ਸਿੱਖ ਕਹਾਉਂਦੇ ਨੇ, ਉਹ ਜਿਹੜੇ ਐਜੂਕੇਸ਼ਨ ਸੰਬੰਧ ਨੇ, ਡਜ਼ਨਟ ਮੈਟਰ ਉਹ ਕਿਸੇ ਵੀ ਪਾਰਟ 'ਚ ਰਹਿੰਦੇ ਨੇ ਇੰਡੀਆ ਤੋਂ,
ਕੀ ਉਹ ਅੱਗੇ ਆਏ ਨੇ ਉਹਨਾਂ ਦੀ ਹੈਲਪ ਲਈ, ਉਹਨਾਂ ਨੂੰ ਐਡਵਾਈਸ ਕਰਨ ਲਈ? ਰੁਪਿੰਦਰ, ਇੱਕ ਨਿੱਕੇ ਹੁੰਦੇ ਨਾ ਲਤੀਫਾ ਸੁਣਾਉਂਦੇ ਹੁੰਦੇ ਸੀ, ਉਹ ਲਤੀਫਾ ਤੇਰੇ ਤੇ ਲਾਗੂ ਹੁੰਦਾ। ਉਹ ਲਤੀਫਾ ਇਹ ਸੀ ਵੀ ਬੰਦੇ ਨੂੰ ਅੰਗਰੇਜ਼ੀ ਪੜ੍ਹਨੀ ਨਹੀਂ ਸੀ ਮੇਰੇ ਵਰਗੇ ਨੂੰ ਆਉਂਦੀ, ਤੇ ਉਹਨੂੰ ਕਹਿੰਦਾ ਵੀ ਤੂੰ ਨਾ ਐਂ ਕਰ, ਹਾਕੀ ਦਾ ਮੈਚ ਚੇਤੇ ਕਰ ਲੈ। ਉੱਥੇ ਕਿਤੇ ਆ ਗਿਆ ਰੇਨੀ ਡੇ, ਹੁਣ ਆਉਂਦਾ ਉਹਨੂੰ ਕੱਲਾ ਹਾਕੀ ਦਾ ਮੈਚ ਸੀ। ਉਹ ਰੇਨੀ ਡੇ ਬਾਰੇ ਕੀ ਲਿਖੇ? ਉਹਨੇ ਜੀ ਕਹਿ ਤਾ ਵੀ ਮੀਂਹ ਪੈ ਗਿਆ ਤੇ ਜਿਹੜਾ ਮੈਚ ਸੀ ਹਾਕੀ ਵਾਲਾ ਉਹ ਨਾ ਹੋ ਸਕਿਆ। ਉਹਨੇ ਹਾਕੀ ਮੈਚ ਸਾਰਾ ਲਿਖਤਾ, ਜੇ ਹੁੰਦਾ ਤਾਂ ਐਂ ਹੋਣਾ ਸੀ, ਐਂ ਹੋਣਾ ਸੀ, ਐਂ ਹੋਣਾ ਸੀ। ਮਿੱਤਰਾ, ਪਹਿਲੀ ਗੱਲ ਤਾਂ ਕਿ ਜਿਹੜਾ ਇੰਟਲੈਕਚੁਅਲ ਹੈ ਉਹ ਸਿੱਖ ਜਾਂ ਹਿੰਦੂ ਨਹੀਂ ਹੁੰਦਾ। ਪਹਿਲੀ ਗੱਲ ਤਾਂ ਸਮਝ ਲਓ, ਇਹ ਜਿਹੜੇ ਬੰਦਿਆਂ ਨੇ ਬੇਸਿਕ ਸਵਾਲ ਖੜੇ ਕੀਤੇ ਨੇ ਐਗਰੀਕਲਚਰ ਐਗਰੇਰੀਅਨ ਕ੍ਰਾਈਸਿਸ ਦੇ ਉੱਤੇ, ਖਾਸ ਕਰਕੇ ਨਵੇਂ ਬਿੱਲਾਂ ਦੇ ਆਉਣ ਤੋਂ ਪਹਿਲਾਂ ਜਦੋਂ ਆਰਡੀਨੈਂਸ ਆਇਆ 5 ਜੂਨ ਨੂੰ, ਉਹ ਸਾਰੇ ਸਿੱਖ ਨਹੀਂ ਸੀ। ਉਹਦੇ ਚ ਪੀ ਸਾਈਨਾਥ ਸੀ ਜਿਹੜਾ ਸਿੱਖ ਨਹੀਂ ਹੈ, ਦੇਵਿੰਦਰ ਸ਼ਰਮਾ ਸੀ ਜਿਹੜਾ ਸਿੱਖ ਨਹੀਂ ਹੈ, ਉਹਦੇ ਡਾਕਟਰ ਸੁੱਚਾ ਸਿੰਘ ਗਿੱਲ ਸੀ ਜਿਹੜਾ ਕਤਰਾਵੀ ਦਾੜੀ ਵਾਲਾ, ਸਾਡੇ ਵਰਗਾ ਅੱਧ ਪਚੱਦਾ ਸਿੱਖ ਹੈ। ਸਮੁੱਚਾ ਸਿੱਖ ਤਾਂ ਅਸੀਂ ਮੰਨਦੇ ਹਾਂ ਜਿਹੜਾ ਅੰਮ੍ਰਿਤਧਾਰੀ ਹੋਵੇ ਜਾਂ ਗੁਰੂ ਦੇ ਆਸ਼ੇ ਅਨੁਸਾਰ 100% ਤੁਰਨ ਵਾਲਾ ਹੋਵੇ। ਉਹ ਅੱਧ ਪਚੱਦਾ ਸਿੱਖ ਮੈਂ ਤਾਂ ਕਹਿੰਦਾ ਵੀ ਅਸੀਂ ਕਈ ਵਾਰੀ ਕਿਤੇ ਸਾਨੂੰ ਲੈਫਟ ਪ੍ਰਭਾਵਿਤ ਕਰ ਲੈਂਦਾ, ਕਿਤੇ ਗੁਰਸਿੱਖੀ ਪ੍ਰਭਾਵਿਤ ਕਰ ਲੈਂਦੀ, ਦਸ਼ਮੇਸ਼ ਪਿਤਾ ਦੀ ਤੇਗ ਕਿਤੇ ਪ੍ਰਭਾਵਿਤ ਕਰ ਲੈਂਦੀ ਹੈ। ਡਾਕਟਰ ਰਣਜੀਤ ਸਿੰਘ ਘੁੰਮਣ ਹੈ, ਸੁਖਪਾਲ ਸਿੰਘ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਆ, ਇਹਨਾਂ ਸਾਰਿਆਂ, ਡਾਕਟਰ ਗਿਆਨ ਸਿੰਘ ਹੈ, ਇਹਨਾਂ ਸਾਰਿਆਂ ਲੋਕਾਂ ਨੇ ਵੱਖ-ਵੱਖ ਸਮੇਂ ਦੇ ਉੱਤੇ ਇੰਨੇ ਡਿਟੇਲਡ ਆਰਟੀਕਲਸ ਲਿਖ ਕੇ ਐਜੂਕੇਟ ਕੀਤਾ ਹੈ। ਔਰ ਜਿਹੜੇ ਸਿਆਣੇ ਕਿਸਾਨ ਆਗੂ ਨੇ ਉਹ ਸਾਰੇ ਉਹਨਾਂ ਦੇ ਸੰਪਰਕ 'ਚ ਨੇ, ਚਾਹੇ ਉਹ ਬਲਬੀਰ ਸਿੰਘ ਰਾਜੇਵਾਲ ਹੈ, ਚਾਹੇ ਉਹ ਦਰਸ਼ਨਪਾਲ ਜੀ ਨੇ, ਜਗਮੋਹਨ ਹੋਰੀ ਨੇ, ਈਵਨ ਸੁਰਿੰਦਰ ਸਿੰਘ ਮੁੰਡਾ ਕੀ ਉਹਦਾ ਨਾਂ ਹੈ, ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਜਾਂ ਜਿੰਨੇ ਵੀ ਈਵਨ ਲੈਫਟ ਦੀਆਂ ਪਾਰਟੀਆਂ ਨਾਲ ਸੰਬੰਧਿਤ ਜਿਹੜੇ ਕੁਲਵੰਤ ਸਿੰਘ ਸੰਧੂ ਹੈ ਜਾਂ ਹੋਰ ਨੇ, ਸਾਰੇ ਇਹ ਆਪ ਵੀ ਕੰਟਰੀਬਿਊਟ ਕਰਦੇ ਰਹੇ ਨੇ ਔਰ ਇਕਨੋਮਿਸਟ ਨਾਲ ਸਲਾਹ ਕਰਕੇ ਆਪਣੀਆਂ ਸਾਰੀਆਂ ਜਿਹੜੀਆਂ ਜਾਣਕਾਰੀਆਂ ਨੇ ਸਾਂਝੀਆਂ ਕਰਦੇ ਰਹੇ ਨੇ, ਮੀਡੀਆ 'ਚ ਵੀ ਕਰਦੇ ਰਹੇ ਨੇ, ਪ੍ਰੈਸ ਕਾਨਫਰੰਸ 'ਚ ਵੀ ਕਰਦੇ ਰਹੇ ਨੇ। ਔਰ ਜੇ ਕਹੀਏ ਕਿ ਯੂਨੀਵਰਸਿਟੀਆਂ 'ਚ ਬੈਠੇ ਜਿਹੜੇ ਟੀਚਰਸ ਨੇ ਉਹਨਾਂ ਨੇ ਕੁਛ ਨਹੀਂ ਕੀਤਾ, ਇਹ ਵੀ ਮੰਨਣ 'ਚ ਨਹੀਂ ਆਉਂਦੀ। ਤੁਹਾਡੇ ਸੋਸ਼ੀਓਲੋਜੀ ਦੇ ਪ੍ਰੋਫੈਸਰ ਜਿਹੜੇ ਖਾਸ ਕਰਕੇ ਆਮ ਆਦਮੀ ਪਾਰਟੀ 'ਚ ਐਕਟਿਵ ਰਿਹਾ, ਮੁੰਡਾ ਮਨਜੀਤ, ਜਿੰਨਾ ਕ੍ਰਿਸਟਲ ਕਲੀਅਰ ਉਸ ਨੇ ਆਪਣਾ ਡਿਸਕੋਰਸ ਦਿੱਤਾ ਹੈ ਸਾਰੇ ਮਾਮਲੇ ਦੇ ਵਿੱਚ, ਰਿਟਾਇਰ ਪੰਜਾਬ ਯੂਨੀਵਰਸਿਟੀ 'ਚ ਸੋਸ਼ੀਓਲੋਜੀ ਦਾ ਹੈੱਡ ਹੋਇਆ ਉਹ। ਇਸੇ ਤਰ੍ਹਾਂ ਦੇ ਨਾਲ ਹੀ ਰਣਜੀਤ ਸਿੰਘ ਘੁੰਮਣ ਹੈ, ਸੁੱਚਾ ਸਿੰਘ ਗਿੱਲ ਦੀ ਮੈਂ ਗੱਲ ਕੀਤੀ ਹੈ, ਇਹਨਾਂ ਨੇ ਆਪਣਾ ਧਰਮ ਨਿਭਾਇਆ ਹੈ। ਅੱਛਾ, ਥੋੜੇ ਬਹੁਤੇ ਫਰਕ ਨਾਲ ਲਿਟਰੇਚਰ ਦੇ ਹਵਾਲੇ ਨਾਲ ਜਿੰਨੀ ਗੱਲ ਅਸੀਂ ਲੋਕਾਂ ਨੂੰ ਪਹੁੰਚਾ ਸਕੇ ਹਾਂ, ਆਪਣੀਆਂ ਵਾਰਤਾਵਾਂ ਰਾਹੀਂ, ਆਪਣੀ ਡਿਸਕਸ਼ਨਸ ਰਾਹੀਂ, ਆਪਣੇ ਆਰਟੀਕਲਸ ਰਾਹੀਂ, ਆਪਣੀ ਸ਼ਾਇਰੀ ਰਾਹੀਂ, ਅਸੀਂ ਵੀ ਮਾੜਾ ਮੋਟਾ ਅਸੀਂ ਵੀ ਯਾਰ 30 ਸਾਲ ਯੂਨੀਵਰਸਿਟੀ 'ਚ ਪੜ੍ਹਾਇਆ, ਯੂਨੀਵਰਸਿਟੀਆਂ ਵਾਲੇ ਹੀ ਅਸੀਂ ਵੀ। ਕਹਿਣ ਦਾ ਮਤਲਬ ਇਹ ਆ ਕਿ ਜਿਹੜਾ ਡਾਇਲਾਗ ਹੈ ਉਹ ਤੁਰ ਨਹੀਂ ਸਕਿਆ ਅਜੇ ਤੱਕ ਵੀ, ਇੰਨੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਡਾਇਲਾਗ ਨਹੀਂ ਤੁਰ ਸਕਿਆ। ਮੇਰਾ ਨਹੀਂ ਖਿਆਲ ਕਿ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਬੰਦੇ ਨੇ ਕਿਸੇ ਵੀ ਇਕਨੋਮਿਸਟ ਨਾਲ 2 ਘੰਟੇ ਗੁਜ਼ਾਰੇ ਹੋਣੇ ਸਾਰੇ ਕ੍ਰਾਈਸਿਸ ਦੇ ਵਿੱਚ। ਠੀਕ ਹੈ। ਹਾਂਜੀ ਗਿੱਲ ਸਾਹਿਬ, ਇੱਕ ਮਿੰਟ ਮਾਸਟਰ ਜੀ, ਇੱਕ ਕੁਐਸਚਨ ਮੇਰਾ ਕਈ ਵਾਰੀ ਫਿਰ ਰਹਿ ਨਾ ਜਾਵੇ। ਇਹ ਜਿਹੜਾ ਹੁਣ ਅੰਦੋਲਨ ਚੱਲ ਰਿਹਾ ਗਿੱਲ ਸਾਹਿਬ, ਇਹਨੂੰ ਜਨ ਹਿੱਤ ਅੰਦੋਲਨ ਕਿਹਾ ਜਾਂਦਾ ਵੀ ਇਹਦੇ 'ਚ ਸ਼ਮੂਲੀਅਤ ਤਕਰੀਬਨ ਹਰ ਇੱਕ ਵਰਗ ਦੀ ਹੈਗੀ। ਮੁਲਾਜ਼ਮ ਵੀ ਜਾਂਦੇ ਆ, ਕਾਲਜਾਂ ਦੇ ਸਟੂਡੈਂਟ ਵੀ ਜਾਂਦੇ ਆ, ਮਜ਼ਦੂਰ ਵੀ ਜਾਂਦੇ ਆ, ਦਿਹਾੜੀਦਾਰ ਵੀ ਉੱਥੇ ਆ, ਕਿਸਾਨ ਵੀ ਉੱਥੇ ਆ, ਦੁਕਾਨਦਾਰ ਵੀ ਉਹਨਾਂ ਨਾਲ ਹਮਾਇਤੀ ਆ। ਪਰ ਜੇ ਦੂਜੇ ਲੋਟ ਦੇਖੀਏ ਤਾਂ ਜਿਹੜੀਆਂ ਕਿਸਾਨ, ਜਿਹੜੀਆਂ ਜਥੇਬੰਦੀਆਂ, ਜਿਹੜੀਆਂ ਮੋਹਰੀ ਜਥੇਬੰਦੀਆਂ ਜਿਵੇਂ ਏਟਕ ਆ, ਦੂਜੀਆਂ ਇੰਟਰਨੈਸ਼ਨਲ ਆਪਣੇ ਨੈਸ਼ਨਲ ਲੈਵਲ 'ਤੇ ਜਥੇਬੰਦੀਆਂ ਬਣੀਆਂ ਹੋਈਆਂ, ਮੁਲਾਜ਼ਮਾਂ ਦੀਆਂ, ਬੈਂਕ ਮੁਲਾਜ਼ਮਾਂ ਦੀਆਂ, ਟੀਚਰ ਯੂਨੀਅਨ ਦੀਆਂ, ਹੋਰ ਉਹ ਖੁੱਲ੍ਹ ਕੇ ਉਹ ਜਥੇਬੰਦੀਆਂ ਦੇ ਤੌਰ 'ਤੇ ਇਹਦਾ ਸਮਰਥਨ ਨਹੀਂ ਕਰ ਰਹੇ। ਤੇ ਵੈਸੇ ਆਮ ਲੋਕਾਂ ਦਾ ਸਮਰਥਨ ਬਹੁਤ ਜ਼ਿਆਦਾ ਹੈ। ਜਨ ਹਿੱਤ ਅੰਦੋਲਨ ਜਿਹੜਾ ਇਹਨੂੰ ਕਹੋਗੇ ਜਾਂ ਇਹਨੂੰ ਕੁਛ ਉਹ ਤੁਸੀਂ ਅਜੀਤ ਇਹਦੇ ਵਿੱਚ ਬਹੁਤ ਵੱਡੇ ਭੁਲੇਖੇ 'ਚ ਹੋ। ਹਾਂਜੀ, ਇਹਨੂੰ ਅਸਲ ਦੇ ਵਿੱਚ ਸਪੋਰਟ ਦੀ ਜਿਹੜੀਆਂ ਜਥੇਬੰਦੀਆਂ ਉਹ ਦੇ ਰਹੀਆਂ, ਜਿਹੜੀ ਆਰਗੇਨਾਈਜ਼ ਸੈਕਟਰ ਜਿਹੜਾ ਹੈਗਾ, ਜਿਹੜੀਆਂ ਪੋਲੀਟੀਕਲ ਥਾਟ ਪ੍ਰੋਸੈਸ ਨਾਲ ਜੁੜੀਆਂ ਹੋਈਆਂ, ਬੈਂਕਿੰਗ ਦੀ ਆਰਗੇਨਾਈਜੇਸ਼ਨ ਹੈ, ਉਹ ਫੰਡਿੰਗ ਵੀ ਕਰ ਰਹੇ ਨੇ, ਉੱਥੇ ਜਾ ਕੇ ਪਾਰਟਿਸਿਪੇਟ ਵੀ ਕਰ ਰਹੇ ਨੇ। ਜੇ ਲਿਖਾਰੀਆਂ ਦੀ ਜਥੇਬੰਦੀ ਹੈ, ਕੇਂਦਰੀ ਪੰਜਾਬੀ ਲੇਖਕ ਸਭਾ ਜਾਂ ਸਾਡੀ ਪ੍ਰੋਗਰੈਸਿਵ ਰਾਈਟਰ ਐਸੋਸੀਏਸ਼ਨ ਹੈ ਨੈਸ਼ਨਲ ਲੈਵਲ ਤੇ ਵੀ, ਈਵਨ ਇੰਡੀਅਨ ਪੀਪਲ ਥੀਏਟਰ ਆਰਗੇਨਾਈਜੇਸ਼ਨ ਹੈ, ਉਹ ਵੀ ਸਾਰੀਆਂ ਉੱਥੇ ਬਾਡੀ ਜਾ ਕੇ ਕੰਮ ਕਰ ਰਹੀਆਂ ਨੇ।
ਸਿਰਫ ਜਿਹੜੀਆਂ ਨੰਗੇ ਚਿੱਟੇ ਰੂਪ 'ਚ ਸਿਆਸੀ ਪਾਰਟੀਆਂ ਨੇ ਉਹ ਨਹੀਂ ਉਹਨਾਂ ਨੇ ਅਲਾਓ ਕੀਤੀਆਂ, ਅਦਰਵਾਈਜ਼ ਉਹਨਾਂ ਜਿਹੜੀ ਫਰੰਟਲ ਆਰਗੇਨਾਈਜੇਸ਼ਨ ਜਿੰਨੀਆਂ ਨੇ ਉਹ ਸਾਰੀਆਂ ਕੰਮ ਕਰ ਰਹੀਆਂ ਨੇ ਉੱਥੇ ਜਾ ਕੇ। ਉਹਨਾਂ ਨੇ ਤਾਂ ਅਲਾਓ ਕਰੀਆਂ ਹੋਈਆਂ, ਦੂਜੀਆਂ ਬਿਨਾਂ ਸਿਆਸੀ ਪਾਰਟੀਆਂ ਤੋਂ ਬੋਲਣ ਤੋਂ ਬਿਨਾਂ। ਇਹ ਜਿਹੜੀਆਂ ਦੂਜੀਆਂ ਪਾਰਟੀਆਂ ਕਰਦੀਆਂ ਇਹਨਾਂ ਦਾ ਕੋਈ ਜਾਣੀ ਕਦੇ ਕੋਈ ਬਿਆਨ ਜਾਂ ਕੋਈ ਹੋਰ ਇਹੋ ਜਿਹਾ ਮੇਰਾ ਕਹਿਣ ਦਾ ਮਤਲਬ ਸੀ ਵੀ ਕੋਈ ਸਿੱਧੇ ਰੂਪ ਦੇ ਵਿੱਚ ਦਿਖਾਈ ਨਹੀਂ ਦੇ ਰਹੀਆਂ ਵੀ ਜਿੱਥੇ ਨਹੀਂ ਸਾਰੇ ਜਾ ਰਹੇ ਨੇ, ਸਾਰੇ ਜਾ ਰਹੇ ਨੇ। ਰਾਦਰ ਹੁਣ ਤਾਂ ਹਾਲਤ ਇਹ ਹੋ ਗਈ ਵੀ ਜਿਹਨੇ ਮਤਲਬ ਜਿਹੜਾ ਸਿੰਘੂ ਨਹੀਂ ਗਿਆ ਉਹਨੂੰ ਬੰਦਾ ਹੀ ਨਹੀਂ ਗਿਣਦੇ। ਹਾਂਜੀ ਹਾਂ, ਇਸ ਵੇਲੇ ਇਹ ਵੀ ਘਾਤਕ ਹੈ, ਮਾਫ ਕਰਨਾ। ਹਰ ਹੁਣ ਮੇਰਾ ਗੋਡਾ ਦੁਖਦਾ, ਮੈਂ ਆਪਣੀ ਗੱਲ ਕਰਦਾ, ਮੈਂ ਸਿੰਘੂ ਬਾਰਡਰ ਤੇ ਨਹੀਂ ਜਾ ਸਕਦਾ ਕਿਉਂਕਿ ਮੈਨੂੰ ਪਤਾ ਵੀ 7-8 ਕਿਲੋਮੀਟਰ ਤੁਰਨਾ ਪੈਣਾ, ਮੈਂ ਨਹੀਂ ਤੁਰਨ ਜੋਗਾ ਹੈਗਾ। ਮੇਰੇ ਕੋਲ ਵਾਸਤੇ ਬਾਥਰੂਮ ਜਾਣਾ ਔਖਾ ਹੋਇਆ ਪਿਆ, ਤੂੰ ਦੇਖ ਹੀ ਗਿਆ ਸੀ ਪਿੱਛੇ ਜੇ। ਹਾਂਜੀ। ਹੁਣ ਪ੍ਰੋਬਲਮ ਇਹ ਆ ਕਿ ਮੈਂ ਆਪਣਾ ਫਰੰਟ ਮੱਲ ਲਿਆ। ਮੈਂ ਕੀ ਫਰੰਟ ਮੱਲਿਆ? ਘਰ ਬੈਠੇ ਨੇ ਕਿ ਮੈਂ ਜਿੰਨੀਆਂ ਪੋਇਟਰੀ ਜਿੰਨੀ ਲਿਖੀ ਜਾ ਰਹੀ ਹੈ, ਸੋਸ਼ਲ ਮੀਡੀਆ ਤੇ ਆ ਰਹੀ ਹੈ ਜਾਂ ਮੈਗਜ਼ੀਨ 'ਚ ਆ ਰਹੀ ਹੈ, ਉਹਦਾ ਸੰਗ੍ਰਹਿ ਕਰਨਾ ਸ਼ੁਰੂ ਕਰ ਦਿੱਤਾ ਤੇ ਲਗਭਗ 450 ਨਜ਼ਮਾਂ ਮੈਂ ਇਕੱਠੀਆਂ ਕਰ ਲਈਆਂ ਨੇ। ਇਹ ਕਿਸਾਨ ਮੋਰਚੇ ਨਾਲ ਸੰਬੰਧਿਤ ਪੋਇਟਰੀ ਹੈ ਸਾਰੀ, ਉਹ ਜਿਹੜੀ ਇੱਕ ਆਪਣੇ ਆਪ 'ਚ ਕੰਮ ਹੈ। ਹੁਣ ਜਦੋਂ ਯੁੱਧ ਚੱਲਦਾ, ਯੁੱਧ ਦੇ ਵਿੱਚ ਹੁਣ ਜੇ ਕਹੀਏ ਵੀ ਡਾਕਟਰ ਸਾਹਿਬ ਤੁਸੀਂ ਇਸ ਹਸਪਤਾਲ 'ਚ ਬੈਠੇ ਹੋ ਤੇ ਤੁਸੀਂ ਮਤਲਬ ਮੋਰਚੇ ਤੇ ਕਿਉਂ ਨਹੀਂ ਗਏ, ਉਹਨੂੰ ਕੋਈ ਮਿਹਣੇ ਮਾਰੀ ਜਾਵੇ ਡਾਕਟਰ ਨੂੰ ਤੇ ਉਹ ਕਹਿੰਦਾ ਵੀ ਜਦੋਂ ਜਿਹੜੇ ਜ਼ਖਮੀ ਆਉਣੇ ਉਹਨਾਂ ਨੂੰ ਮਲਮ ਪੱਟੀ ਕਿਹਨੇ ਕਰਨੀ ਹੈ। ਹਾਂਜੀ, ਹਰੇਕ ਬੰਦਾ ਆਪਣੇ ਅਨੁਸਾਰ, ਹਰ ਬੰਦੇ ਹੁਣ ਤੁਸੀਂ ਕੈਨੇਡਾ ਵਿੱਚ ਟੋਰਾਂਟੋ ਬੈਠੇ ਹੋ, ਤੁਸੀਂ ਸੈਕਰਾਮੈਂਟੋ ਬੈਠੇ ਹੋ, ਤੁਸੀਂ ਇੱਕ ਦੋਸਤ ਪਰ ਬੇਕਰਸਫੀਲਡ ਬੈਠਾ, ਤੁਸੀਂ ਵੀ ਕੰਮ ਕਰ ਰਹੇ, ਕੰਟਰੀਬਿਊਟ ਕਰ ਰਹੇ ਤੁਸੀਂ ਵੀ। ਹਾਂਜੀ। ਮਤ ਸੋਚੋ ਕਿ ਤੁਸੀਂ ਕੰਟਰੀਬਿਊਟ ਨਹੀਂ ਕਰ ਰਹੇ। ਹਾਂਜੀ ਹਾਂ, ਇਸ ਕਰਕੇ ਜਿਹੜੀ ਕੱਲ ਗੱਲ ਆਖੀ ਇੱਕ ਉਹ ਬੰਦੇ ਦੀ, ਬਾਕੀ ਗੱਲਾਂ ਨਾਲ ਮੈਂ ਸਹਿਮਤ ਹੋਵਾਂ ਨਾ ਹੋਵਾਂ, ਇਹ ਗੱਲ ਬੜੀ ਕਮਾਲ ਦੀ ਹੈ। ਉਹ ਕਹਿੰਦਾ ਜਿਹੜੀ ਮਾਤਾ ਨੇ ਸਿਰਫ 2 ਫੁਲਕੇ ਬਣਾ ਕੇ ਘਰੋਂ ਭੇਜੇ ਨੇ ਨਾ ਕਿਸੇ ਮੋਰਚੇ ਤੇ ਬੈਠੇ ਜਵਾਨ ਵਾਸਤੇ, ਹਿੱਸਾ ਉਹਦਾ ਵੀ ਬਰਾਬਰ ਦਾ। ਬਿਲਕੁਲ ਸਾਰਿਆਂ ਦਾ ਹਿੱਸਾ ਬਹੁਤ ਜ਼ਿਆਦਾ, ਹਰੇਕ ਬੰਦਾ ਆਪਣੇ ਅਨੁਸਾਰ ਉਹਦੇ ਵਿੱਚ ਸੰਘਰਸ਼ ਦੇ ਵਿੱਚ ਹਿੱਸਾ ਪਾ ਰਿਹਾ, ਕੋਈ ਚਾਹੇ ਕਿਤੇ ਬੈਠਾ ਵਰਲਡ ਦੇ ਵਿੱਚ, ਹਰੇਕ ਬੰਦੇ ਨੂੰ। ਜਿਹੜਾ ਬੰਦਾ ਸਿੰਘੂ ਬਾਰਡਰ ਦੀਆਂ ਜਾਂ ਟਿਕਰੀ ਬਾਰਡਰ ਦੀਆਂ, ਗਾਜ਼ੀਪੁਰ ਦੀਆਂ ਜਿਹੜੀਆਂ ਘਟਨਾਵਾਂ ਤੇ ਬਾਜ਼ ਅੱਖ ਰੱਖ ਰਿਹਾ, ਜਿਹੜਾ ਕੁਝ ਵੀ ਕੰਟਰੀਬਿਊਟ ਨਹੀਂ ਕਰ ਰਿਹਾ, ਉਹ ਦਿਲਚਸਪੀ ਰੱਖਣਾ ਵੀ ਕੰਟਰੀਬਿਊਸ਼ਨ ਹੈ। ਬਿਲਕੁਲ ਲੋਕ ਸੁਬਾਹ ਉੱਠਦੇ ਹੀ ਇਹ ਦੇਖਣਾ ਚਾਹੁੰਦੇ ਆ ਵੀ ਅੱਜ ਕੀ ਹੋਇਆ, ਕੱਲ ਮੀਟਿੰਗ ਦੇ ਵਿੱਚ ਕੀ ਹੋਇਆ, ਕੱਲ ਨੂੰ ਕੀ ਹੋਊਗਾ। ਉਹ ਸਾਰੇ ਹੀ ਇਸ ਪਾਸੇ ਨੂੰ ਲੱਗੇ ਹੋਏ ਆ ਵੀ ਉਹਦੀ ਆਊਟਕਮ ਕੀ ਹੋਊਗੀ। ਸੋ ਇਸੇ ਮੈਂ 5-7 ਟੱਬਰ ਇਹੋ ਜਿਹੇ ਜਾਣਦਾ, 5-7 ਟੱਬਰ ਇਹੋ ਜਿਹੇ ਜਾਣਦਾ ਜਿਹੜੇ ਹਰ ਰੋਜ਼ ਸਵੇਰੇ ਉੱਠ ਕੇ ਅਰਦਾਸ ਕਰਦੇ ਨੇ। ਹਾਂਜੀ ਹਾਂ, ਉਹਨਾਂ ਨਿਮਿਤ ਪਾਠ ਕਰਦੇ ਨੇ, ਜਿਹੜੀਆਂ ਵਿਛੜੀਆਂ ਰੂਹਾਂ ਨੂੰ ਨਿਮਿਤ ਪਾਠ ਕਰਦੀਆਂ। ਮਾਫ ਕਰਨਾ, ਉਹਨਾਂ ਦਾ ਆਪਣਾ ਅੰਦਾਜ਼ ਹੈ, ਆਪਣੇ ਅੰਦਾਜ਼ 'ਚ ਕੰਟਰੀਬਿਊਟ ਕਰ ਰਹੀਆਂ। ਇਸ ਕਰਕੇ ਇੱਕ ਬੰਦਾ ਮੈਨੂੰ ਪੁੱਛਣ ਲੱਗਿਆ, ਕਹਿੰਦਾ ਮੈਂ ਕੰਟਰੀਬਿਊਟ ਕਿਵੇਂ ਕਰ ਸਕਦਾ? ਮੈਂ ਕਿਹਾ ਕਰ ਸਕਦਾ। ਮੈਂ ਕਿਹਾ ਤੇਰੀ ਜਿਹੜੀ ਕਮੀਜ਼ ਪਾਈ ਹੈ ਇਹ ਬ੍ਰਾਂਡਡ ਹੈ। ਹਾਂਜੀ, ਸਿਰ ਵਾਲੀ ਟੋਪੀ ਬ੍ਰਾਂਡਡ ਹੈ, ਪੈਂਟ ਬ੍ਰਾਂਡਡ ਹੈ, ਬੂਟ ਬ੍ਰਾਂਡਡ ਹੈ। ਮੈਂ ਕਿਹਾ ਬ੍ਰਾਂਡ ਤੋਂ ਮੁਕਤੀ ਹਾਸਲ ਕਰ। ਇਹਨਾਂ ਬ੍ਰਾਂਡਾਂ ਨੇ ਮੋਚੀ ਮਾਰ ਦਿੱਤਾ। ਹਾਂਜੀ ਹਾਂ, ਦਰਜੀ ਮਾਰ ਦਿੱਤਾ, ਹਟਵਾਣੀਆਂ ਮਾਰ ਦਿੱਤਾ, ਤੇ ਤੈਨੂੰ ਕੀ ਅਧਿਕਾਰ ਹੈ? ਮੈਂ ਕਿਹਾ ਭਲਿਆ ਲੋਕਾਂ ਕਾਰਪੋਰੇਟ ਘਰਾਣੇ ਨੂੰ ਨਿੰਦਣ ਦਾ। ਮਾਫ ਕਰਨਾ, ਸਾਨੂੰ ਆਤਮ ਪਛਾਣ ਵੀ ਕਰਨੀ ਪਏਗੀ। ਮੈਂ ਇੱਕ ਨਿੱਕੀ ਜਿਹੀ ਮਿਸਾਲ ਦੇਣਾ ਹੁੰਦਾ, ਤੂੰ ਤਾਂ ਸਾਰਿਆਂ ਨੂੰ ਜਾਣਦਾ, ਆਪਣੇ ਅਜੀਤ ਮੇਰੇ ਯਾਰਾਂ ਨੂੰ, ਤਲੋਚਨ ਲੋਚੀ, ਮਨਜਿੰਦਰ ਧਨੋਆ, ਭਾਜੀ ਰਵਿੰਦਰ ਪੱਠਲ, ਸਾਰਿਆਂ ਨੂੰ ਜਾਣਦਾ, ਗੋਰੇਖਵਾਲ ਸਰ। ਅਸੀਂ ਨਾ ਜਦੋਂ ਕਿਤੇ ਪਿਛਲੇ 10-12 ਸਾਲਾਂ 'ਚ ਕਿਤੇ ਇਕੱਠਿਆਂ ਟਰੈਵਲ ਕਰਦੇ ਆ ਇਸ ਮੌਸਮ 'ਚ, ਤੇ ਅਸੀਂ ਕਾਰ ਦੇ ਵਿੱਚ ਪਾਣੀ ਦੀਆਂ ਬੋਤਲਾਂ ਨਹੀਂ ਰੱਖਦੇ, ਅਸੀਂ 5-10 ਕਿਲੋ ਨਾ ਕਿੰਨੂ ਖਰੀਦ ਕੇ ਰੱਖ ਲੈਂਦੇ ਆ। ਤੁਹਾਡੇ ਕੀ ਵਿਚਾਰ ਆ? ਜਦੋਂ ਅਸੀਂ ਉਹ ਰੱਖ ਲੈਂਦੇ ਆ ਤੇ ਜਿਹਨੂੰ ਪਿਆਸ ਲੱਗਦੀ ਉਹ ਕਿੰਨੂ ਛਿੱਲ ਕੇ ਖਾ ਲੈਂਦਾ। ਹਾਂਜੀ, ਉਹ ਮੈਨੂੰ ਕਹਿੰਦਾ ਯਾਰ ਸੰਤਰੇ ਲੈ ਲਿਆ ਕਰੀਏ। ਮੈਂ ਕਹਿੰਦਾ ਸੰਤਰੇ ਨਹੀਂ ਲੈਣੇ। ਕਹਿੰਦੇ ਕਿਉਂ ਨਹੀਂ ਲੈਣੇ? ਮੈਂ ਕਿਹਾ ਸੰਤਰੇ ਖਰੀਦਣ ਦਾ ਫਾਇਦਾ ਨਾਗਪੁਰ ਦੇ ਕਿਸਾਨ ਨੂੰ ਹੈ। ਮੈਂ ਕਿਹਾ ਇਹ ਕਿੰਨੂ ਖਾਣ ਦਾ ਫਾਇਦਾ ਅਬੋਹਰ, ਫਾਜ਼ਿਲਕਾ, ਮੁਕਤਸਰ, ਹੁਸ਼ਿਆਰਪੁਰ, ਪਠਾਨਕੋਟ, ਮੈਂ ਕਿਹਾ ਇਹ ਸਾਡੇ ਪੰਜਾਬੀ ਫਾਰਮਰ ਨੂੰ ਫਾਇਦਾ ਇਹਦਾ। ਮਤਲਬ ਜੇ ਤੁਸੀਂ ਆਪਣੀ ਨੇਟਿਵਿਟੀ ਨੂੰ ਮਤਲਬ ਤੁਸੀਂ ਪ੍ਰਵਾਨ ਹੀ ਨਹੀਂ ਕਰਦੇ, ਜੇ ਤੁਹਾਨੂੰ ਆਪਣੇ ਗੁੜ ਕੋਲੋਂ ਬੋ ਆਈ ਜਾਂਦੀ ਹੈ, ਜੇ ਤੁਹਾਨੂੰ ਆਪਣੇ ਦਰਜੀ ਕੋਲ ਨਾਪ ਦੇਣ ਲੱਗਿਆ ਸੰਗ ਆਉਂਦੀ ਹੈ, ਜੁੱਤੀ ਦਾ ਮੇਚਾ ਦੇਣ ਲੱਗਿਆ ਸੰਗ ਆਉਂਦੀ, ਜਿਹੜੀ ਉਹਦੇ ਨਾਲ ਜੁੜੀ ਹੋਈ ਕ੍ਰੀਏਟਿਵਿਟੀ ਉਹਦੀ ਵੀ ਹੈ ਤੇ ਮੇਰੀ ਵੀ ਹੈ। ਜਿਹੜਾ ਚਾਅ ਉਤਸ਼ਾਹ ਹੁੰਦਾ ਸੀ ਜਦੋਂ ਮੋਚੀ ਨੂੰ ਜੁੱਤੀ ਦਾ ਮੇਚਾ ਦੇ ਕੇ ਆਈਦਾ ਸੀ ਤੇ 4-4 ਗੇੜੇ ਮਾਰੀਦਾ ਸੀ, ਉਹ ਕਹਿੰਦਾ ਸੀ ਨਹੀਂ ਅਜੇ ਕਲਬੂਤ ਦਿੱਤਾ ਹੋਇਆ, ਅਜੇ ਪੂਰੀ ਨਹੀਂ ਹੋਈ,
ਫਿਰ ਜਦੋਂ ਪੈਰ ਨੂੰ ਲੱਗਣ ਲੱਗ ਜਾਂਦੀ ਫਿਰ ਜਾਈਦਾ ਸੀ, ਯਾਰ ਇਹਨੂੰ ਮਾੜਾ ਜਿਹਾ ਕੋਈ ਕਰਦੇ, ਮਾੜਾ ਜਿਹਾ ਕੁੱਟ ਕੇ ਫਿਰ ਤੁਹਾਨੂੰ ਫੜਾ ਦਿੰਦਾ ਸੀ, ਕਹਿੰਦਾ ਸਰੋਂ ਤੇਲ ਨਾਲ ਚੁੱਪੜ ਕੇ ਪਾ ਲਈ, ਯਾਰ ਕੁਝ ਨਹੀਂ ਹੁੰਦਾ, ਪਿੱਛੇ ਰੂੰ ਦੇ ਲਈ। ਹੁਣ ਉਹ ਸਾਰੀ ਜਿਹੜੀ ਇੱਕ ਲੋਕ ਮਾਨਸਿਕਤਾ ਦੇ ਵਿੱਚੋਂ ਜਿਹੜੀ ਇੱਕ ਗੈਰ ਹਾਜ਼ਰ ਚਾਹ ਹੋ ਗਿਆ। ਹੁਣ ਜਿਹੜੇ ਮੇਰੇ ਪੈਰੀ ਪਾਏ ਹੋਏ ਇਸ ਵਕਤ ਬੂਟ ਨੇ ਬੜੇ ਨਿੱਘੇ ਨੇ, ਪਰ ਹੈ ਤਾਂ ਉਹ ਕਿਸੇ ਉਸ ਕੰਪਨੀ ਦੇ ਨੇ ਜਿਹਨੂੰ ਮੈਂ ਜਾਣਦਾ ਹੀ ਨਹੀਂ। ਜਿਹੜੀ ਚੀਜ਼ ਮੈਨੂੰ 200 ਰੁਪਏ 400 ਚ ਮਿਲਦੀ ਸੀ, ਉਹ ਮੈਂ ਹੁਣ 4000 ਚ ਲਈ ਹੈ। ਤੇ ਫਿਰ ਮੈਂ ਪਿੱਟੀ ਜਾਵਾਂ ਵੀ ਚਾਰ ਬੜਾ ਮਹਿੰਗਾ, ਅੱਜ ਕਾਰਪੋਰੇਟ ਨੂੰ ਲੁੱਟ ਕੇ ਚਲਾ ਗਿਆ। ਲੁਟਾਉਣ ਤੇ ਮੈਂ ਆਪ ਜਾਂਦਾ। ਇਹਨੂੰ ਤਰੱਕੀ ਵੀ ਕਹਿੰਦੇ ਆ ਜੀ? ਇਹਨੂੰ ਤਰੱਕੀ ਇਹਨੂੰ ਨਹੀਂ ਕਹਿੰਦੇ। ਤਰੱਕੀ ਇਹ ਤਾਂ ਹੋਵੇ ਜੇ ਮੇਰਾ ਮੋਚੀ ਵੀ ਅਪਗ੍ਰੇਡ ਹੋਵੇ। ਤਰੱਕੀ ਤਾਂ ਹੋ ਰਹੀ ਹੈ ਰਾਨੀ ਅੰਬਾਨੀ ਦੀ। ਤੁਹਾਡੇ 90% ਅਮਰੀਕਨ ਜਿਹੜੇ ਬ੍ਰਾਂਡ ਨੇ, ਕੈਨੇਡੀਅਨ ਬ੍ਰਾਂਡ ਨੇ, ਉਹਨਾਂ ਦੇ ਵਿੱਚ ਭਾਈਵਾਲੀ 50% ਤੋਂ ਜ਼ਿਆਦਾ ਇਹਨਾਂ ਸਾਡੇ ਮਲਟੀਨੈਸ਼ਨਲ ਕੰਪਨੀਆਂ ਦੀ ਹੈ। ਕੀ ਤੁਹਾਡੀਆਂ ਐਨਕਾਂ ਨੇ, ਕੀ ਤੁਹਾਡੀਆਂ ਕਮੀਜ਼ਾਂ ਨੇ, ਕੀ ਤੁਹਾਡੀਆਂ ਪੈਂਟਾਂ ਨੇ, ਕੀ ਤੁਹਾਡੇ ਬੂਟ ਨੇ, ਉਹ ਇੰਡੀਅਨ ਮਾਰਕੀਟ ਜਿੰਨੇ ਵਿਕ ਰਹੇ ਨੇ, ਉਹਦੇ ਸਾਰੇ ਜਿਹੜੇ ਆਊਟਲੈਟਸ ਨੇ ਉਹ ਇਹਨਾਂ ਦੇ ਭਾਈਵਾਲੀ ਨਾਲ ਚੱਲ ਰਹੇ ਨੇ। ਹਾਂਜੀ, ਰਿਕੁਐਸਟ ਕਰਦੇ ਹਾਂ ਬਈ ਉਹ ਜਿਹੜਾ ਪ੍ਰੋਗਰਾਮ ਆ ਉਹ ਆਪਣੇ ਫੇਸਬੁੱਕ ਪੇਜ ਤੇ ਸਾਡਾ ਸ਼ੇਅਰ ਕਰਨ, ਤੇ YouTube ਤੇ ਵੀ ਤੁਸੀਂ ਇਹ ਚੈਨਲ ਫੇਸਬੁੱਕ ਚਰਚਾ ਦੇ ਹੇਠਾਂ ਦੇਖ ਸਕਦੇ ਹੋ। ਤੇ ਵੰਸ ਅਗੇਨ ਮੈਂ ਤੇ ਭੱਠਲ ਸਾਹਿਬ ਪ੍ਰੋਫੈਸਰ ਗੁਰਭਜਨ ਗਿੱਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਸਾਡੇ ਨਾਲ ਘੰਟੇ ਤੋਂ ਉੱਪਰ ਸਮਾਂ ਗੁਜ਼ਾਰਿਆ ਤੇ ਆਪਣੇ ਐਕਸਪੀਰੀਅੰਸ ਸ਼ੇਅਰ ਕੀਤੇ। ਤੇ ਜੀ ਤਾਂ ਨਹੀਂ ਕਰਦਾ ਵੀ ਇਹਨਾਂ ਨਾਲ ਵਿਦਾ ਲਈਏ, ਪਰ ਅਸੀਂ ਕਿਸੇ ਦਿਨ ਫੇਰ ਇਹਨਾਂ ਨਾਲ ਇੱਕ। ਹਾਂਜੀ, ਕੀ ਗੱਲ ਕੱਟਿਆ ਗਿਆ? ਹੈਲੋ, ਸੁਣਦਾ ਜੀ? ਹਾਂ, ਮੈਨੂੰ ਸੁਣਦਾ। ਅੱਛਾ, ਮਾਸਟਰ ਜੀ ਦਾ ਪਤਾ ਨਹੀਂ ਕਨੈਕਸ਼ਨ ਨੂੰ ਕੁਛ ਹੋ ਗਿਆ। ਅਤੇ ਮੈਂ ਧੰਨਵਾਦ ਮਾਸਟਰ ਜੀ ਦਾ ਕਰਦਾ, ਜਿਨ੍ਹਾਂ ਨੇ ਸਵੇਰੇ ਪੜ੍ਹਾਉਣ ਵੀ ਜਾਣਾ ਸਾਜਰੇ, ਅਤੇ ਅੱਜ ਉਹਨਾਂ ਦੇ ਵੀ 12 ਵੱਜ ਗਏ ਉੱਥੇ ਹੁਣ। ਅਤੇ ਸਾਡਾ ਤਾਂ ਟਾਈਮ ਠੀਕ ਹੀ ਆ, ਹਲੇ ਸਾਡੇ 9 ਵਜੇ ਆ, ਗਿੱਲ ਸਾਹਿਬ ਦੇ 10:30 ਵਜੇ ਆ ਸਵੇਰ ਦੇ। ਚਾਹ ਤੇ ਬ੍ਰੇਕਫਾਸਟ ਲੇਟ ਹੋ ਗਿਆ, ਕੋਈ ਗੱਲ ਨਹੀਂ। ਥੈਂਕ ਯੂ। ਮੈਂ ਨਾਲ ਚਾਹ ਪੀ ਲਈ ਹੈ ਬਈ। ਹਾਂਜੀ, ਨਾਲ ਚਾਹ ਪੀ ਲਈ, ਇੱਕ ਮੈਂ ਪਿੰਨੀ ਵੀ ਖਾ ਲਈ। ਹੁਣ ਮੈਂ ਘੰਟਾ ਭਰ ਤੇ ਉੱਧਰ ਨਹੀਂ ਜਾਂਦਾ ਬੋਤੇ ਨੂੰ। ਥੈਂਕ ਯੂ ਸਾਰਿਆਂ ਦਾ। ਹਾਂਜੀ, ਤੁਹਾਡਾ ਬਹੁਤ ਬਹੁਤ ਥੈਂਕ ਯੂ, ਸਪੈਸ਼ਲੀ ਮਾਸਟਰ ਜੀ। ਤੁਸੀਂ ਹੁਣ ਆਪਦਾ ਸੁਭਾਵੋਂ ਸਵੇਰੇ ਬੱਚਿਆਂ ਨਾਲ ਫਿਰ ਮੱਥਾ ਲਾਉਣਾ, ਤੇ ਮੈਂ ਗਿੱਲ ਸਾਹਿਬ ਦਾ ਵੀ ਫਿਰ ਅਸੀਂ ਥੈਂਕ ਯੂ ਕਰਦੇ ਹਾਂ ਬਹੁਤ ਬਹੁਤ। ਤੇ ਤੁਸੀਂ ਬਹੁਤ ਸਾਨੂੰ ਖੁੱਲ੍ਹਾ ਟਾਈਮ ਤੇ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਆ। ਤੇ ਮੈਂ ਸਾਰੇ ਫੇਸਬੁੱਕ ਵਾਲਿਆਂ ਨੂੰ ਫਿਰ ਜਿੰਨੇ ਸਾਡੇ ਨਾਲ ਜੁੜੇ ਹੋਏ ਆ ਸਾਰੇ ਸੱਜਣਾਂ ਨੂੰ ਕਰਦਾ ਵੀ ਬੇਨਤੀ, ਪਲੀਜ਼ ਇਹਨੂੰ ਸ਼ੇਅਰ ਕਰੋ ਤੇ ਵੱਧ ਤੋਂ ਵੱਧ ਫੇਸਬੁੱਕ ਚੈਨਲ ਦੇ ਉੱਤੇ ਸਾਡੇ ਇਸ ਪ੍ਰੋਗਰਾਮ ਨੂੰ ਦੇਖੋ। ਤੇ ਥੈਂਕ ਯੂ ਵੈਰੀ ਮੱਚ ਜੀ, ਤੇ ਗੁੱਡ ਨਾਈਟ ਮਾਸਟਰ ਜੀ, ਤੇ ਜੈ ਜਵਾਨ ਜੈ ਕਿਸਾਨ, ਤੇ ਥੈਂਕ ਯੂ ਵੈਰੀ ਮੱਚ। ਜੈ ਵਿਗਿਆਨ। ਜੈ ਵਿਗਿਆਨ।